ਸੰਤ ਮਹਾਤਮਾ ਮਾਲਕ ਦੇ ਪਿਆਰੇ ਸਦਾ ਹੀ ਸੰਸਾਰ ਵਿੱਚ ਆਉਂਦੇ ਹਨ। ਉਹਨਾਂ ਦਾ ਰਸਤਾ ਨਾ ਕਦੇ ਬੰਦ ਹੋਇਆ ਨਾ ਹੋ ਹੀ ਸਕਦਾ ਹੈ। ਅਨੇਕਾਂ ਮਹਾਤਮਾ ਇਸ ਸੰਸਾਰ ਵਿੱਚ ਆਏ, ਅਨੇਕਾਂ ਨੇ ਹੋਰ ਆਉਣਾ ਹੈ। ਸਭ ਮਹਾਤਮਾ ਸਾਨੂੰ ਇਹੀ ਦੱਸਦੇ ਗਏ ਹੈ ਕਿ ਪਰਮਾਤਮਾ ਇੱਕ ਹੈ, ਉਸ ਦੇ ਮਿਲਣ ਦਾ ਸਾਧਨ ਔਰ ਤਰੀਕਾ ਇੱਕ ਹੈ। ਚਾਹੇ ਕੋਈ ਪੂਰਬ ਦੇ ਰਹਿਣ ਵਾਲਾ ਹੈ ਜਾਂ ਕੋਈ ਪੱਛਮ ਦੇ ਰਹਿਣ ਵਾਲਾ ਹੈ, ਸਭ ਦੇ ਰਚਨਾ ਉਸ ਪਰਮਾਤਮਾ ਨੇ ਕੀਤੀ ਹੈ ਔਰ ਉਹ ਸਭ ਦੇ ਅੰਦਰ ਸ਼ਬਦ ਰੂਪ ਹੋ ਕੇ ਬੈਠਾ ਹੈ। ਹਮੇਸ਼ਾ ਮਹਾਤਮਾ ਸਾਨੂੰ ਇਹ ਹੀ ਦੱਸਦੇ ਆਏ ਕਿ ਉਹ ਕੁੱਲ ਮਾਲਕ ਹੈ। ਉਹਦਾ ਕੋਈ ਸ਼ਰੀਕ ਨਹੀਂ, ਕੋਈ ਭਾਈ ਨਹੀਂ, ਕੋਈ ਬੰਧੂ ਨਹੀਂ। ਲੇਕਿਨ ਕਿੰਨਾਂ ਨੂੰ ਉਹ ਰਸਤਾ ਦੱਸਦਾ ਹੈ, ਕਿੰਨਾਂ ਨੂੰ ਉਹ ਆਪਣਾ ਸਾਧਨ ਤਰੀਕਾ ਸਮਝਾਉਂਦਾ ਹੈ। ਜਿਨ੍ਹਾਂ ਲੋਕਾਂ ਦੇ ਅੰਦਰ ਤੜਫ ਹੁੰਦੀ ਹੈ, ਮਹਾਤਮਾ ਉਹਨਾਂ ਨੂੰ ਉਸ ਰਸਤੇ ਦੇ ਉੱਤੇ ਪਾਉਂਦੇ ਹਨ ਕਿ ਕਿਸ ਤਰ੍ਹਾਂ ਉਸ ਪ੍ਰਭੂ ਨੂੰ ਕਿਹੜੇ ਸ਼ਿੰਗਾਰ, ਕਿਹੜਾ ਕਰਮਕਾਂਡ ਉਸ ਨੂੰ ਮਨਜ਼ੂਰ ਹੈ। ਉਹ ਹੈ ਨਿਮਰਤਾ। ਆਜ ਜੀ ਸਾਡੇ ਹਜ਼ੂਰ ਮਹਾਰਾਜ ਕਿਰਪਾਲ ਦੱਸਦੇ ਹੁੰਦੇ ਸਨ ਕਿ ਉਹ ਕੁੱਲ ਮਾਲਕ ਹੈ। ਉਹਨੂੰ ਬੜੀ ਹੀ ਆਜ ਜੀ ਨਿਮਰਤਾ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹ ਖੁਦ ਕਿਹਦੇ ਅੱਗੇ ਨਿਵੇਂ। ਸਭ ਤੋਂ ਵੱਡਾ ਨਿਮਰਤਾ ਹੀ ਹੈ। ਅਗਰ ਜੇ ਕੋਈ ਧਾਰਨ ਕਰ ਸਕੇ, ਨਿਮਰਤਾ ਉਹੀ ਫਾਇਦੇਮੰਦ ਹੈ ਕਿ ਜਿਹੜੀ ਅਸੀਂ ਅੰਦਰੋਂ ਨਿਮੀਏ ਔਰ ਜਗਤ ਦਿਖਾਵੇ ਵਾਸਤੇ ਨਾ ਹੋਵੇ। ਤਾਂ ਫਰੀਦ ਸਾਹਿਬ ਦੀ ਬਾਣੀ ਆਪ ਅੱਗੇ ਰੱਖੀ ਜਾਂਦੀ ਹੈ। ਆਪ ਸਮਝਾਉਂਦੇ ਹੈ ਕਿ ਜੋ ਲੋਕ ਹੰਕਾਰ ਕਰਦੇ ਹੈ, ਗਰਭ ਕਰਦੇ ਹੈ, ਉਹ ਕਿਸ ਤਰ੍ਹਾਂ ਹਨ। ਜਿਸ ਤਰ੍ਹਾਂ ਉੱਚਾ ਪਹਾੜ ਹੈ, ਰੇਤ ਦਾ ਟਿੱਲਾ ਹੈ, ਅਗਰ ਬਾਰਿਸ਼ ਹੋਵੇ ਉਸ ਜਗ੍ਹਾ ਪਰ ਪਾਣੀ ਠਹਿਰਦਾ ਨਹੀਂ ਔਰ ਉਹ ਨੀਚੇ ਚਲਿਆ ਜਾਂਦਾ ਹੈ। ਔਰ ਇਸੇ ਤਰ੍ਹਾਂ ਜੋ ਲੋਕ ਧਨ ਦਾ ਮਾਨ ਕਰਦੇ ਹੈ ਜਾਂ ਕਿਸੇ ਅਹੁਦੇ ਮਰਾਤਬੇ ਦਾ ਮਾਨ ਕਰਦੇ ਹੈ ਕਿ ਅਸੀਂ ਤਕੜੇ ਹਾਂ, ਸਾਡੇ ਵਰਗਾ ਕੌਣ ਹੈ। ਹਕੂਮਤ ਦੇ ਨਸ਼ੇ ਅੰਦਰ ਲੋਕਾਂ ਨੂੰ ਪੈਰਾਂ ਹੇਠ ਰੋਲਦੇ ਹਨ। ਔਰ ਫਰੀਦ ਸਾਹਿਬ ਕਹਿੰਦੇ ਹੈ ਉਹ ਇਸ ਤਰ੍ਹਾਂ ਸੰਸਾਰ ਦੇ ਵਿੱਚੋਂ ਖਾਲੀ ਹੱਥ ਜਾਂਦੇ ਹਨ, ਜਿਸ ਤਰ੍ਹਾਂ ਕਿ ਟਿੱਬੇ ਦੇ ਉੱਤੇ ਬਾਰਿਸ਼ ਹੋਈ, ਪਾਣੀ ਥੱਲੇ ਆ ਜਾਂਦਾ ਹੈ। ਗੁਰੂ ਨਾਨਕ ਕਹਿੰਦੇ ਹੈ ਪ੍ਰਭੂ ਹੰਕਾਰ ਨਾ ਭਾਵੇ, ਵੇਦ ਕੂਕ ਸੁਣਾਵੇ। ਉਹ ਕਹਿੰਦੇ ਤੁਸੀਂ ਵੇਦਾਂ, ਸ਼ਾਸਤਰਾਂ, ਗ੍ਰੰਥਾਂ, ਪੋਥੀਆਂ ਨੂੰ ਪੜ੍ਹ ਕੇ ਦੇਖੋ ਕਿ ਉਸ ਪਰਮਾਤਮਾ ਨੂੰ ਹੰਕਾਰ ਨਹੀਂ ਮਨਜ਼ੂਰ, ਨਿਮਰਤਾ ਹੀ ਮਨਜ਼ੂਰ ਹੈ। ਤਾਂ ਆਪ ਕਹਿਣ ਲੱਗੇ ਜਿਨ੍ਹਾਂ ਨੂੰ ਮਾਨ ਹੈ ਕਿ ਅਸੀਂ ਧਨੀ ਹੈ ਜਾਂ ਸਾਡੀ ਅੱਛੀ ਸਿਹਤ ਹੈ ਔਰ ਜਾਂ ਸਾਡੇ ਭਾਈ ਜ਼ਿਆਦੇ ਹੈ ਜਾਂ ਸਾਡਾ ਕੁਟੁੰਬ ਜਿਹੜਾ ਹੈ ਉਹ ਬੜਾ ਉੱਚਾ ਹੈ, ਉਹ ਕਹਿਣ ਲੱਗੇ ਇਸ ਸੰਸਾਰ ਵਿੱਚੋਂ ਆਖਰ ਖਾਲੀ ਹੱਥ ਆਉਂਦੇ ਹੈ, ਖਾਲੀ ਚਲੇ ਜਾਂਦੇ ਹੈ। ਅੱਗੇ ਜਾ ਕੇ ਕੋਈ ਵੀ ਇਹ ਸਭਾ ਸੁਸਾਇਟੀਆਂ ਦੇ ਵਿੱਚੋਂ, ਸਾਨੂੰ ਭੈਣ ਭਰਾਵਾਂ ਦੇ ਵਿੱਚੋਂ ਸਾਡੀ ਕੋਈ ਮਦਦ ਨਹੀਂ ਕਰ ਸਕਦਾ ਗਾ। ਔਰ ਇਸ ਵਾਸਤੇ ਫਰੀਦ ਸਾਹਿਬ ਸਾਨੂੰ ਦੱਸਦੇ ਹੈ ਕਿਸ ਚੀਜ਼ ਦਾ ਤੁਸੀਂ ਮਾਨ ਕਰਦੇ ਹੋ, ਕਿ ਸਿਹਤ ਦਾ ਕਰਦੇ ਹੋ। ਬੁਖਾਰ ਆ ਜਾਵੇ, 4 ਦਿਨਾਂ ਦੇ ਵਿੱਚ ਹੀ ਪੀਲਾ ਡੱਡੂ ਵਰਗਾ ਮੂੰਹ ਨਿਕਲਿਆ ਆਉਂਦਾ ਹੈ। ਇਸੇ ਤਰ੍ਹਾਂ ਕੀ ਜਵਾਨੀ ਦਾ ਮਾਨ ਹੈ, ਅਸੀਂ ਕਿਸੇ ਦਾ ਵਡੇਪਾ ਨਹੀਂ ਦੇਖਿਆ। ਇਸੇ ਤਰ੍ਹਾਂ ਹੀ ਆਪ ਦੱਸਦੇ ਹੈ ਕਿ ਧਨ ਦਾ ਮਾਨ ਹੈ, ਅਸੀਂ ਗਰੀਬਾਂ ਨੂੰ, ਸੜਕਾਂ ਤੇ ਰੁਲਦਿਆਂ ਨੂੰ ਨਹੀਂ ਦੇਖਿਆ। ਇਸੇ ਤਰ੍ਹਾਂ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਦੱਸਦੇ ਹੈ ਕਿ ਅਸੀਂ ਕੌਮ ਦਾ ਹੰਕਾਰ ਕਰਦੇ ਹਾਂ, ਜਦ ਸ਼ਮਸ਼ਾਨ ਭੂਮੀ ਦੇ ਵਿੱਚ ਆਪਦੇ ਸਾਥੀਆਂ ਨੂੰ ਛੱਡ ਕੇ ਆਉਂਦੇ ਹਾਂ, ਤਾਹਾਂ ਮਾਰ ਕੇ ਰੋਂਦੇ ਹਾਂ। ਲੇਕਿਨ ਅਸੀਂ ਉਸ ਦਾ ਭਾਵੇਂ ਕਿਤਨੇ ਵੀ ਸਮਾਜ ਦੇ ਲੋਕ ਹੋਈਏ, ਕੁਛ ਵਿਗਾੜ ਨਹੀਂ ਸਕਦੇ, ਕੁਛ ਦਾ ਸੁਆਰ ਨਹੀਂ ਸਕਦੇ ਗੇ। ਜਾਣੇ ਵਾਲਾ ਚਲਿਆ ਜਾਂਦਾ ਹੈ, ਉਹਦੀ ਯਾਦ ਹੀ ਆਉਂਦੀ ਹੈ, ਉਹ ਵਾਪਸ ਦੁਨੀਆ ਵਿੱਚ ਨਹੀਂ ਆਉਂਦਾ ਗਾ। ਇਸ ਵਾਸਤੇ ਸੰਤ ਮਹਾਤਮਾ ਸਾਨੂੰ ਦੱਸਦੇ ਹੈ ਕਿ ਤੁਸੀਂ ਕਿਸ ਚੀਜ਼ ਦਾ ਹੰਕਾਰ ਕਰਦੇ ਹੋ। ਪਰਮਾਤਮਾ ਨੂੰ ਤਾਂ ਨਿਮਰਤਾ ਪਿਆਰੀ ਹੈ। ਮਹਲਾ ਪੰਜਵਾਂ। ਫਰੀਦਾ ਗਰਬ ਜੀਨਾ ਵਡਿਆਈਆਂ, ਤਨ ਜੋਬਨ ਆਗਾ
ਖਾਲੀ ਚੱਲੇ ਦੁਨੀ ਸਿਉ ਟਿਬੇ ਜਿਉਮੀ ਆਓ। ਮਹਿਮੂਦ ਗਜਨਵੀ ਨੇ ਹਿੰਦੁਸਤਾਨ ਦੇ ਉੱਤੇ 17-18 ਹਮਲੇ ਕੀਤੇ। ਬਹੁਤ ਗਨੀਮਤ ਦਾ ਮਾਲ, ਸੋਨਾ ਚਾਂਦੀ ਉਸਨੇ ਲੁੱਟਿਆ। ਹਿੰਦੁਸਤਾਨ ਕਿਸੇ ਵਕਤ ਦੇ ਅੰਦਰ ਸੋਨੇ ਦੀ ਚਿੜੀ ਵੱਜਦਾ ਸੀ, ਲੇਕਿਨ ਐਸੇ ਲੋਕਾਂ ਨੇ ਇਸ ਚਿੜੀ ਦੇ ਬਾਹਰੋਂ ਹਮਲੇ ਕਰਕੇ ਖੰਭ ਖੋਹ ਲਏ ਹੈ। ਸਾਰੇ ਮੁਲਕ ਕੋਈ ਸਦਾ ਗਰੀਬ ਨਹੀਂ ਹੁੰਦੇ ਗੇ ਔਰ ਨਾ ਅਮੀਰ ਹੀ ਰਹਿੰਦੇ ਹੈ। ਕਈ ਦਫਾ ਐਸਾ ਵੀ ਹੁੰਦਾ ਹੈ ਕਿ ਕਈ ਮੁਲਕ ਜਿਹੜੇ ਅੱਜ ਗਰੀਬ ਹੈ, ਹੋ ਸਕਦਾ ਪਹਿਲਾਂ ਉਹ ਅਮੀਰ ਹੋਣ। ਅੱਜ ਜਿਹੜੇ ਅਮੀਰ ਹੈ, ਹੋ ਸਕਦਾ ਕਿਸੇ ਵਕਤ ਉਹ ਵੀ ਪਰਾਏ ਅਧੀਨ ਹੋਣ ਔਰ ਗਰੀਬ ਹੋਣ। ਇਸੇ ਤਰ੍ਹਾਂ ਉਸ ਮਹਿਮੂਦ ਗਜਨਵੀ ਨੇ ਜਦ ਬਹੁਤ ਸਾਰਾ ਮਾਲ ਲੁੱਟ ਲਿਆ ਔਰ ਆਖਰੀ ਟਾਈਮ ਆਇਆ, ਉਹਨੇ ਅਹਿਲਕਾਰਾਂ ਨੂੰ ਕਿਹਾ ਕਿ ਵੀ ਉਹ ਸਮਾਨ ਜਿਹੜਾ ਹੈ ਉਸ ਨੂੰ ਬਾਹਰ ਸਜਾ ਦਿਓ, ਨੁਮਾਇਸ਼ ਲਾ ਦਿਓ, ਮੈਂ ਦੇਖ ਤਾਂ ਲਵਾਂ ਕਿ ਮੈਂ ਕਿਤਨਾ ਕੁ ਸਮਾਨ ਲੈ ਕੇ ਆਇਆ ਹਾਂ ਔਰ ਕਿਤਨਾ ਕੁ ਮੇਰੇ ਕੋਲ ਧਨ ਦੌਲਤ ਹੈ। ਔਰ ਜਿਸ ਧਨ ਦੌਲਤ ਦੇ ਖਾਤਰ ਮੈਂ ਲੱਖਾਂ ਬੱਚੇ ਯਤੀਮ ਕੀਤੇ, ਲੱਖਾਂ ਔਰਤਾਂ ਨੂੰ ਬੇਵਾ ਕੀਤਾ ਔਰ ਕੀ ਅੱਜ ਮੇਰੇ ਉਹ ਸਾਥ ਕਿਤਨਾ ਕੁ ਸਮਾਨ ਜਾਏਗਾ। ਔਰ ਆਖਰੀ ਵਕਤ ਅਹਿਲਕਾਰਾਂ ਨੂੰ ਹੁਕਮ ਦਿੱਤਾ ਕਿ ਵੀ ਪਿਆਰਿਓ, ਤੁਸੀਂ ਐਸੇ ਕਰਨਾ, ਮੇਰੇ ਹੱਥ ਕਫਨ ਚੋਂ ਬਾਹਰ ਕੱਢ ਦੇਣੇ ਔਰ ਇਹ ਨਾਰਾ ਲਾਉਣਾ ਖਾਲੀ ਹਾਥ ਹੈ, ਜ਼ੁਲਮ ਸਾਥ ਹੈ। ਮੇਰੇ ਨਾਲ ਜੋ ਕੁਛ ਹੋਏਗੀ ਉਹ ਤਾਂ ਮੈਂ ਭੁਗਤਾਂਗਾ ਹੀ ਹੁਣ, ਕਿਉਂਕਿ ਮੈਂ ਕਰ ਲਿਆ ਹੈ ਜਿਹੜਾ ਕਰਮ ਉਹ ਮੈਂ ਹੀ ਭੋਗਣਾ ਹੈ। ਲੇਕਿਨ ਦੁਨੀਆ ਨੂੰ ਤਾਂ, ਮੇਰੇ ਪਿੱਛੇ ਰਹਿਣ ਵਾਲਿਆਂ ਨੂੰ, ਰਿਜਤ ਨੂੰ ਤਾਂ ਇਹ ਗਿਆਨ ਹੋ ਜੇ ਕਿ ਮਹਿਮੂਦ ਗਜਨਵੀ ਜਦ ਇਸ ਸੰਸਾਰ ਵਿੱਚੋਂ ਗਿਆ ਸੀਗਾ ਉਹਦੇ ਦੋਨੇ ਹੱਥ ਹੀ ਖਾਲੀ ਸਨ। ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓ ਨਾਉ। ਐਥੇ ਦੁਖ ਕਨੇਰੀਆਂ ਅਗੇ ਠੌਰ ਨਾ ਠਾਓ। ਹੁਣ ਫਰੀਦ ਸਾਹਿਬ ਪਿਆਰ ਨਾਲ ਕਹਿੰਦੇ ਆ, ਕਿੰਨਾਂ ਦੇ ਮੂੰਹ ਦੇਖਣ ਦੇ ਕਾਬਲ ਨਹੀਂ, ਕਿੰਨਾਂ ਦੀਆਂ ਸ਼ਕਲਾਂ ਡਰਾਉਣੀਆਂ ਹਨ, ਜਿਨ੍ਹਾਂ ਨੇ ਇਨਸਾਨੀ ਜਾਮਾ ਧਾਰਨ ਕਰਕੇ ਪਰਮਾਤਮਾ ਦਾ ਸਿਮਰਨ ਛੱਡ ਦਿੱਤਾ, ਪਰਮਾਤਮਾ ਦੀ ਯਾਦ ਭੁਲਾ ਦਿੱਤੀ ਹੈ। ਔਰ ਉਹਨਾਂ ਨੂੰ ਇਸ ਸੰਸਾਰ ਦੇ ਅੰਦਰ ਵੀ ਸੁੱਖ ਨਹੀਂ ਮਿਲਦਾ। ਕਦੇ ਉਹ ਵਿਸ਼ੇ ਵਿਕਾਰਾਂ ਦੇ ਜਾਲ ਵਿੱਚ ਫਸ ਜਾਂਦੇ ਹੈ, ਕਦੇ ਲੜਾਈ ਝਗੜਿਆਂ ਦੇ ਜਾਲ ਵਿੱਚ ਫਸ ਜਾਂਦੇ ਹੈ, ਕਦੇ ਉਹ ਕਾਮ ਕ੍ਰੋਧ ਦੀਆਂ ਲਹਿਰਾਂ ਵਿੱਚ ਵੜ ਜਾਂਦੇ ਹੈ। ਇਹਨਾਂ ਚੀਜ਼ਾਂ ਦੇ ਅੰਦਰ ਅਸੀਂ ਆਪ ਦੀ ਜਿੰਨੀ ਵੀ ਸ਼ਾਂਤੀ ਹੈ ਉਸ ਨੂੰ ਭੰਗ ਕਰ ਬੈਠੇ ਹਾਂ। ਇੱਥੇ ਇਸੇ ਵਾਸਤੇ ਕਬੀਰ ਸਾਹਿਬ ਕਹਿੰਦੇ ਆ, ਜੋ ਪ੍ਰਭ ਕੀਏ ਭਗਤ ਤੇ ਵਾਹੰਜ ਤਿਨਸੇ ਸਦਾ ਡਰਾਣੇ ਰਹੀ ਹੈ। ਕਿੰਨਾ ਲੋਕਾਂ ਤੋਂ ਡਰਨਾ ਚਾਹੀਦਾ ਹੈ ਇਸ ਸੰਸਾਰ ਦੇ ਵਿੱਚ, ਜਿਹੜੇ ਪ੍ਰਭੂ ਦੀ ਭਗਤੀ ਤੋਂ ਦੂਰ ਚਲੇ ਗਏ ਹੈ, ਪ੍ਰਭੂ ਦੀ ਹੌਦ ਨੂੰ ਨਹੀਂ ਮੰਨਦੇ ਗਏ। ਕਿਉਂਕਿ ਜਿਹੜੇ ਪ੍ਰਭੂ ਦੇ ਭਗਤ ਹੁੰਦੇ ਹੈ ਉਹ ਸਾਰਿਆਂ ਦੇ ਅੰਦਰ ਪਰਮਾਤਮਾ ਦੇਖਦੇ ਹੈ, ਪਰਮਾਤਮਾ ਸਮਝ ਕੇ ਹੀ ਪਿਆਰ ਕਰਦੇ ਹੈ। ਔਰ ਸੰਤਾਂ ਦੀ ਨਜ਼ਰ ਆਤਮਾ ਉੱਪਰ ਹੁੰਦੀ ਹੈ, ਬਰਿਆਈ ਜੋ ਕੁਛ ਹੈ ਉਹ ਸਾਡੇ ਮਨ ਦੇ ਅੰਦਰ ਹੈ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਨਾਮਹੀਣ ਨਕਟੇ ਨਰ ਦੇਖੇ ਤਨ ਕਸ ਨਾਕ ਵਢੀਜੈ। ਉਹ ਕਹਿਣ ਲੱਗੇ ਅਸੀਂ ਅੱਖਾਂ ਨਾਲ ਦੁਰਗਾ ਦੇ ਅੰਦਰ, ਮਾਲਕ ਦੇ ਦਰਬਾਰ ਅੰਦਰ ਦੇਖਿਆ ਹੈ, ਕਾਲ ਵੀ ਅੱਗੇ ਜਾ ਕੇ ਉਹਨਾਂ ਨੂੰ ਸਜ਼ਾ ਦਿੰਦਾ ਹੈ ਬਈ ਇਨਸਾਨ ਦਾ ਜਾਮਾ ਤੁਹਾਨੂੰ ਬੜਾ ਉੱਤਮ ਦਿੱਤਾ ਸੀ, ਇਹ ਇੱਕ ਮੌਕਾ ਦਿੱਤਾ ਸੀਗਾ ਕਿ ਜੋ ਕੰਮ ਤੁਸੀਂ ਪਸ਼ੂ ਪੰਛੀਆਂ ਦੇ ਵਿੱਚ ਨਹੀਂ ਕਰ ਸਕੇ, ਇਨਸਾਨ ਦੇ ਜਾਮੇ ਵਿੱਚ ਕਰ ਸਕਦੇ ਆ। ਉਹ ਹੈ ਨਾਮ ਭਗਤੀ, ਪ੍ਰਭੂ ਦੀ ਭਗਤੀ, ਪਰਮਾਤਮਾ ਦੇ ਨਾਲ ਮਿਲਾਪ ਕਰਨਾ। ਨਹੀਂ ਤਾਂ ਕਬੀਰ ਸਾਹਿਬ ਵੀ ਕਹਿੰਦੇ ਆ ਕਿ ਦਿਵਸ ਗਵਾਇਆ ਖੇਲ ਕੇ ਰਾਤ ਗਵਾਈ ਸੋਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਫਰੀਦਾ ਪਿਛਲ ਰਾਤ ਨਾ ਜਾਗਿਓਏ, ਜੀਵੰਦੜੋ ਮੋਈਓਏ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓਏ। ਫਰੀਦ ਸਾਹਿਬ ਕਹਿੰਦੇ ਆ, ਜੋ
ਇਨਸਾਨ ਦਾ ਜਾਮਾ ਪਾ ਕੇ ਔਰ ਭਗਤੀ ਮਾਰਗ ਦੇ ਵਿੱਚ ਪੈਰ ਰੱਖਦਾ ਹੈ, ਫੇਰ ਕਹਿਣ ਲੱਗੇ ਉਹ ਰਾਤ ਨੂੰ ਜਾਗਦਾ ਨਹੀਂ, ਪਿਛਲੀ ਰਾਤ, ਔਰ ਉੱਠ ਕੇ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਕਰਦਾ। ਕਹਿੰਦੇ ਉਹਨੂੰ ਤੁਸੀਂ ਜਿਉਂਦਾ ਨਾ ਸਮਝੋ, ਉਹ ਮਰਿਆ ਹੀ ਸਮਝੋ, ਔਰ ਮਰੇ ਔਰ ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਗਾ। ਇਸ ਵਾਸਤੇ ਜਿਹੜੇ ਮਾਲਕ ਦੇ ਪਿਆਰੇ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਹੈ ਆਪਦੀ ਬਾਣੀ ਦੇ ਅੰਦਰ ਕਿ ਵੱਧ ਸੁਖ ਰੈਣੜੀਏ ਫਿਰ ਪ੍ਰੇਮ ਲੱਗਾ, ਘੱਟ ਦੁੱਖ ਨੀਂਦੜੀਏ ਫਿਰ ਸਿਓ ਸਦਾ ਪੱਗਾ। ਉਹ ਰਾਤ ਨੂੰ ਕਹਿੰਦੇ ਤੂੰ ਵੱਧ ਜਾ, ਸਾਡਾ ਪਿਆਰੇ ਨਾਲ ਪਿਆਰ ਲੱਗਿਆ ਹੋਇਆ ਹੈ। ਨੀਂਦ ਨੂੰ ਕਹਿੰਦੇ ਤੂੰ ਘਟ ਜਾ, ਅਗਰ ਸਾਨੂੰ ਆ ਕੇ ਘੇਰ ਲਿਆ ਤਾਂ ਸਾਡਾ ਪ੍ਰਮਾਤਮਾ ਦੇ ਨਾਲੋਂ ਮਿਲਾਪ ਟੁੱਟ ਜਾਏਗਾ। ਗੁਰੂ ਨਾਨਕ ਕਹਿੰਦੇ ਹੈ ਚਿੜੀ ਚੂਕੀ ਪੈ ਫੁੱਟੀ ਵਗਣ ਬਹੁਤ ਤਾ ਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਸੁਬਾ ਪੈ ਫੁੱਟਦੀ ਦੇ ਨਾਲ ਜਾਨਵਰ ਬੋਲਦੇ ਹੈ, ਉਹ ਆਪੋ ਆਪਣੀ ਬੋਲੀ ਅੰਦਰ ਉਸ ਪ੍ਰਮਾਤਮਾ ਦਾ ਜ਼ਿਕਰ ਕਰਦੇ ਹੈ। ਔਰ ਆਪ ਕਹਿਣ ਲੱਗੇ ਕਿ ਉਸ ਵੇਲੇ ਜਿਹੜੇ ਮਾਲਕ ਦੇ ਪਿਆਰੇ ਹੈ ਉਹ ਪ੍ਰਮਾਤਮਾ ਦੇ ਨਾਲ ਮਿਲਾਪ ਕਰ ਲੈਂਦੇ ਹੈ। ਦੁਨੀਆਦਾਰ ਮਾਇਆ ਦੇ ਨਸ਼ੇ ਵਿੱਚ ਸੁੱਤੇ ਹੁੰਦੇ ਹੈ। ਇਸ ਵਾਸਤੇ ਆਪ ਕਹਿੰਦੇ ਹੈ ਜਿਹੜੇ ਪਿਛਲੀ ਰਾਤ ਉਸ ਪ੍ਰਮਾਤਮਾ ਦੀ ਭਗਤੀ ਵਿੱਚ ਨਹੀਂ ਜਾਗਦੇ ਗਏ, ਕਹਿਣ ਲੱਗੇ ਉਹ ਜਿਉਂਦੇ ਨਹੀਂ ਗਏ, ਉਹਨਾਂ ਨੂੰ ਮਰਿਆ ਸਮਾਨ ਹੀ ਸਮਝ ਲਓ। ਪਿਛਲ ਰਾਤ ਇਸ ਵਾਸਤੇ ਕਿਹਾ ਹੈ ਕਿ 84 ਲੱਖ ਭੋਗਣ ਤੋਂ ਬਾਅਦ ਸਾਨੂੰ ਇਨਸਾਨ ਦਾ ਜਾਮਾ ਮਿਲਿਆ ਹੈ। ਇਹਦੇ ਵਿੱਚ ਬੈਠ ਕੇ ਅਸੀਂ ਅਗਰ ਸਿਮਰਨ ਨਹੀਂ ਕਰਦੇ ਔਰ ਪ੍ਰਮਾਤਮਾ ਨਾਲ ਮਿਲਾਪ ਨਹੀਂ ਕਰਦੇ ਗਏ ਤਾਂ ਆਖਰ ਪਤਾ ਨਹੀਂ ਕਿਤਨਾ ਕੁ ਵਕਤ ਸਾਨੂੰ ਉਸ ਕਬਰ ਦੇ ਵਿੱਚ ਜਾ ਕੇ ਸੌਣਾ ਪਏਗਾ, ਜਿੱਥੋਂ ਕਿ ਕਿਸੇ ਨੇ ਸਾਨੂੰ ਉਠਾਉਣਾ ਨਹੀਂ ਗਾ ਜੀ। ਮਹੱਲਾ ਪੰਜਵਾਂ। ਫਰੀਦਾ ਕੰਤ ਰੰਗਾਵਲਾ, ਵੱਡਾ ਵੇ ਮੁਹਤਾਜ, ਅਲਾ ਸੇਤੀ ਰਤਿਆ, ਇਹੋ ਸਚਾਵਾਂ ਸਾਜ। ਫਰੀਦ ਸਾਹਿਬ ਕਹਿੰਦੇ ਹੈ ਕਿ ਉਹ ਪਰਿਪੂਰਨ ਪਰਮਾਤਮਾ ਜਿਹੜਾ ਕਣ ਕਣ ਦੇ ਵਿੱਚ ਵਿਆਪਕ ਹੈ, ਉਹ ਕਿਸੇ ਦਾ ਮੁਹਤਾਜ ਨਹੀਂ ਹੁੰਦਾ ਗਾ, ਉਹ ਬੇਮੁਹਤਾਜ ਹੈ। ਉਹਨੂੰ ਕਿਹੜੀ ਚੀਜ਼ ਮਨਜ਼ੂਰ ਹੈ ਉਹਦੇ ਵਿੱਚ ਮਿਲ ਜਾਣਾ। ਜੋ ਮਾਲਕ ਦੇ ਪਿਆਰੇ, ਮਾਲਕ ਦੇ ਬੱਚੇ, ਮਹਾਤਮਾ ਉਹਦੇ ਵਿੱਚ ਮਿਲ ਜਾਂਦੇ ਹੈ, ਇਹ ਉਹਨਾਂ ਦਾ ਸਾਜ ਹੈ, ਇਹ ਉਹਨਾਂ ਦਾ ਕਰਮ ਕਾਂਡ ਹੈ। ਇਹੀ ਉਹਨੂੰ ਮਨਜ਼ੂਰ ਹੈ ਕਿ ਆਓ ਬਈ ਤੁਸੀਂ ਭਗਤੀ ਕਰੋ, ਉੱਪਰ ਆਓ, 9 ਦੁਆਰੇ ਖਾਲੀ ਕਰੋ, ਮੇਰੇ ਨਾਲ ਮਿਲ ਜਾਓ। ਉਹ ਇਸ ਤਰ੍ਹਾਂ ਪ੍ਰਮਾਤਮਾ ਦੇ ਵਿੱਚ ਮਿਲ ਜਾਂਦੇ ਹੈ ਜਿਸ ਤਰ੍ਹਾਂ ਖੰਡ ਦੇ ਅੰਦਰ ਪਤਾਸਾ ਹੁੰਦਾ ਹੈ ਔਰ ਪਤਾਸੇ ਅੰਦਰ ਖੰਡ ਮਿਲ ਜਾਂਦੀ ਹੈ ਜੀ। ਮਹੱਲਾ ਪੰਜਵਾਂ। ਫਰੀਦਾ ਦੁਖ ਸੁਖ ਏਕ ਕਰ, ਦਿਲ ਤੇ ਲਾਏ ਵਿਕਾਰ, ਅਲਾ ਪਾਵੈ ਸੋ ਭਲਾ, ਤਾਂ ਲਬੀ ਦਰਬਾਰ। ਹੁਣ ਆਪ ਪਿਆਰ ਨਾਲ ਕਹਿੰਦੇ ਆ ਕਿ ਅਸੀਂ ਦੇਹ ਨਹੀਂ, ਅਸੀਂ ਆਤਮਾ ਹਾਂ। ਦੇਹ ਜਿਹੜੀ ਹੈ, ਵਜੂਦ ਹੈ, ਉਹ ਸਾਨੂੰ ਸਾਡੇ ਕਰਮਾਂ ਦਾ ਭੁਗਤਾਨ ਕਰਨ ਵਾਸਤੇ ਮਿਲੀ ਹੈ। ਗੁਰੂ ਨਾਨਕ ਕਹਿੰਦੇ ਹੈ ਸੰਪਾ ਦੇਖ ਨਾ ਹਰਖੀਏ, ਬਿਪਤ ਦੇਖ ਨਾ ਰੋਏ, ਜਿਉਂ ਸੰਪਾ ਤੋਂ ਬਿਪਤ ਹੈ, ਬਿਦਨੇ ਰਚਿਆ ਸੋ ਹੋਏ। ਕਹਿਣ ਲੱਗੇ ਦੁੱਖ ਨੂੰ ਦੇਖ ਕੇ ਘਾਬਰੋ ਨਾ, ਧੀਰਜ ਰੱਖੋ, ਸਬਰ ਰੱਖੋ, ਔਰ ਸੁੱਖ ਨੂੰ ਵੇਖ ਕੇ ਉੱਥੇ ਆਪਣੀ ਹਿਕਮਤ ਨਾ ਦਰੜਾਓ ਕਿ ਅਸੀਂ ਕੋਈ ਸਿਆਣੇ ਸੈਂ, ਸ਼ਾਇਦ ਇਹ ਸੁੱਖ ਸਾਡੀ ਹਿਕਮਤ ਦੇ ਨਾਲ ਹੀ ਸਾਨੂੰ ਪ੍ਰਾਪਤ ਹੋਇਆ ਹੈ। ਕਹਿਣ ਲੱਗੇ ਨਹੀਂ, ਐਸਾ ਨਹੀਂ। ਜੇ ਦੁੱਖ ਆਉਂਦਾ ਉਹ ਸਾਡੇ ਕਰਮਾਂ ਕਰਕੇ ਹੈ, ਸੁੱਖ ਆਉਂਦਾ ਉਹ ਵੀ ਕਰਮਾਂ ਕਰਕੇ ਹੈ। ਕਹਿਣ ਲੱਗੇ ਮਾਲਕ ਬੂਆ ਉਹਨਾਂ ਨੂੰ ਹੀ ਸਮਝਦਾ ਹੈ, ਖੋਲਦਾ ਹੈ, ਜਿਹੜੇ ਲੋਕ ਦੁੱਖ ਸੁੱਖ ਨੂੰ ਇੱਕ ਸਮਝ ਕੇ ਔਰ ਦਿਲ ਦੇ ਉੱਤੋਂ ਭਰਾਂਤ ਨੂੰ ਉਤਾਰ ਦਿੰਦੇ ਹੈ ਔਰ ਇਹ ਸਮਝਦੇ ਹੈ ਕਿ ਇਹ ਸਭ ਕੁਝ ਉਸ ਪਰਮਾਤਮਾ ਦਾ ਹੀ ਹੈ, ਪਰਮਾਤਮਾ ਦੇ ਹੁਕਮ ਵਿੱਚ ਹੀ ਆਉਂਦਾ ਹੈ। ਮੌਤ ਪਦੈਸ਼ ਜੋ ਕੁਝ ਵੀ ਹੁੰਦੀ ਹੈ ਸਭ ਉਹਦੇ ਹੁਕਮ ਵਿੱਚ ਹੀ ਹੁੰਦੀ ਹੈ। ਬਗੈਰ ਹੁਕਮ ਤੋਂ ਕੋਈ ਪੱਤੇ ਤੱਕ ਨਹੀਂ ਹਿਲਦਾ ਗਾ। ਲੇਕਿਨ ਅਸੀਂ ਜੀਵ ਕਿਉਂ ਇਸ ਸੰਸਾਰ ਵਿੱਚ ਦੁਖੀ ਦੁਨੀਆ 'ਚ ਪਰੇਸ਼ਾਨ ਹੁੰਦੇ ਹਾਂ। ਅਸੀਂ ਸਭ ਕੁਝ ਦੇ ਕਰਤਾ ਧਰਤਾ ਖੁਦ ਬਣ ਜਾਂਦੇ ਹਾਂ ਔਰ ਜੇ ਸੁੱਖ ਆ ਗਿਆ
ਉਸ ਵੇਲੇ ਅਸੀਂ ਉਸ ਪਰਮਾਤਮਾ ਦਾ ਸ਼ੁਕਰ ਨਹੀਂ ਕਰਦੇ, ਬਲਕਿ ਐਸਾ ਕਹਿੰਦੇ ਹੈ ਕਿ ਇਹ ਸਾਡੀ ਹਿਕਮਤ ਨਾਲ ਜਾਂ ਸਾਡੀ ਸਿਆਣਪ ਨਾਲ ਆਇਆ ਹੈ। ਹੁਣ ਤੁਸੀਂ ਦੇਖੋ, ਉਹੀ ਸਿਆਣਪ ਹੁੰਦੀ ਹੈ, ਉਹੀ ਘਰ ਹੁੰਦਾ ਹੈ, ਉਹੀ ਸਾਡਾ ਦਿਮਾਗ ਹੈ, ਉਹੀ ਸਾਡਾ ਵਜੂਦ ਹੈ, ਲੇਕਿਨ ਦੁੱਖ ਵੀ ਆ ਜਾਂਦਾ ਹੈ। ਦੁੱਖ ਵੇਲੇ ਫਿਰ ਅਸੀਂ ਉਸ ਪ੍ਰਭੂ ਦੇ ਵਿੱਚ ਦੋਸ਼ ਨਿਕਾਲਦੇ ਹਾਂ ਔਰ ਪ੍ਰਭੂ ਨੂੰ ਛੱਡ ਜਾਂਦੇ ਹਾਂ ਕਿ ਉਹ ਪਰਮਾਤਮਾ ਕਿੱਥੇ ਹੈ। ਔਰ ਇੱਕ ਬਿਮਾਰ ਸੀ ਬੁੱਢੀ ਔਰਤ, ਉਹ ਕਾਫੀ ਦੁਖੀ ਹੋਈ। ਘਰ ਵਾਲਿਆਂ ਨੇ ਸੋਚਿਆ ਵੀ ਜੇ ਇਹ ਪਰਮਾਤਮਾ ਨੂੰ ਯਾਦ ਕਰੇ ਤਾਂ ਅੱਛਾ ਹੈ। ਜਦ ਘਰਦਿਆਂ ਨੇ ਉਸ ਨੂੰ ਇਹ ਕਿਹਾ ਕਿ ਤੂੰ ਪਰਮਾਤਮਾ ਨੂੰ ਯਾਦ ਕਰਿਆ ਕਰ, ਦੇਖ ਤੇਥੋਂ ਮੰਜੇ ਤੋਂ ਹਿੱਲੀ ਦਾ ਨਹੀਂ, ਪਾਸਾ ਤੂੰ ਲੈ ਨਹੀਂ ਸਕਦੀ, ਪਿਸ਼ਾਬ ਟੱਟੀ ਵਗੈਰਾ ਤੂੰ ਖੁਦ ਜਾ ਨਹੀਂ ਸਕਦੀ, ਹੁਣ ਤਾਂ ਉਹਨੂੰ ਯਾਦ ਕਰ। ਉਹ ਉਹਨਾਂ ਤੇ ਬੜੀ ਭਾਰੀ ਨਾਰਾਜ਼ ਹੋਈ, ਕਹਿਣ ਲੱਗੇ ਵਾਹਿਗੁਰੂ ਨੇ ਤਾਂ ਮੈਨੂੰ ਇੰਨੇ ਦੁੱਖ ਦਿੱਤੇ ਆ, ਬਿਮਾਰੀਆਂ ਲਾਈਆਂ ਹਨ। ਸੋ ਇਸ ਵਾਸਤੇ ਸੰਤ ਮਹਾਤਮਾ ਸਾਨੂੰ ਪਿਆਰ ਨਾਲ ਕਹਿੰਦੇ ਆ, ਐਸੇ ਆਦਮੀਆਂ ਨੂੰ ਕਿਸ ਤਰ੍ਹਾਂ ਉਹ ਪਰਮਾਤਮਾ ਬੂਹਾ ਖੋਲੇ ਜੀ। ਮਹਲਾ ਪੰਜਵਾਂ। ਫਰੀਦਾ ਦੂਨੀ ਵਜਾਈ ਵਾਜਦੀ, ਤੂੰ ਪੀ ਵਜੈ ਨਾਲ, ਸੋਈ ਜਿਉ ਨਾ ਵਾਜਦਾ, ਜਿਸ ਅੱਲਾ ਕਰਦਾ ਸਾਰ। ਫਰੀਦ ਸਾਹਿਬ ਕਹਿੰਦੇ ਆ, ਦੁਨੀਆ ਜਿਹੜੀ ਹੈ ਇੱਕ ਦੂਜੇ ਦੀ ਵਜਾਈ ਵੱਜਦੀ ਹੈ, ਇੱਕ ਦੂਜੇ ਦੀ ਰੀਸ ਕਰਕੇ ਅਸੀਂ ਤੁਰਦੇ ਹਾਂ ਕਿ ਉਹਨੇ ਇਹ ਕੀਤਾ ਮੈਂ ਵੀ ਕਰਾਂ, ਔਰ ਇੱਕ ਦੂਸਰੇ ਦੀ ਨਕਲ ਕਰਦੇ ਹਾਂ। ਵਜਾਈ ਵੱਜਦੀ ਹੈ ਕਿ ਉਹਨੇ ਕਾਮ ਭੋਗਿਆ ਮੈਂ ਵੀ ਭੋਗਾਂ, ਔਰ ਉਸਨੇ ਨਾਮ ਜਪਿਆ ਮੈਂ ਵੀ ਜਪਾਂ, ਲੇਕਿਨ ਆਪਣੇ ਦਿਲੋਂ ਕੁਛ ਨਹੀਂ ਸਾਡੇ ਅੰਦਰ ਹੁੰਦਾ ਗਾ। ਉਤਸ਼ਾਹ ਇੱਕ ਦੂਜੇ ਨੂੰ ਦੇਖ ਕੇ ਕਰਦੇ ਆ। ਦੁਨੀ ਵਜਾਈ ਵੱਜਦੀ ਤੂੰ ਵੀ ਵਜੇ ਨਾਲ। ਫਰੀਦ ਸਾਹਿਬ ਕਹਿੰਦਾ ਵੀ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਤੂੰ ਹੈ ਤਾਂ ਆਪਦੇ ਜਾਣੇ ਭਗਤ ਕਹਾਉਣਾ ਹੈ, ਪਰ ਤੂੰ ਵੀ ਜਿਹੜੇ ਰਾਹ ਦੁਨੀਆ ਪਈ ਹੈ ਉਸੇ ਕਰਮਕਾਂਡ 'ਚ ਤੂੰ ਫਸਿਆ ਹੋਇਆ, ਤੂੰ ਵੀ ਨਾਲ ਵੱਜ ਰਿਹਾ ਹੈ। ਪਰ ਆਦਾ ਕਿ ਮੈਂ ਇਹਦੀ ਇਹ ਸਮਝ ਆਇਆ, ਜਿਹਨੂੰ ਅੱਲਾ ਭਗਵਾਨ ਸਾਰ ਕਰਦਾ ਹੈ, ਬੂਹਾ ਖੋਲਦਾ, ਉਹ ਜੀਵ ਨਹੀਂ ਵੱਜਦਾ ਨਾਲ। ਉਹ ਦੁਨੀਆ ਨੂੰ ਵੇਖ ਕੇ ਦੁਨੀਆ ਦੀ ਚਾਲ ਨਹੀਂ ਚੱਲਦਾ ਗਾ, ਕਿਉਂਕਿ ਦੁਨੀਆ ਦੀ ਭੇਡ ਚਾਲ ਹੁੰਦੀ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ, ਇੱਕ ਦੇ ਮਗਰ ਦੂਜਾ ਚੱਲਾ ਹੈ, ਔਰ ਪਰਮਾਰਥ ਦੀ ਕੋਈ ਸੂਝ-ਬੂਝ ਨਹੀਂ ਹੁੰਦੀ ਗੀ। ਮਹਾਰਾਜ ਸਾਵਣ ਕਹਿੰਦੇ ਹੁੰਦੇ ਸੀ ਕਿ ਇੱਕ ਭੇਡ ਖੱਡ 'ਚ ਵੜ ਜਾਂਦੀ ਹੈ, ਸਾਰੀਆਂ ਪਿੱਛੇ ਚਲੀਆਂ ਜਾਣਗੀਆਂ। ਵਾੜੇ ਨੂੰ ਅੱਗ ਲੱਗ ਜਾਂਦੀ ਹੈ, ਅਜਾਲੀ ਲੋਕ ਤਰਸ ਖਾ ਕੇ ਬਾਹਰ ਕੱਢਦੇ ਆ, ਲੇਕਿਨ ਉਹ ਸੁਸਾਇਟੀ ਨਹੀਂ ਛੱਡ ਸਕਦੀਆਂ, ਉਧਰ ਹੀ ਚਲੀਆਂ ਜਾਂਦੀਆਂ ਹੈ। ਲੇਕਿਨ ਉਹ ਕਹਿੰਦੇ ਵੀ ਜਿਸ ਨੂੰ ਅੱਲਾ ਭਗਵਾਨ ਆਪਦੀ ਸਾਰ ਦੱਸਦਾ ਹੈ, ਆਪਣੀ ਭਗਤੀ ਕਰਾਉਣਾ ਚਾਹੁੰਦਾ ਹੈ, ਉਹ ਜੀਵ ਕਹਿੰਦੇ ਇਹ ਦੁਨੀਆ ਦੇ ਨਾਲ ਨਹੀਂ ਵੱਜਦਾ ਗਾ ਜੀ। ਮਹਲਾ ਪੰਜਵਾਂ। ਫਰੀਦਾ ਦਿਲ ਰਤਾਇਸ ਦੁਨੀ ਸਿਉ, ਦੁਨੀ ਨਾ ਕੀਤੈ ਕਾਮ, ਮਿਸਲ ਫਕੀਰਾਂ ਗਾਖੜੀ, ਸੋ ਪਾਇਐ ਪੂਰ ਕਰਮ। ਫਰੀਦ ਸਾਹਿਬ ਕਹਿੰਦੇ ਆ ਕਿ ਦਿਲ ਦੁਨੀਆ ਦੇ ਵਿੱਚ ਰਚ ਗਿਆ ਹੈ, ਲੇਕਿਨ ਅੱਛੀ ਤਰ੍ਹਾਂ ਵਿਚਾਰ ਕੇ ਦੇਖਿਆ ਕਿ ਦੁਨੀਆ ਕਿਸੇ ਵੀ ਕੰਮ ਆਉਣ ਵਾਲੀ ਸ਼ੈ ਇਹਨਾਂ ਵਿੱਚੋਂ ਹੈ ਨਹੀਂ। ਦੁਨੀਆ 'ਚੋਂ ਸਾਡੇ ਨਾਲ ਕੋਈ ਵਸਤੂ ਜਾਣੀ ਨਹੀਂ, ਜਿਹਦੇ ਪਿੱਛੇ ਅੱਜ ਅਸੀਂ ਪਰੇਸ਼ਾਨ ਹੋਏ ਬੈਠੇ ਹਾਂ। ਉਹ ਆਪ ਕਹਿਣ ਲੱਗੇ ਕਿ ਫਕੀਰਾਂ ਦੀ ਮਜਲਿਸ, ਫਕੀਰਾਂ ਦਾ ਸਤਸੰਗ ਉੱਚੇ ਭਾਗਾਂ ਵਾਲਿਆਂ ਨੂੰ ਮਿਲਦਾ ਹੈ। ਅਗਰ ਭਾਗ ਨਾ ਹੋਣ ਤਾਂ ਅਸੀਂ ਉੱਥੇ ਆ ਕੇ ਸੌਂ ਜਾਂਦੇ ਹਾਂ, ਔਰ ਜਾਂ ਕੋਈ ਨੁਕਸ ਕੱਢ ਕੇ ਚਲੇ ਜਾਂਦੇ ਹਾਂ ਕਿ ਬਈ ਇਹਨੂੰ ਬੋਲਣਾ ਨਹੀਂ ਆਉਂਦਾ ਗਾ, ਮੈਂ ਜ਼ਿਆਦਾ ਪੜ੍ਹਿਆ ਲਿਖਿਆ ਹਾਂ, ਮੈਂ ਅੱਛੀ ਤਰ੍ਹਾਂ ਬੋਲ ਸਕਦਾ ਹਾਂ। ਆਮ ਤੌਰ ਦੇ ਉੱਤੇ ਐਸਾ ਕੁਛ ਹੀ ਸਾਡੇ ਸਤਸੰਗ ਦੇ ਵਿੱਚ, ਜੇ ਕੋਈ ਪੜ੍ਹਿਆ ਲਿਖਿਆ ਅੱਗੇ ਮਹਾਤਮਾ ਸਤਸੰਗ ਕਰਦਾ ਹੈ, ਫਿਰ ਅਸੀਂ ਇਹ ਕਹਿੰਦੇ ਹਾਂ ਇਹ ਬੜਾ ਅੱਛਾ ਫਲਾਸਫਰ ਹੈ, ਇਹਨੂੰ ਬੋਲਣਾ ਅੱਛਾ ਆਉਂਦਾ ਹੈ। ਲੇਕਿਨ ਜੋ ਸੰਤਾਂ ਦਾ ਅੰਦਰੋਂ ਮਤਲਬ ਹੈ ਜੀਵਾਂ ਉੱਤੇ ਦਇਆ ਕਰਨੀ, ਜਿਹੜਾ ਉਸ ਵੇਲੇ ਉਹ ਬਚਨਾਂ ਰਾਹੀਂ ਆਪਣਾ ਅੰਮ੍ਰਿਤ ਛਿੜਕ ਰਹੇ ਹੈ ਜੀਵਾਂ ਦੇ ਉੱਤੇ, ਉਹਦੇ ਕੰਨੀ ਕੋਈ ਭਾਗ ਵਾਲਾ ਜੀਵ ਹੀ ਹੈ ਕਿ ਜਿਹੜਾ ਉਸ 'ਚੋਂ ਹਿੱਸਾ
ਵਟਾ ਸਕੇ। ਅੰਮ੍ਰਿਤ ਭਿੰਨੀ ਦਿਹੁਰੀ ਅੰਮ੍ਰਿਤ ਬਰਸੇ ਰਾਮ ਰਾਜੇ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਆ, ਗੁਰੂ ਅੰਮ੍ਰਿਤ ਦੀ ਗਾਗਰ ਹੁੰਦੀ ਹੈ ਔਰ ਉਹਦੇ ਮੂੰਹ ਚੋਂ ਅੰਮ੍ਰਿਤ ਹੀ ਜੋ ਬੋਲੇਗਾ ਉਹ ਜੀਵਾਂ ਦੇ ਫਾਇਦੇ ਦਾ ਹੀ ਬੋਲੇਗਾ। ਸੋ ਪਾਈਏ ਪੂਰ ਕਰਮ। ਕਹਿਣ ਲੱਗੇ ਐਸੇ ਮਹਾਤਮਾ ਦੀ ਸੰਗਤ ਪੂਰੇ ਕਰਮ ਹੋਣ ਤਦ ਹੀ ਅਸੀਂ ਪਾ ਸਕਦੇ ਹਾਂ। ਹੁਣ ਇਕਨਾਂ ਦੇ ਪੂਰੇ ਕਰਮ ਹੈ, ਉਹ ਸੰਗਤ ਦੇ ਅੰਦਰ ਆਉਂਦੇ ਹੈ। ਜੋ ਮਹਾਤਮਾ ਉਹਨਾਂ ਨੂੰ ਬੋਲਦਾ ਹੈ ਉਹਨੂੰ ਉਹ ਹਦੀਸ ਸਮਝਦੇ ਹੈ, ਆਕਾਸ਼ ਬਾਣੀ ਸਮਝਦੇ ਹੈ, ਰੱਬ ਦਾ ਹੁਕਮ ਸਮਝਦੇ ਹੈ। ਉਹ ਵੀ ਜੀਵ ਹੀ ਹੁੰਦੇ ਹਨ ਕਿ ਜਿਹੜੇ ਉਹਨਾਂ ਮਹਾਤਮਾ ਦੇ ਅੰਦਰ ਨੁਕਸ ਕੱਢ ਕੇ ਚਲੇ ਜਾਂਦੇ ਹੈ। ਕਬੀਰ ਸਾਹਿਬ ਕਹਿੰਦੇ ਆ, ਕੋਈ ਆਏ ਭਾਵ ਲੈ, ਕੋਈ ਲੈ ਅਭਾਵ। ਸੰਤ ਦੋਹਾਂ ਨੂੰ ਪੋਖ ਤੇ ਭਾਵ ਨਾ ਗਿਣੇ ਅਭਾਵ। ਕੋਈ ਅਭਾਵ ਲੈ ਕੇ ਆਉਂਦਾ ਹੈ, ਕੋਈ ਪ੍ਰੇਮ ਲੈ ਕੇ ਆਉਂਦਾ ਹੈ, ਲੇਕਿਨ ਸੰਤਾਂ ਦਾ ਜੋ ਪਿਆਰ ਹੈ ਉਹ ਦੋਨਾਂ ਨੂੰ ਇੱਕੋ ਜਿਹਾ ਹੁੰਦਾ ਹੈ। ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਇੱਕ ਫਾਇਦਾ ਉਠਾ ਜਾਂਦਾ ਹੈ। ਪਿਆਰ ਤੋਂ ਫਾਇਦਾ ਉਹ ਹੀ ਉਠਾਏਗਾ ਜਿਹੜਾ ਉਹਨਾਂ ਦੀ ਗੱਲ ਤੇ ਇਤਬਾਰ ਕਰੇਗਾ, ਚੱਲੇਗਾ। ਜਿਹੜਾ ਚੱਲਦਾ ਹੀ ਨਹੀਂ, ਗੁਰੂ ਵਿਚਾਰਾ ਕਿਆ ਕਰੇ ਜੇ ਸਿੱਖਣ ਮੇ ਚੂਕ, ਅੰਧੇ ਏਕ ਨਾ ਲੱਗੀ ਜੋ ਵਾਂਸ ਵਜਾਈ ਫੂਕ। ਤੁਹਾਨੂੰ ਪਤਾ ਹੈ ਕਿ ਸੰਗਤ ਦਾ ਰਸ ਜਿਨ੍ਹਾਂ ਨੂੰ ਵੀ ਆ ਗਿਆ ਉਹਨਾਂ ਨੇ ਪਰਵਾਹ ਨਹੀਂ ਕੀਤੀ ਦੁਨੀਆ ਦੀ। ਜਿਨ੍ਹਾਂ ਨੂੰ ਰਸ ਆਇਆ ਉਹਨਾਂ ਨੇ ਛੱਡਿਆ ਨਹੀਂ ਸਤਸੰਗ ਦਾ ਰਸ। ਹਾਂਜੀ। ਪਹਿਲੇ ਪੈਰੇ ਫੁੱਲੜਾ ਫੁੱਲ ਪੀਪ ਸ਼ਾਰਾਤ, ਜੋ ਜਾਗਣ ਲੈਨ ਸੇ ਸਾਈਂ ਕਨੂ ਦਾਤ। ਪਹਿਲੇ ਪਹਿਰੇ ਫੁੱਲੜਾ ਫੜਕੀ ਪਿੱਛੇ ਰਾਤ। ਜਿਸ ਤਰ੍ਹਾਂ ਪੌਦੇ ਹੈ ਬਾਗ ਦੇ ਅੰਦਰ, ਕੋਈ ਹੈ ਜਾਂ ਕੋਈ ਹੋਰ ਹੈ ਸੰਤਰਾ, ਹੋਰ ਕੋਈ ਹੈ, ਪਹਿਲਾਂ ਫੁੱਲ ਆਉਂਦਾ ਹੈ, ਫੁੱਲ ਤੋਂ ਬਾਅਦ ਫਲ ਆਉਂਦਾ ਹੈ। ਪਹਿਲੇ ਹਿੱਸੇ 'ਚ ਰਾਤ ਦੇ ਜੋ ਭਜਨ ਕਰਨਾ ਹੈ ਉਹ ਫੁੱਲ ਦੇ ਸਮਾਨ ਹੈ, ਔਰ ਜਿਹੜਾ ਪਿਛਲੀ ਰਾਤ ਕਰਨਾ ਹੈ ਉਹ ਫਲ ਦੇ ਸਮਾਨ ਹੈ। ਕਿਉਂ ਕਿ ਪਹਿਲਾਂ ਸਾਨੂੰ ਜਿਹੜਾ ਸ਼ਾਮ ਨੂੰ ਅਸੀਂ ਕਰਦੇ ਹਾਂ, ਇਹ ਨਾ ਕਹੋ ਕਿ ਉਹ ਭਜਨ ਕੀਤਾ ਸਾਡਾ ਅਜਾਈ ਜਾਏਗਾ। ਮਾਲਕ ਦੀ ਯਾਦ ਵਿੱਚ 1 ਸਕਿੰਟ ਬਤਾਇਆ ਹੋਇਆ ਵੀ ਲੇਖੇ ਵਿੱਚ ਹੁੰਦਾ। ਬਾਬਾ ਜੈਮਲ ਸਿੰਘ ਕਹਿੰਦੇ ਹੁੰਦੇ ਕਿ ਜਦ ਜੀਵ ਸਰ ਪਾਸਿਓਂ ਖਿਆਲ ਨੂੰ ਹਟਾ ਕੇ ਸ਼ਬਦ ਧੁਨ ਸੁਣਦਾ ਹੈ, ਉਹਦੀ ਹਾਜ਼ਰੀ ਸੱਚਖੰਡ ਵਿੱਚ ਲੱਗਦੀ ਹੈ। ਜਿਨ੍ਹਾਂ ਮਹਾਤਮਾ ਦੀਆਂ ਅੱਖਾਂ ਖੁੱਲੀਆਂ ਉਹ ਸਾਨੂੰ ਬੜੇ ਪਿਆਰ ਨਾਲ ਦੱਸਦੇ ਹੈ ਕਿ ਜਦ ਵੀ ਕੋਈ ਜੀਵ ਸ਼ਬਦ ਨਾਮ ਦੀ ਕਮਾਈ ਵਿੱਚ ਬੈਠਦਾ ਹੈ, ਆਕਾਸ਼ ਚੋਂ ਦੇਵਤੇ ਵੀ ਉਸ ਦੀ ਤਰਫ ਝਾਕਦੇ ਹੈ ਕਿ ਹੈ ਇੱਕ ਕਲਯੁਗ ਦੇ ਵਿੱਚ ਜੀਵ ਭਜਨ 'ਚ ਬੈਠਾ, ਮਾਲਕ ਨਾਲ ਜੁੜਨ ਦੀ ਇਹ ਤਿਆਰੀਆਂ 'ਚ ਲੱਗਿਆ ਹੋਇਆ। ਤੋ ਪਿਛਲੀ ਰਾਤ ਦਾ ਮਹੱਤਵ ਇਸ ਵਾਸਤੇ ਹੈ ਕਿ ਅਸੀਂ ਸੌਂ ਕੇ ਉੱਠੇ ਨੇ, ਉਦੋਂ ਹੀ ਸਾਡੀ ਆਤਮਾ ਸਰੀਰ ਵਿੱਚ ਨਵਾਂ ਪ੍ਰਵੇਸ਼ ਕੀਤਾ ਹੁੰਦਾ ਹੈ, ਔਰ ਮੁਹੱਲਿਆਂ ਦਾ ਗਲੀਆਂ ਦਾ ਸ਼ੋਰ ਬੰਦ ਹੁੰਦਾ ਹੈ। ਖਿਆਲ ਸਾਡੇ ਬਿਲਕੁਲ ਦਿਨ ਭਰ ਦੇ ਭੁੱਲੇ ਹੁੰਦੇ ਆ। ਉਸ ਵਕਤ ਸੁਰਤ ਨੂੰ ਸਰੀਰ ਦੇ ਵਿੱਚੋਂ ਲੂ ਚੋਂ ਕੱਢਣਾ ਬੜਾ ਆਸਾਨ ਹੋ ਜਾਂਦਾ ਹੈ। ਇਸ ਵਾਸਤੇ ਉਹ ਅਸੀਂ ਫਲ ਪ੍ਰਾਪਤ ਕਰਦੇ ਹਾਂ। ਜੋ ਜਾਗਣਗੇ ਲੈਣਗੇ ਸਤਿਗੁਰ ਕੰਨੋਂ ਦਾਤ। ਬਾਬਾ ਬੰਦਾ ਸਿੰਘ ਦੇ ਕਿਸੇ ਆਦਮੀ ਨੇ ਪੈਰਾਂ ਤੇ ਮੱਥਾ ਟੇਕਿਆ, ਉਹ ਖੜੇ ਸਨ, ਨਾਰਾਜ਼ ਹੋਏ ਕਿਉਂਕਿ ਸੰਤ ਆਪਣੇ ਧਿਆਨ ਵਿੱਚ ਜਾਂਦੇ ਆ, ਅਸੀਂ ਜੀਵ ਬੈਠੇ ਉਹਨਾਂ ਦੇ ਪੈਰਾਂ ਤੇ ਡਿੱਗ ਪੈਂਦੇ ਆ। ਕਈ ਦਫਾ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਹੈ, ਗਿਰਨ ਦਾ ਬੜਾ ਖਤਰਾ ਹੁੰਦਾ ਹੈ। ਉਹ ਕਾਫੀ ਖਫਾ ਹੋਏ। ਇੱਕ ਪ੍ਰੇਮੀ ਕੋਲੇ ਖੜਾ ਸੀ ਕਿ ਮਹਾਰਾਜ ਜੀ ਦਇਆ ਕਰੋ। ਉਹ ਕਹਿੰਦਾ ਦਇਆ ਦਾ ਟਾਈਮ ਹੁੰਦਾ ਹੈ, ਮੈਂ ਹਰ ਸਤਸੰਗੀ ਦੇ ਕੋਲੇ 3 ਵਜੇ ਜਾਣਾ ਟੋਕਰੀ ਲੈ ਕੇ। ਜਿਹੜੇ ਜਾਗਦੇ ਹੈ ਉਹ ਉਸ ਚੋਂ ਦਾਤ ਲੈ ਲੈਂਦੇ ਆ, ਜਿਹੜੇ ਸੁੱਤੇ ਆ ਮੈਂ ਖੜ ਕੇ ਮੁੜਿਆ ਆਉਣਾ ਹੈ। ਹਾਂਜੀ,
ਦਾਤੀ ਸਾਹਿਬ ਸੰਧਿਆ ਕਿਆ ਚੱਲੇ ਤਿਸ ਨਾਲ ਇਕ ਜਾਗੰਦੇ ਨਾ ਲੈਨ ਇਕ ਨਾ ਸੁਤਿਆਂ ਦੇ ਉਠਾਲ। ਹੁਣ ਆਪ ਪਿਆਰ ਨਾਲ ਕਹਿੰਦੇ ਆ ਕਿ ਦੁਨੀਆ ਦਾਤੇ ਨੂੰ ਛੱਡ ਦਿੰਦੀ ਹੈ, ਦਾਤਾਂ ਦੀ ਭਗਤੀ ਕਰਦੀ ਹੈ, ਦਾਤਾਂ ਨਾਲ ਪਿਆਰ ਪਾਉਂਦੀ ਹੈ। ਲੇਕਿਨ ਫਰੀਦ ਸਾਹਿਬ ਕਹਿੰਦੇ ਤੂੰ ਠੰਡੇ ਦਿਲ ਨਾਲ ਸੋਚੋ ਉਹ ਕੀ ਨਾਲ ਲੈ ਜਾਣਗੇ। ਦਾਤੀ ਸਾਹਿਬ ਸੰਧਿਆ ਕਹਿ ਚੱਲੇ ਤਿਸ ਨਾਲ, ਇਹਦੇ ਵਿੱਚੋਂ ਕੋਈ ਹੈ ਵਸਤੂ ਜਿਹੜੀ ਲੈ ਜਾਓਗੇ। ਇੱਕ ਜਗੰਦੇ ਨਾ ਲੈਣ ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਜਾਗਦੇ ਵੀ ਉਸ ਨੂੰ ਪ੍ਰਾਪਤ ਨਹੀਂ ਕਰਦੇ ਗਏ, ਇੱਕ ਸੁੱਤੇ ਹੋਏ ਨਹੀਂ ਕਿ ਉਹ ਨੀਂਦ ਦੇ ਵਿੱਚ ਸੁੱਤੇ ਸੀ, ਕਿ ਸਾਡੇ ਦਿਲ ਦੇ ਅੰਦਰ ਤੜਫ ਹੈ, ਸੰਤਾਂ ਨਾਲ ਮਿਲਾਪ ਨਹੀਂ। ਬਾਬਾ ਜੈਮਲ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਉਹ ਭਗਤੀ 'ਚ ਗਿਣਿਆ ਜਾਂਦਾ ਹੈ ਜੇ ਅਸੀਂ ਉਹਦੀ ਖੋਜ ਵਿੱਚ ਲੱਗੇ ਹੋਏ ਹਾਂ ਤਾਂ। ਅਗਰ ਅਸੀਂ ਖੋਜ ਦੇ ਵਿੱਚ ਹਾਂ, ਹਜ਼ੂਰ ਕਹਿੰਦੇ ਹੁੰਦੇ ਸੀ ਮਹਾਰਾਜ ਕਿਰਪਾਲ ਬਈ ਭੁੱਖੇ ਨੂੰ ਰੋਟੀ, ਪਿਆਸੇ ਨੂੰ ਪਾਣੀ, ਕੁਦਰਤ ਦਾ ਅਸੂਲ ਹੈ, ਜ਼ਰੂਰ ਮਿਲ ਜਾਂਦੀ ਹੈ। ਤਾਂ ਉਹ ਪ੍ਰਮਾਤਮਾ ਸਾਡਾ ਜ਼ਰੂਰ ਹੀ ਮਿਲਣ ਦਾ ਇੰਤਜ਼ਾਮ ਕਰਦਾ ਹੈ। ਤੁਸੀਂ ਦੇਖ ਲਓ ਕਿਸ ਤਰ੍ਹਾਂ ਹਜ਼ੂਰ ਕਿਰਪਾਲ ਨੂੰ ਬਾਬਾ ਸਾਵਣ ਸਿੰਘ ਦਰਸ਼ਨ ਦਿੰਦੇ ਰਹੇ। 7 ਸਾਲ ਪਹਿਲਾਂ ਦਰਸ਼ਨ ਦਿੰਦੇ ਰਹੇ। ਉਹਨਾਂ ਨੇ ਤਾਂ ਉਹਨਾਂ ਨੂੰ ਦੇਖਿਆ ਨਹੀਂ ਸੀ ਕਿ ਇਹ ਸੁੱਤਿਆਂ ਨੂੰ ਉਠਾਲ ਕੇ ਦੇਣ ਵਾਲੀ ਵਸਤੂ ਸੀ। ਬਾਬਾ ਜੈਮਲ ਸਿੰਘ ਨੂੰ ਬਾਬਾ ਸਾਵਣ ਸਿੰਘ ਨਹੀਂ ਮਿਲੇ ਸਨ। ਕਿੱਥੇ 500-600 ਕਿਲੋਮੀਟਰ ਦਾ ਫਾਸਲਾ ਸੀ, ਕਿੱਥੇ ਉਹਨਾਂ ਦਾ ਆਸ਼ਰਮ, ਕਿੱਥੇ ਕੋਮਰੀ ਦੇ ਪਹਾੜ, ਉੱਥੇ ਜਾ ਪਾਲੇ ਦਾਤ ਦੇਣ ਵਾਸਤੇ ਲੰਘ ਰਹੇ ਸੀ। ਉਹ ਇਹ ਕਹਿੰਦੇ ਸੀ ਵੀ ਸ਼ਾਇਦ ਕੋਈ ਬਜ਼ੁਰਗ ਆਦਮੀ ਕਚਹਿਰੀ ਵਿੱਚ ਆਇਆ, ਕੋਈ ਕਮਿਸ਼ਨਰ ਦੀ ਕਚਹਿਰੀ 'ਚ ਇਹਨੂੰ ਪੈਨਸ਼ਨ ਦਾ ਕੰਮ ਹੋਏਗਾ। ਜੋ ਨੰਗੇ ਬੀਬੀ ਰੁਕੋ ਨੂੰ ਕਹਿਣ ਲੱਗੇ ਕਿ ਅਸੀਂ ਇਹ ਸਰਦਾਰ ਦੀ ਖਾਤਰ ਆਏ ਹਾਂ। ਉਹ ਕਹਿੰਦੀ ਵੀ ਇਹਨਾਂ ਨੇ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਤੱਕ ਨਹੀਂ ਕੀਤੀ। ਉਹ ਕਹਿੰਦੇ ਇਹਨੂੰ ਕੀ ਪਤਾ ਹੈ ਅੱਜ ਤੋਂ ਚੌਥੇ ਦਿਨ ਆਪਣੇ ਸਤਸੰਗ 'ਚ ਆ ਜਾਏਗਾ ਇਹਨੇ। ਉਹ ਕਹਿੰਦੇ ਸਵਾਮੀ ਜੀ ਇਹ ਤੋਂ ਕੰਮ ਲੈਣਾ ਚਾਹੁੰਦੇ ਆ ਔਰ ਇਸ ਨੂੰ ਨਹੀਂ ਪਤਾ ਕਿ ਮੇਰੇ ਭਾਗ ਵਿੱਚ ਕੀ ਹੈ। ਵਾਕਈ ਉਹ ਦੱਸ ਦਿੰਦੇ ਚੌਥੇ ਦਿਨ ਚਲੇ ਗਏ। ਬਾਬਾ ਜੀ ਦਾ ਜੋ ਸਤਸੰਗ ਸੁਣਿਆ ਤਾਂ ਕਹਿੰਦੇ 22 ਸਾਲ ਦੇ ਜਿਹੜੇ ਸ਼ੱਕ ਸ਼ਕੂਕ ਸੀ ਅੰਦਰੋਂ ਨਿਕਲ ਗਏ। ਨਾਮ ਲੈਣ ਵਾਸਤੇ ਧੌਣ ਨੀਵੀਂ ਕਰ ਦਿੱਤੀ, ਉਹਨਾਂ ਨੇ ਭਰਪੂਰ ਕਰ ਦਿੱਤਾ। ਇਹੀ ਹਾਲਤ ਇਸ ਗਰੀਬ ਆਤਮਾ ਦੀ ਸੀ। ਨਾ ਮੈਨੂੰ ਕੋਈ ਹਜ਼ੂਰ ਮਹਾਰਾਜ ਕਿਰਪਾਲ ਦਾ ਪ੍ਰਸ਼ੰਸਾ ਕਰਨ ਵਾਲਾ ਮਿਲਿਆ, ਨਾ ਮੈਨੂੰ ਕੋਈ ਨਿੰਦਿਆ ਕਰਨ ਵਾਲਾ ਮਿਲਿਆ। ਤੁਸੀਂ ਇਹ ਦੇਖ ਸਕਦੇ ਹੋ ਕਿ ਕੀ ਕੌਤਕ ਸੀਗਾ। 500 ਕਿਲੋਮੀਟਰ ਤੇ ਕੋਈ ਸਾਧੂ ਇਹ ਕਹਿ ਦੇ ਕਿ ਬੰਦਾ ਭੇਜੇ ਮੈਂ ਫਲਾਣੇ ਆਦਮੀ ਨੂੰ ਮਿਲਣ ਵਾਸਤੇ ਆਉਣਾ ਹੈ। ਕੀ ਹੈਰਾਨੀ ਨਹੀਂ ਦੁਨੀਆਦਾਰ ਲੋਕਾਂ ਨੂੰ ਬਈ ਮੈਂ ਮਿਲ ਲਾਉਣਾ। ਤੁਸੀਂ ਹੈਰਾਨ ਵੀ ਹੋਵੋਗੇ ਬਈ ਮੈਂ ਉਹਨੂੰ ਜਾਣਦਾ ਨਹੀਂ, ਔਰ ਜਿਹੜਾ ਸੰਨ 'ਚ ਮਿਲਾਉਣ ਵਾਸਤੇ ਉਹ ਮਹਾਰਾਜ ਕਹਿੰਦਾ ਹੈ। ਤੁਸੀਂ ਦੇਖ ਲਓ ਮਹਾਰਾਜ ਕਿਸੇ ਬੰਦੇ ਨੂੰ ਸਮਝ ਲੈਣਾ ਬੜਾ ਹੀ ਮੁਸ਼ਕਿਲ ਹੁੰਦਾ ਹੈ, ਕਿਉਂਕਿ ਸਾਡੇ ਵਰਗੀਆਂ ਕਿਰਿਆਵਾਂ ਦੇ ਵਿੱਚ ਲੱਗਿਆ ਹੁੰਦਾ ਹੈ। ਲੇਕਿਨ ਮੇਰੀ ਜ਼ਿੰਦਗੀ ਦਾ ਜੋ ਬੈਕਗਰਾਉਂਡ ਸੀਗਾ ਉਹ ਤੁਹਾਨੂੰ ਪਤਾ ਹੈ ਕਿ ਕਿੰਨੇ ਸਾਲਾਂ ਦਾ ਉਹਦੀ ਯਾਦ ਵਿੱਚ ਮੈਂ ਬੈਠਾ ਰਿਹਾ। ਨਾ ਦਿਨੇ ਕਿਸੇ ਚੀਜ਼ ਦੀ ਹੋਸ਼ ਸੀ, ਨਾ ਰਾਤ ਨੂੰ ਸੀ। ਬਚਪਨੇ ਤੋਂ ਬਗੈਰ ਪੂਰਾ ਨਾ ਮਿਲੇ ਤੋਂ ਬੰਦੇ ਨੇ ਰਾਤਾਂ ਜਾਗਣੀਆਂ। ਔਰ ਮੈਂ ਦੱਸਦਾ ਹੁੰਦਾ ਕਿ ਕਿਸ ਤਰ੍ਹਾਂ ਇੱਕ ਦਿਨ ਮੈਂ ਰਾਤ ਨੂੰ ਪਿਆ ਸੀ। ਇੱਕ ਆਦਮੀ ਮੇਰੇ ਕੋਲ ਹਰ ਰੋਜ਼ ਆਉਂਦਾ ਸੀਗਾ। ਉਹਨੇ 10 ਵਜੇ ਘਰੇ ਚਲੇ ਜਾਣਾ, 8 ਵਜੇ ਆ ਜਾਣਾ। 2 ਘੰਟਿਆਂ ਦੀ ਸਾਡੀ ਹਰ ਰੋਜ਼ ਮਹਿਫਿਲ ਸੀ। ਇੱਕ ਦਿਨ ਉਹਦੇ ਆਉਣ ਤੋਂ ਪਹਿਲਾਂ, ਹੁਣ ਗੱਲ ਹੱਸਣ ਵਾਲੀ ਵੀ ਹੈ ਔਰ ਇਹਦੇ ਵਿੱਚ ਗਿਆਨ ਵੀ ਹੈ, ਮੈਂ ਸੋਚਿਆ ਕੋਈ ਵਕਤ ਆਏਗਾ ਤੂੰ ਮਰ ਜਾਏਗਾ, ਲੋਕ ਤੇਰੇ ਆਸੇ ਪਾਸੇ ਬੈਠੇ ਹੋਣਗੇ, ਤੂੰ ਬਿਲਕੁਲ ਸਿਰ ਨਹੀਂ ਹਿਲਾ ਸਕੇਗਾ, ਹੱਥ ਨਹੀਂ ਹਿਲਾ ਸਕੇਗਾ। ਮੈਂ ਇਹਨਾਂ ਖਿਆਲਾਂ ਦੇ ਵਿੱਚ ਪਿਆ ਹੋਇਆ ਸੀਗਾ। ਉਹ ਬੰਦਾ ਆ ਗਿਆ।
ਅੱਗੇ ਮੈਂ ਉਹਨੂੰ ਹਮੇਸ਼ਾ ਉੱਠ ਕੇ ਸਤਿ ਸ੍ਰੀ ਅਕਾਲ ਬੋਲਦਾ ਸੀ, ਜੀ ਆਇਆਂ ਕਹਿੰਦਾ, ਬਿਠਾਉਂਦਾ ਵੀ ਪਿਆਰ ਨਾਲ। ਔਰ ਉਸ ਦਿਨ ਮੈਂ ਉਸਨੂੰ ਕੁਛ ਨਹੀਂ ਕਿਹਾ, ਨਾ ਮੈਨੂੰ ਪਤਾ ਹੀ ਲੱਗਿਆ ਵੀ ਮੇਰੇ ਕੋਲੇ ਉਹ ਪ੍ਰੇਮੀ ਆ ਕੇ ਖੜ ਗਿਆ ਹੈ। ਅਖੀਰ ਉਹ ਬੋਲਿਆ ਕਿ ਅੱਜ ਕੀ ਗੱਲ ਹੈ, ਤੁਸੀਂ ਬੋਲੇ ਨਹੀਂ ਗਏ, ਸੌਂ ਗਏ। ਜਦੋਂ ਤਾਂ ਬੋਲ ਸੁਣਿਆ ਮੈਨੂੰ ਹੋਸ਼ ਆਈ, ਮੈਂ ਉੱਠਿਆ। ਮੈਂ ਆਖਿਆ ਨਹੀਂ, ਸੁੱਤਾ ਤਾਂ ਨਹੀਂ ਸੀ ਭਰਾਵਾ, ਮੈਂ ਸ਼ੇਖ ਚਿੱਲੀ ਵਾਂਗੂ ਮਰਿਆ ਪਿਆ ਸੀਗਾ, ਤੇ ਤੇਰੀ ਆਵਾਜ਼ ਵੱਜੀ ਤੋਂ ਮੈਂ ਜਾਗਦਾ ਤਾਂ ਪਹਿਲਾਂ ਵੀ ਸੀ ਤੇ ਬੋਲਦਾ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਵੀ ਉਹ ਕਿਹੜੀ ਤੜਪ ਸੀ ਜਿਹੜੀ ਇਹੋ ਜਿਹੇ ਖਿਆਲ ਨੌਜਵਾਨ ਉਮਰ ਦੇ ਵਿੱਚ ਪੈਦਾ ਕਰੇ ਵੀ ਤੂੰ ਮਰਿਆ ਹੈ, ਮਰੇ ਦੀ ਕੀ ਹਾਲਤ ਹੈ। ਬੰਦੇ ਪਾਸੇ ਬੈਠੇ ਨਜ਼ਰ ਆਉਣ ਤਾਂ ਹਜ਼ੂਰ ਨੂੰ ਇਹ ਤੜਫ ਮਨਜ਼ੂਰ ਸੀ। ਉਹ ਆਇਆ, ਫਿਰ ਉਸ ਜਿਹਨੂੰ ਰੱਬ ਮੰਨਣਾ ਹੋਵੇ ਉਹਨੂੰ ਇਹ ਨਾ ਬੰਦਾ ਪੁੱਛੇ ਤੇਰੀ ਕੀ ਜਾਤ ਹੈ, ਕੀ ਤੂੰ ਤਿਆਗੀ ਹੈ, ਕੀ ਤੂੰ ਗ੍ਰਸਤੀ ਹੈ, ਤੂੰ ਕਿੱਥੇ ਰਹਿਣਾ ਹੈ। ਨਾ, ਐਸੇ ਸਵਾਲ ਮੈਂ ਹਮੇਸ਼ਾ ਦੱਸਦਾ, ਮੈਂ ਆਪਣੇ ਗੁਰੂ ਦੇਵ ਉੱਪਰ ਨਹੀਂ ਕਰੇ। ਜੋ ਰਸਤਾ ਦਿੱਤਾ ਉਹ ਮੈਂ ਇਮਾਨਦਾਰੀ ਨਾਲ ਕਰ ਸਕਿਆ। ਇਹ ਵੀ ਉਹਦਾ ਧੰਨਵਾਦ ਮੈਂ ਕਰਦਾ ਕਿ ਮੈਨੂੰ ਉਹਨੇ ਸੁੱਤੇ ਨੂੰ ਉਠਾਲ ਕੇ ਆਪਣੀ ਭਗਤੀ ਵਿੱਚ ਲਾਇਆ। ਹਾਂਜੀ। ਟੂਟੇਂਦੀ ਏ ਸੁਹਾਗ ਕੂ ਤੋ ਤਨ ਕਾਈ ਕੋਰ, ਜਿਨਾ ਨਾਉ ਸੁਹਾਗਣੀ ਤਿਨਾ ਚਾਕ ਨਾ ਹੋਰ। ਕਿਸੇ ਨੇ ਆ ਕੇ ਫਰੀਦ ਸਾਹਿਬ ਦੇ ਕੋਲੇ ਸਵਾਲ ਕੀਤਾ ਕਿ ਮਹਾਰਾਜ ਜੀ, ਸਾਨੂੰ ਪਰਮਾਤਮਾ ਨਹੀਂ ਮਿਲਦਾ, ਅਸੀਂ ਬਹਿੰਦੇ ਵੀ ਹਾਂ, ਖੋਜ ਵੀ ਕਰਦੇ ਹਾਂ ਔਰ ਚੱਲਣ ਦੀ ਵੀ ਕੋਸ਼ਿਸ਼ ਕਰਦੇ ਹਾਂ, ਪਾਪ ਨਹੀਂ ਕਰਦੇ ਗੇ, ਸਭ ਕੁਛ ਹੀ ਅਸੀਂ ਕਰੀ ਜਾਂਦੇ ਹਾਂ। ਅੱਛਾ, ਸਾਨੂੰ ਪਰਮਾਤਮਾ ਫਿਰ ਕਿਉਂ ਨਹੀਂ ਮਿਲਦਾ ਗਾ? ਕਿ ਸਾਨੂੰ ਵੀ ਕੋਈ ਪਤੀ ਮਿਲੇ ਜਿਹਦੇ ਨਾਲ ਸਾਡੀ ਆਤਮਾ ਸੁਹਾਗਣ ਹੋਵੇ। ਤਾਂ ਫਰੀਦ ਸਾਹਿਬ ਉਹਨੂੰ ਕਹਿਣ ਲੱਗੇ, ਦੇਖ ਪਿਆਰਿਆ, ਜਿਹੜੀਆਂ ਸੁਹਾਗਣਾ ਹੁੰਦੀਆਂ ਨਾ ਉਹ ਦੂਸਰੇ ਆਦਮੀ ਦੀ ਝਾਕ ਨਹੀਂ ਰੱਖਦੀਆਂ ਵੀ ਮੈਨੂੰ ਉਹ ਕੁੜਤਾ ਲਿਆ ਕੇ ਦੇਵੇਗਾ ਜਾਂ ਖਾਣ ਨੂੰ ਲਿਆ ਕੇ ਦੇਵੇਗਾ ਜਾਂ ਪਜਾਮਾ ਦੇਵੇਗਾ ਜਾਂ ਕੀ ਲਿਆ ਕੇ ਦੇਵੇਗਾ। ਪਤੀ ਭੁੱਖਾ ਹੈ ਤਾਂ ਉਹਦੇ ਵਿੱਚ ਸਬਰ ਆ ਉਸਨੂੰ, ਪਤੀ ਜੰਗਲ 'ਚ ਹੈ ਤਾਂ ਉਹਦੀ ਸੇਵਾ ਕਰਕੇ ਉਹ ਖੁਸ਼ ਹੈ। ਉਹਨਾਂ ਨੂੰ ਸੁਹਾਗਣਾ ਨੂੰ ਹੋਰ ਕੋਈ ਝਾਕ ਨਹੀਂ ਹੁੰਦੀ। ਇਸੇ ਤਰ੍ਹਾਂ ਜਿਹੜਾ ਗੁਰੂ ਦੀ ਭਗਤੀ ਕਰਦਾ ਹੈ ਉਹਦੀ ਝਾਕ ਕਿਸੇ ਦੇਵੀ ਦੇਵਤੇ ਦੀ ਤਰਫ ਨਹੀਂ ਹੁੰਦੀ ਵੀ ਮੈਨੂੰ ਆ ਕੇ ਇਹ ਮਦਦ ਕਰੇ। ਦੁੱਖ ਹੈ, ਸੁੱਖ ਹੈ, ਗੁਰੂ ਨਾਨਕ ਕਹਿੰਦੇ ਉਹ ਉਸੇ ਨੂੰ ਧਿਆਉਂਦਾ ਹੈ ਤਾਂ ਕਿ ਕਰਮ ਜਲਦੀ ਕੱਟਿਆ ਜਾਵੇ। ਇਸ ਵਾਸਤੇ ਕਹਿੰਦਾ, ਪਿਆਰਿਆ ਤੂੰ ਅਜੇ ਉਹ ਸੁਹਾਗਣ ਨਹੀਂ ਬਣੀ। ਜਿਹੜੀਆਂ ਸੁਹਾਗਣਾ ਹੁੰਦੀਆਂ ਉਹਨਾਂ ਨੂੰ ਹੋਰ ਕਿਸੇ ਝਾਕ ਨਹੀਂ ਹੁੰਦੀ ਗੀ। ਜਿਹੜੇ ਗੁਰੂ ਦੇ ਭਗਤ ਬਣ ਜਾਂਦੇ ਆ ਉਹਨਾਂ ਨੂੰ ਗੁਰੂ ਤੋਂ ਇਲਾਵਾ ਕਿਸੇ ਪ੍ਰਕਾਰ ਦੀ ਕੋਈ ਝਾਕ ਨਹੀਂ ਹੁੰਦੀ ਗੀ। ਮੈਂ ਇਹ ਲਫ਼ਜ਼ ਆਪਣੇ ਗੁਰੂ ਦੇ ਅੱਗੇ ਉਹਨਾਂ ਦੀ ਦਇਆ ਨਾਲ ਹੀ ਕੱਢ ਸਕਿਆ ਸੀਗਾ ਕਿ ਮੈਂ ਕੋਈ ਪਰਮਾਤਮਾ ਨਹੀਂ ਦੇਖਿਆ, ਖੁਦਾ ਨਹੀਂ ਦੇਖਿਆ, ਕੋਈ ਰਹੀਮ ਨਹੀਂ ਦੇਖਿਆ, ਮੈਂ ਤੈਨੂੰ ਦੇਖਿਆ, ਮੇਰਾ ਤੇਰੇ ਵਿੱਚ ਵਿਸ਼ਵਾਸ ਹੈ। ਤੁਸੀਂ ਸੋਚ ਕੇ ਦੇਖ ਸਕਦੇ ਹੋ, ਤੁਸੀਂ ਪਹਿਲਾਂ ਉਹਨੂੰ ਮਿਲੇ ਨਾ ਹੋ, ਜਾਣਦੇ ਨਾ ਹੋ, ਐਡਾ ਵੱਡਾ ਵਿਸ਼ਵਾਸ। ਜੀਵ ਦੀ ਤਾਕਤ ਨਹੀਂ ਜੇ ਕਵੇ ਮੈਂ ਕੱਢ ਲੂੰਗਾ, ਨਹੀਂ, ਇਹ ਉਹਦਾ ਹੱਥ ਸੀਗਾ। ਤਾਂ ਫਰੀਦ ਸਾਹਿਬ ਨੂੰ ਦੱਸਦੇ ਆ, ਪਿਆਰਿਆ ਜਿਹੜੇ ਸੁਹਾਗਣਾ ਹੁੰਦੀਆਂ ਉਹਨਾਂ ਦੀ ਇਹ ਹਾਲਤ ਹੁੰਦੀ ਹੈ, ਉਹ ਆਤਮਾ ਦੂਜੇ ਪਾਸੇ ਕਿਸੇ ਦੀ ਤਰਫ ਨਹੀਂ ਝਾਕਦੇ ਵੀ ਮੇਰੀ ਉਹ ਆ ਕੇ ਮਦਦ ਕਰੇ। ਉਹਨਾਂ ਦੀ ਗੁਰੂ ਦੀ ਭਗਤੀ, ਗੁਰੂ ਦੇ ਵਿਸ਼ਵਾਸ ਉੱਤੇ ਹੁੰਦਾ ਹੈ ਜੀ। ਸਬਰ ਮੰਜ ਕਮਾਣ ਏ, ਸਬਰ ਕਾ ਨਿਹਣੋ, ਸਬਰ ਸੰਦਾ ਬਾਣ, ਖਾਲਕ ਖਤਾ ਨਾ ਕਰੀ। ਹੁਣ ਫਰੀਦ ਸਾਹਿਬ ਉਸ ਪ੍ਰੇਮੀ ਨੂੰ ਸਮਝਾਉਂਦੇ ਆ, ਸਬਰ ਦੀ ਤਾਂ ਕਮਾਨ ਬਣਾ, ਜਿਹੜਾ ਚਿੱਲਾ ਹੈ ਕਹਿਣ ਲੱਗੇ ਉਹ ਸੰਤੋਖ ਦਾ ਕਰ।
ਫਿਰ ਜਿਹੜਾ ਵੀ ਬਾਣ ਛੱਡੇਗਾ ਉਹ ਖਾਲੀ ਨਹੀਂ ਜਾਏਗਾ। ਕਿਆ ਜਦ ਅਸੀਂ ਸਬਰ ਸੰਤੋਖ ਵਿੱਚ ਆ ਕੇ ਉਸ ਪਰਮਾਤਮਾ ਦੀ ਭਗਤੀ ਕਰਦੇ ਹਾਂ ਔਰ ਫਿਰ ਜੋ ਵੀ ਐਸੀ ਆਤਮਾ ਦੇ ਮੂੰਹ ਚੋਂ ਆਵਾਜ਼ ਨਿਕਲਦੀ ਹੈ ਉਹਨੂੰ ਪਰਮਾਤਮਾ ਸੁਣਦਾ ਹੈ। ਗੁਰੂ ਨਾਨਕ ਕਹਿੰਦੇ ਗੁਰਮੁਖ ਬੋਲਿਆ ਸੋ ਥਾਏ ਪਾਏ, ਮਨਮੁਖ ਬੋਲਿਆ ਥਾਏ ਨਾ ਪਾਏ। ਗੁਰਮੁਖ ਦੀ ਗੱਲ ਉਹ ਪਰਮਾਤਮਾ ਸੁਣਦਾ ਹੈ ਜੋ ਉਹ ਬੋਲਦਾ ਹੈ। ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ, ਸੋਈ ਵਰਤਿਆ ਜਗਤ ਮੈਂ ਘਟ ਘਟ ਮੈਂ ਲੁਣਿਆ। ਇੱਥੇ ਆ ਕੇ ਅਸੀਂ ਸਾਰੇ ਖਤਾ ਖਾ ਜਾਂਦੇ ਹਾਂ ਕਿ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਵਿਰੋਧਤਾ ਕਰਨ ਵਾਲੇ ਸੰਤਾਂ ਦੀ ਬੜੇ ਹੁੰਦੇ ਆ। ਅੱਗੇ ਜਾ ਕੇ ਦੱਸਣਗੇ ਵੀ ਕਿਸ ਤਰ੍ਹਾਂ ਉਹ ਵਿਰੋਧਤਾ ਕਰਨ ਵਾਲਿਆਂ ਨਾਲ ਵੀ ਪਿਆਰ ਕਰਦੇ ਹੈ। ਜੇ ਕਿਸੇ ਨੂੰ ਬਦ ਦੁਆ ਦੇਤੀ ਉਹ ਸਬਰ ਵਾਲਾ ਨਹੀਂ ਕਹਾ ਸਕਦਾ। ਜੇ ਗਰੀਬੀ ਆ ਗਈ ਉਦੋਂ ਰੱਬ ਦੇ ਵਿੱਚ ਨੁਕਸ ਕੱਢਿਆ ਤੇ ਉਹ ਸੰਤੋਖੀ ਨਹੀਂ ਕਹਾ ਸਕਦਾ। ਉਹਦੀ ਕੀ ਭਗਵਾਨ ਸੁਣੇ, ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਭਗਵਾਨ ਤੋਂ ਕੀ ਮੰਗਣਾ ਹੈ। ਅਸੀਂ ਵਸਤੂਆਂ ਮੰਗਦੇ ਹਾਂ, ਉਹ ਮਿਲ ਜਾਂਦੀਆਂ ਹਨ, ਉਹਦੇ ਵਿੱਚ ਹੋਰ ਬਹੁਤ ਸਾਰੇ ਦੁੱਖ ਖੜੇ ਹੋ ਜਾਂਦੇ ਆ, ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ, ਫੇਰ ਘਬਰਾਉਂਦੇ ਆ। ਇਸ ਵਾਸਤੇ ਉਹਨੂੰ ਕਹਿੰਦੇ ਫਰੀਦ ਸਾਹਿਬ ਪਿਆਰਿਆ ਤੂੰ ਇਸ ਤਰ੍ਹਾਂ ਕਰ, ਸਬਰ ਦੀ ਕਮਾਨ ਬਣਾ, ਸੰਤੋਖ ਦਾ ਚਿੱਲਾ ਬਣਾ, ਫਿਰ ਜਿਹੜਾ ਵੀ ਤੇਰਾ ਬਾਣ ਚੱਲੇਗਾ ਉਹਨੂੰ ਪਰਮਾਤਮਾ ਖਤਾ ਕਿ ਉਹਨੂੰ ਅਜਾਏ ਨਹੀਂ ਜਾਣ ਦੇਵੇਗਾ। ਲੇਕਿਨ ਐਸੇ ਲੋਕ ਪਰਮਾਤਮਾ ਦੀ ਭਗਤੀ, ਪਰਮਾਤਮਾ ਅੱਗੇ ਇਹ ਅਰਦਾਸ ਕਰਦੇ ਆ ਕਿ ਹੇ ਪਰਮਾਤਮਾ ਤੂੰ ਇਹਨਾਂ ਲੋਕਾਂ ਨੂੰ ਸਬਰ ਦੇ, ਇਹਨਾਂ ਦਾ ਤਾਲੂ ਜਿਹੜਾ ਹੈ ਉਹ ਠੰਡਾ ਕਰ, ਇਹਨਾਂ ਦੇ ਉੱਤੇ ਵੀ ਦਇਆ ਕਰ ਜੀ। ਸਬਰ ਅੰਦਰ ਸਾਬਰੀ, ਤਨ ਏਵੇਂ ਜਾਲੇਣ, ਹੁਣ ਨਜੀਕ ਖੁਦਾਏ ਦੇ, ਪੇਤ ਨ ਕੀਸੈ ਦੇਣ। ਹੁਣ ਕਹਿੰਦੇ ਕਿਸ ਤਰ੍ਹਾਂ ਦੀ ਉਹ ਮਹਾਤਮਾ ਜ਼ਿੰਦਗੀ ਗੁਜ਼ਾਰਦੇ ਹੈ। ਉਹਨਾਂ ਦੇ ਸਬਰ ਅੰਦਰ ਕਮਾਲ ਦੀ ਦ੍ਰਿੜਤਾ ਹੁੰਦੀ ਹੈ। ਕੁਦਰਤ ਦੇ ਨਿਯਮਾਂ ਮੁਤਾਬਕ ਉਹ ਆਪਣਾ ਜੀਵਨ ਜਿਉਂਦੇ ਹੈ। ਉਹ ਕਦੇ ਵੀ ਭੁੱਲ ਕੇ ਕਿਸੇ ਦੇ ਅੱਗੇ ਇਹ ਨਹੀਂ ਕਹਿੰਦੇ ਕਿ ਸਾਨੂੰ ਭਗਵਾਨ ਮਿਲਿਆ ਹੈ ਜਾਂ ਅਸੀਂ ਕੋਈ ਭਗਵਾਨ ਦੇ ਦੂਤ ਹਾਂ ਜਾਂ ਅਸੀਂ ਕੋਈ ਰੱਬ ਰਹੀਮ ਹੈ, ਕਹਿਣ ਲੱਗੇ ਨਹੀਂ। ਬਿਲਕੁਲ ਸੁਧਾਰਨ ਜ਼ਿੰਦਗੀ ਜਿਉਂਦੇ ਆ। ਸਬਰ ਅੰਦਰ ਸਾਬਰੀ, ਤਨ ਏਵੇਂ ਜਾ ਲੈਣ, ਤਨ ਤੇ ਕੋਈ ਕਸ਼ਟ ਹੈ ਉਹਨੂੰ ਚੱਲ ਲੈਂਦੇ ਆ, ਕਿਉਂਕਿ ਫਿਰ ਸਬਰ ਤਾਂ ਤਦ ਹੀ ਹੋ ਸਕਦਾ ਨਾ ਜੇ ਅਸੀਂ ਉਹਨੂੰ ਚੱਲ ਲਈਏ। ਤਾਂ ਤਨ ਏਵੇਂ ਜੇ ਲੈਣ, ਹੁਣ ਜੀ ਖੁਦਾਏ ਦੇ, ਭੇਦ ਨਾ ਕਿਸੇ ਦੇਣ। ਰੋਮ ਦੇਸ਼ ਦਾ ਬਾਦਸ਼ਾਹ ਸੀ। ਕਚਹਿਰੀ ਦੇ ਅੰਦਰ ਗੱਲ ਚੱਲੀ, ਮੰਤਰੀ ਬੈਠੇ ਸਨ, ਸਭ ਨੂੰ ਪੁੱਛਿਆ ਗਿਆ ਬਈ ਸਬਰ ਕਿਸ ਨੂੰ ਕਹਿੰਦੇ ਆ, ਸ਼ੁਕਰ ਕਿਸ ਨੂੰ ਕਹਿੰਦੇ ਆ। ਸਭ ਨੇ ਆਪੋ ਆਪਣੇ ਦਿਮਾਗ ਦੇ ਮੁਤਾਬਕ, ਖਿਆਲਾਂ ਮੁਤਾਬਕ ਜਵਾਬ ਦਿੱਤੇ, ਲੇਕਿਨ ਬਾਦਸ਼ਾਹ ਨੂੰ ਤਸੱਲੀ ਨਾ ਹੋਈ। ਉਹਨੇ ਆਪਣੇ ਵਜ਼ੀਰ ਨੂੰ ਹਿੰਦੁਸਤਾਨ ਦੇ ਅੰਦਰ ਭੇਜਿਆ ਕਿ ਔਰੰਗਜ਼ੇਬ ਬਾਦਸ਼ਾਹ ਅੱਛਾ ਪੜ੍ਹਿਆ ਲਿਖਿਆ ਹੈ ਖੁਦ, ਔਰ ਉਹਦੀ ਕਚਹਿਰੀ ਦੇ ਅੰਦਰ ਬਹੁਤ ਸਾਰੇ ਪੜ੍ਹੇ ਲਿਖੇ ਆਦਮੀ ਰਹਿੰਦੇ ਹੈ। ਉਹ ਹੋ ਸਕਦਾ ਤਸੱਲੀ ਬਖਸ਼ ਜਵਾਬ ਦੇਵੇ। ਅਗਰ ਉਹ ਜਵਾਬ ਨਾ ਦੇਵੇ ਤਾਂ ਉੱਥੇ ਇੱਕ ਸਰਮਦ ਫਕੀਰ ਹੈ, ਉਹਨੂੰ ਵੀ ਮਿਲਦਾ ਹੈ। ਉਹਨੇ ਔਰੰਗਜ਼ੇਬ ਬਾਦਸ਼ਾਹ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਸਾਡੇ ਬਾਦਸ਼ਾਹ ਸਲਾਮਤ ਨੇ ਮੈਨੂੰ ਤੁਹਾਡੇ ਪਾਸ ਭੇਜਿਆ ਦੂਤ ਰੂਪ। ਮੈਂ ਇਹ ਪੁੱਛਣਾ ਚਾਹੁੰਦਾ ਕਿ ਸਬਰ ਔਰ ਸ਼ੁਕਰ ਕਿਸ ਨੂੰ ਕਹਿੰਦੇ ਆ। ਸਾਰੇ ਆਲਮ ਫਾਜ਼ਿਲ ਬੈਠੇ ਸੀ ਔਰੰਗਜ਼ੇਬ ਦੀ ਕਚਹਿਰੀ 'ਚ। ਨਾ ਔਰੰਗਜ਼ੇਬ ਹੀ ਉਸ ਨੂੰ ਤਸੱਲੀ ਕਰਾ ਸਕਿਆ, ਨਾ ਉਹਦੇ ਅਹਿਲਕਾਰ ਹੀ। ਫਿਰ ਉਹਨੇ ਪੁੱਛਿਆ ਬਾਹਰ ਆ ਕੇ ਵੀ ਇੱਥੇ ਕੋਈ ਸਰਮਦ ਫਕੀਰ ਹੈ। ਕਿਸੇ ਨੇ ਜਾਣਕਾਰੀ ਦਿੱਤੀ, ਹਾਂ ਹੈ। ਇਹ ਔਰੰਗਜ਼ੇਬ ਸਾਧੂ ਫਕੀਰਾਂ ਨੂੰ ਬਹੁਤ ਤੰਗ ਕਰਦਾ ਹੈ ਤੇ ਇਸ ਨੇ ਬਹੁਤ ਸਾਰੇ ਸਾਧੂ ਫਕੀਰਾਂ ਨੂੰ ਕਤਲ ਵੀ ਕਰਾ ਦਿੱਤਾ ਹੈ ਵੀ ਮੈਨੂੰ ਕਰਾਮਾਤ ਦਿਖਾਓ। ਲੇਕਿਨ ਮਹਾਤਮਾ
ਵੱਡੀ ਕਰਾਮਾਤ ਇਹ ਸਮਝਦੇ ਹੈ ਕਿ ਉਸ ਦਾ ਭਾਣਾ ਮੰਨ ਲੈਣਾ, ਸਬਰ ਕਰ ਲੈਣਾ। ਤੋ ਸਰਮਦ ਇਸ ਨੇ ਕੈਦ ਕੀਤਾ ਹੋਇਆ ਹੈ ਤੇ ਕਈ ਜਿੰਦਿਆਂ ਦੇ ਅੰਦਰ ਰੱਖਿਆ ਹੋਇਆ ਹੈ, ਪਰ ਉਹਦੇ ਕੋੜੇ ਵੀ ਲੱਗਦੇ ਹੈ। ਉਸ ਨੂੰ ਖਾਣ ਨੂੰ ਇੱਕ ਕੋਧਰੇ ਦੀ ਜਮਾਂ ਦੀ ਫੁਲਕਾ ਮਿਲਦਾ ਹੈ, ਪਿਆਲਾ ਪਾਣੀ ਦਾ ਮਿਲਦਾ, ਇੱਕ ਨਿਮਕ ਦੀ ਡਲੀ ਛੋਟੀ ਜਿਹੀ ਮਿਲਦੀ ਹੈ। ਉਹ ਪੁੱਛ ਪੁਛਾ ਕੇ ਅਖੀਰ ਉੱਥੇ ਚਲਿਆ ਗਿਆ। ਆਵਾਜ਼ ਦਿੱਤੀ, ਅੰਦਰ ਕੋਈ ਲਾਈਟ ਨਹੀਂ ਸੀ, ਜਿਸਮ ਤੇ ਕੋਈ ਕੱਪੜਾ ਨਹੀਂ ਸੀਗਾ। ਸਰਮਦ ਬੂਹੇ ਅੱਗੇ ਸੀਖਾਂ ਅੱਗੇ ਆ ਕੇ ਕਹਿਣ ਲੱਗਿਆ, ਹਾਂ ਬਾਈ ਕੌਣ ਹੈ ਆਵਾਜ਼ ਲਾਉਂਦਾ। ਲੇਕਿਨ ਜਦ ਉਹਨੇ ਇੰਨੀ ਗੱਲ ਕਹੀ, ਉਦੋਂ ਹੀ ਜਿਹੜਾ ਕੋੜੇ ਲਾਉਂਦਾ ਹੁੰਦਾ ਸੀ ਉਹ ਜਲਾਦ ਆ ਗਿਆ, ਜਿਸ ਦੀ ਕਿ ਭਿਆਨਕ ਸ਼ਕਲ ਸੀ। ਜਲਾਦ ਨੇ ਆ ਕੇ ਉਹਦੇ ਕੋੜੇ ਲਾਏ, ਉਹਨੇ ਸੀ ਤੱਕ ਨਹੀਂ ਕੀਤੀ, ਚੁੱਪ ਕਰਕੇ ਉਹਨਾਂ ਨੂੰ ਚੱਲ ਲਿਆ। ਇਤਨੇ ਨੂੰ ਕੋਧਰੇ ਦੀ ਰੋਟੀ ਲੈ ਕੇ ਆਇਆ, ਪਾਣੀ ਥੋੜਾ ਜਿਹਾ ਲਿਆਇਆ ਉਹਦੀ ਪਿਆਲੀ ਜਿੰਨਾ। ਉਸਨੇ ਉਸ ਅੱਲਾਹ ਤਾਲਾ ਭਗਵਾਨ ਨੂੰ ਭੋਗ ਲਵਾ ਕੇ ਤੇ ਖੁਸ਼ ਹੋ ਕੇ ਖਾ ਲਿਆ। ਉਹ ਬੰਦਾ ਕਹਿਣ ਲੱਗਿਆ, ਜੀ ਮੈਂ ਤਾਂ ਤੁਹਾਡੇ ਕੋਲੇ ਐਸ ਸਵਾਲ ਲੈ ਕੇ ਆਇਆ ਵੀ ਸਬਰ ਕਿਸ ਨੂੰ ਕਹਿੰਦੇ ਆ, ਸ਼ੁਕਰ ਕਿਸ ਨੂੰ ਕਹਿੰਦੇ ਆ, ਮੈਨੂੰ ਇਹ ਦੱਸੋ। ਉਹ ਕਹਿੰਦੇ ਜਵਾਬ ਤਾਂ ਤੈਨੂੰ ਦਿੱਤਾ ਦੇ, ਪਰ ਤੇਰੀ ਸਮਝ ਨਹੀਂ ਆਇਆ। ਤੂੰ ਐਸੇ ਕਰੀ, ਕੱਲ ਇੱਕ ਤਾਂ ਕੋਈ ਚਾਦਰ ਲਿਆਈ, ਇੱਕ ਪਾਣੀ ਦੀ ਮਸ਼ਕ ਲਿਆਈ, ਤੈਨੂੰ ਫਿਰ ਮੈਂ ਅੱਛੀ ਤਰ੍ਹਾਂ ਦੱਸੂਗਾ। ਉਹ ਕਹਿੰਦਾ ਜਿੰਦੇ ਲੱਗੇ ਆ। ਉਹ ਕਹਿੰਦਾ ਜਿਹੜਾ ਮਾਲਕ ਤੈਨੂੰ ਰੋਮ ਤੋਂ ਇੱਥੇ ਲਿਆਇਆ ਉਹ ਤੈਨੂੰ ਅੰਦਰ ਵੀ ਲੈ ਆਏਗਾ। ਅਗਲੇ ਦਿਨ ਆਇਆ, ਕੁਦਰਤ ਨੇ ਸਾਥ ਦਿੱਤਾ, ਜਿੰਦੇ ਵਗੈਰਾ ਖੁੱਲ ਗਏ, ਅੱਗੇ ਲੰਘ ਗਿਆ। ਉਹਨਾਂ ਨੇ ਉਹਦੇ ਨਾਲ ਪਾਣੀ ਦੇ ਨਾਲ ਹੱਥ ਮੂੰਹ ਧੋਤਾ ਔਰ ਪਿੰਡੇ ਨੂੰ ਪੂੰਝਿਆ ਚਾਦਰ ਨਾਲ। ਕਹਿਣ ਲੱਗੇ, ਲੈ ਵੀ ਪਿਆਰਿਆ, ਤੂੰ ਇੱਥੇ ਮੇਰੇ ਕੋਲੇ ਅਭਿਆਸ ਅੰਦਰ ਬਹਿ ਜਾ, ਮੈਂ ਵੀ ਬਹਿਣਾ। ਜਦੋਂ ਮੈਂ ਤੈਨੂੰ ਉਠਾਉਂ ਉਦੋਂ ਹੀ ਉੱਠਣਾ ਹੈ, ਬੋਲਣਾ ਨਹੀਂ। ਬਹਿ ਗਏ। ਅੰਦਰ ਕੀ ਦੇਖਦਾ ਹੈ, ਉੱਪਰਲੇ ਮੰਡਲਾਂ ਦੇ ਵਿੱਚ ਬਹੁਤ ਹੀ ਸ਼ਕਤੀਆਂ ਜੋ ਮੰਡਲਾਂ ਦੇ ਵਿੱਚ ਕੰਮ ਕਰਦੀਆਂ ਸਨ, ਸਭ ਸਮਸਤ ਵੇਈ ਨੂੰ ਕਹਿੰਦੀਆਂ, ਤੂੰ ਸਾਨੂੰ ਕਹਿ, ਅਸੀਂ ਇਹਦੀ ਬਾਦਸ਼ਾਹੀ ਗਰਕ ਕਰ ਦਿੰਦੇ ਹਾਂ। ਤੂੰ ਸਾਨੂੰ ਕਹਿ, ਦਿੱਲੀ ਦੀ ਇੱਟ ਨਾ ਇੱਟ ਪੜ੍ਹਾ ਦਿੰਦੇ ਹਾਂ। ਜੋ ਕਵੇਂ ਅਸੀਂ ਕਰਨ ਨੂੰ ਤਿਆਰ ਹਾਂ, ਤੈਨੂੰ ਇੰਨੇ ਕਸ਼ਟ ਦਿੰਦਾ ਹੈ। ਲੇਕਿਨ ਉਹਨੇ ਸਭ ਨੂੰ ਸ਼ਾਂਤ ਰਹਿਣ ਵਾਸਤੇ ਕਿਹਾ, ਨਾ ਬਈ ਸ਼ਾਂਤ ਰਹੋ, ਸ਼ਾਂਤੀ 'ਚ ਹੀ ਫਾਇਦਾ ਹੈ, ਮਾਲਕ ਦਾ ਭਾਣਾ ਹੀ ਹੈ। ਉਹ ਹੁਣ ਤਵੱਜੋ ਦੇ ਕੇ ਉਸ ਵਜ਼ੀਰ ਨੂੰ ਵੀ ਨਾਲ ਬਿਠਾਇਆ ਹੋਇਆ ਸੀਗਾ ਵੀ ਤੂੰ ਦੇਖ। ਜਦੋਂ ਉਹਨੇ ਸਭ ਕੁਝ ਦੇਖਿਆ ਔਰ ਬੜਾ ਪਰੇਸ਼ਾਨ ਹੋਇਆ ਵੀ ਇਹਨਾਂ ਲੋਕਾਂ ਨੂੰ ਸਮਰੱਧ ਦੀ ਤਾਕਤ ਦਾ ਨਹੀਂ ਪਤਾ, ਤੇ ਸਰਮਦ ਵੀ ਵੇਖ ਫਕੀਰ ਕਿਹੋ ਜਿਹਾ ਹੈ ਜਿਹਨੂੰ ਇੰਨੀਆਂ ਹੀ ਸ਼ਕਤੀਆਂ ਦਾ ਮਾਲਕ ਹੈ, ਤੇ ਫਿਰ ਉਹਨਾਂ ਨੂੰ ਇਹ ਵਰਤ ਨਹੀਂ ਰਿਹਾ, ਤੇ ਕਸ਼ਟ ਕਿੰਨਾ ਚੱਲ ਰਿਹਾ ਸਰੀਰ ਦੇ ਉੱਤੇ। ਇਸੇ ਤਰ੍ਹਾਂ ਜਦ ਮਹਾਰਾਜ ਕਿਰਪਾਲ ਵਾਰ-ਵਾਰ ਸਾਵਣ ਨੂੰ ਕਹਿੰਦੇ ਸੀ ਕਿ ਜਿਹੜਾ ਬਾਕੀ ਦਾ ਕੰਮ ਹੈ ਨਾਮਦਾਨ ਦਾ, ਉਹ ਵੀ ਤੁਸੀਂ ਕਰੋ, ਤੁਸੀਂ ਆਪਣੀ ਸਿਹਤ ਖੁਦ ਠੀਕ ਕਰ ਸਕਦੇ ਹੋ, ਤੁਸੀਂ ਕਰੋ, ਸਾਥੋਂ ਝੱਲਿਆ ਨਹੀਂ ਜਾਂਦਾ। ਇਹਨਾਂ ਨੇ ਰੋਜ਼ ਬੇਨਤੀ ਕਰਨੀ। ਇੱਕ ਦਿਨ ਸਾਵਣ ਦੀ ਮੌਜ ਉੱਠੀ। ਉਹ ਕਹਿਣ ਲੱਗਿਆ, ਕਿਰਪਾਲ ਸਿੰਘ ਤੂੰ ਮੇਰੇ ਕੋਲੇ ਆ ਕੇ ਬਿਆਸ ਤੇ ਬੈਠ। ਉਹ ਮੰਜੇ 'ਚ ਪਏ ਸਨ, ਉਹ ਜਾ ਕੇ ਬੈਠ ਗਏ। ਕਹਿਣ ਲੱਗੇ, ਅੱਜ ਫੈਸਲਾ ਹੋਣਾ ਸੱਚਖੰਡ ਦੇ ਵਿੱਚ, ਉਹ ਦੇਖਣਾ ਹੈ। ਤਵੱਜੋ ਦਿੱਤੀ, ਚਲੇ ਗਏ ਅੰਦਰ। ਉੱਥੇ ਦੇਖਦੇ ਆ ਜਿੰਨੇ ਵੀ ਸੰਤ ਪਹੁੰਚੇ ਸਨ, ਗੁਰੂ ਨਾਨਕ, ਕਬੀਰ, ਮੌਲਾਨਾ ਰੂਮ, ਸਮਸਤਬਰੇ, ਸਾਰੇ ਸੰਤ ਬਾਬਾ ਜੈਮਲ ਸਿੰਘ ਪਹੁੰਚੇ ਹੋਏ ਸਨ। ਸਾਰੇ ਇਸ ਗੱਲ ਦੇ ਉੱਤੇ ਸਹਿਮਤ ਵੀ ਅਜੇ ਕੁਛ ਵਕਤ ਹੋਰ ਸਾਵਣ ਸਿੰਘ ਨੂੰ ਇਸ ਸੰਸਾਰ ਵਿੱਚ ਛੱਡੋ। ਲੇਕਿਨ ਬਾਬਾ ਜੈਮਲ ਸਿੰਘ ਨਹੀਂ ਮੰਨੇ। ਉਹ ਕਹਿਣ ਲੱਗੇ, ਇਸ ਵੇਲੇ ਹਾਲਾਤ ਬਹੁਤ ਖਰਾਬ ਹੈ, ਮੈਂ ਉਹਨਾਂ ਨੂੰ ਨਹੀਂ ਰਹਿਣ ਦੇਵਾਂਗਾ। ਹੁਣ ਆਪੋ ਆਪਣੇ ਵਕਤਾਂ ਦੇ ਵਿੱਚ ਸੰਤ ਮਹਾਤਮਾ ਅਗਰ ਕੋਈ ਇਹਨਾਂ ਗੱਲਾਂ ਦਾ ਚਿਹਨਾਕਾਰ ਹੋਵੇ ਤਾਂ ਅਸੀਂ ਆਪਦੇ ਦਿਲ 'ਚ ਕੰਘੀ ਮਾਰਨੀ ਵੀ ਅਸੀਂ ਦਿਲ ਵਿੱਚ ਕੀ ਲੈ ਕੇ ਫਿਰਦੇ ਹਾਂ, ਕੀ ਲੈ ਕੇ ਅਭਿਆਸ ਤੇ ਬਹਿੰਦੇ ਹਾਂ। ਇਹ ਨਹੀਂ ਕਿ ਦਿਲ ਵਿੱਚ ਕੁਛ ਹੈ, ਬੈਠਦੇ ਕਿਤੇ ਹੈ। ਉਹ ਮਾਲਕ ਅੰਦਰ ਬੈਠਾ ਹੈ, ਮੈਂ ਦੱਸਦਾ ਨਾ, ਅਸੀਂ ਉਸ ਨੂੰ ਧੋਖਾ ਨਹੀਂ ਦੇ ਸਕਦੇ। ਸੋ ਇਸ ਤਰ੍ਹਾਂ ਉਹ ਜਵਾਬ ਲੈ ਕੇ ਗਿਆ ਵੀ ਕਿਸ ਤਰ੍ਹਾਂ ਮਾਲਕ ਦੇ ਪਿਆਰੇ ਸਬਰ ਔਰ ਸ਼ੁਕਰ ਵਿੱਚ ਰਹਿੰਦੇ ਹੈ। ਇਸੇ ਤਰ੍ਹਾਂ ਮੌਲਾਨਾ ਮਨਸੂਰ ਨੂੰ
ਜਦ ਸੂਲੀ ਤੇ ਦੇਣ ਲੱਗੇ ਉਸ ਦੇ ਹੱਥ ਵੱਢੇ ਗਏ। ਜਲਾਦਾ ਨੇ ਕਿਹਾ, ਹੁਕਮ ਲੱਗਿਆ ਤੇਰੇ ਹੱਥ ਕੱਟਣੇ ਆ। ਉਹ ਕਹਿੰਦਾ ਕੱਟ ਲਓ, ਮੈਨੂੰ ਇਹਨਾਂ ਹੱਥਾਂ ਦੀ ਜ਼ਰੂਰਤ ਨਹੀਂ। ਮੇਰੇ ਕੋਲੇ ਉਹ ਹੱਥ ਹਨ ਰੂਹਾਨੀਅਤ ਦੇ, ਮੈਂ ਅਰਸ਼ ਦੇ ਕਿੰਗਰੇ ਤੇ ਹੱਥ ਪਾ ਕੇ ਚੜ੍ਹ ਸਕਦਾ ਹਾਂ। ਫਿਰ ਉਹਨਾਂ ਨੇ ਕਿਹਾ ਪੈਰ ਕੱਟਣ ਦਾ ਹੁਕਮ ਹੈ। ਕਹਿੰਦਾ ਕੱਟੋ, ਮੈਨੂੰ ਇਹਨਾਂ ਪੈਰਾਂ ਦੀ ਲੋੜ ਨਹੀਂ। ਮੇਰੇ ਕੋਲੇ ਰੂਹਾਨੀ ਪੈਰ ਹਨ ਜੋ ਮੈਂ ਸੱਚਖੰਡ ਪਹੁੰਚ ਸਕਦਾ ਹਾਂ। ਉਹਨਾਂ ਨੇ ਕਿਹਾ ਅੱਖਾਂ ਕੱਢਣੀਆਂ, ਉਹ ਕਹਿੰਦੇ ਕੱਢ ਲਓ, ਮੈਨੂੰ ਇਹਨਾਂ ਅੱਖਾਂ ਦੀ ਲੋੜ ਨਹੀਂ। ਮੇਰੇ ਉਹ ਅੱਖਾਂ ਹਨ ਜੋ ਬੱਕਾ ਪਰਮਾਤਮਾ ਨੂੰ ਦੇਖਦੀਆਂ ਹਨ। ਸਭ ਕੁਝ ਕੱਟ ਕੇ ਜਦੋਂ ਜਵਾਨ ਦਾ ਕਿਹਾ ਵੀ ਤੇਰੀ ਜਵਾਨ ਕੱਟਣੀ ਹੈ, ਉਹ ਕਹਿਣ ਲੱਗਿਆ 1 ਮਿੰਟ, ਮੈਂ ਇਹ ਜਵਾਨ ਨਾਲ ਥੋੜਾ ਜਿਹਾ ਆਪਦੇ ਗੁਰੂ ਦੇਵ ਦਾ, ਪਰਮਾਤਮਾ ਅੱਲਾਹ ਤਾਲਾ ਦਾ ਸ਼ੁਕਰ ਕਰ ਲਵਾਂ ਕਿ ਮੇਰੀ ਤਾਕਤ ਨਹੀਂ ਸੀ ਕਿ ਮੈਂ ਇਸ ਇਮਤਿਹਾਨ ਦੇ ਵਿੱਚ ਪਾਸ ਹੋ ਜਾਂਦਾ। ਇਹ ਸਭ ਤੇਰੀ ਹੀ ਦਇਆ ਸੀ ਕਿ ਮੈਂ ਪਾਸ ਹੋ ਚੁੱਕਿਆ। ਤਾਂ ਪਰਮਾਤਮਾ ਕਹਿਣ ਲੱਗੇ ਕਿਉਂ ਬਈ, ਜੇ ਤੂੰ ਕਹੇ ਤਾਂ ਮੈਂ ਇਹਨਾਂ ਨੂੰ ਸਜ਼ਾ ਦੇਵਾਂ ਜਿਵੇਂ ਤੂੰ ਕਹੇ। ਉਹ ਕਹਿੰਦਾ ਜੇ ਮੈਥੋਂ ਕੁਝ ਕਹਾਉਣਾ ਉਹ ਇਹ ਹੈ ਕਿ ਇਹਨਾਂ ਤੇ ਵੀ ਦਇਆ ਕਰਦੇ, ਇਹ ਪਛਾਣ ਲੈਣ ਕਿ ਮਨਸੂਰ ਦੇ ਦਿਲ 'ਚ ਕੀ ਹੈ ਸਾਡੇ ਵਾਸਤੇ। ਉਹ ਕਹਿੰਦੇ ਦੇਖ ਵੀ ਬੇਟਾ ਐਸਾ ਨਹੀਂ ਹੁੰਦਾ। ਸੋ ਆਪ ਪਿਆਰ ਨਾਲ ਕਹਿੰਦੇ ਆ ਕਿ ਉਹਨਾਂ ਦੇ ਅੰਦਰ ਸਬਰ ਕਮਾਲ ਦਾ ਹੁੰਦਾ ਹੈ। ਹਮੇਸ਼ਾ ਹੀ ਗੁਰੂ ਅਰਜਨ ਦੇਵ ਤੇ ਜਾਂ ਤੱਤੇ ਤਵੇ ਤੇ, ਤੁਹਾਨੂੰ ਪਤਾ ਗੈਰ ਮਨੁੱਖੀ ਤਸੀਹੇ ਸਨ, ਤੱਤੇ ਤਵੇ ਤੇ ਬਿਠਾ ਦਿੱਤਾ, ਹੇਠ ਅੱਗ ਜਾਲ ਦਿੱਤੀ, ਗਰਮ ਪਾਣੀ 'ਚ ਬਿਠਾ ਦਿੱਤਾ, ਸਬਰ ਨਹੀਂ ਆਇਆ, ਫਿਰ ਗਰਮ ਰੇਤਾ ਸਿਰ ਵਿੱਚ ਪਾਉਣ ਲੱਗ ਗਏ। ਮੀਆਂ ਮੀਰ ਜਿਹੜਾ ਕਿ ਉਹਨਾਂ ਦਾ ਮਿੱਤਰ ਸੀ, ਉਹ ਗਿਆ, ਕਹਿੰਦਾ ਗੁਰਦੇਵ ਇਹ ਤੂੰ ਮੈਨੂੰ ਮਾੜਾ ਜਿਹਾ ਹੁਕਮ ਦੇ, ਮੈਂ ਲਾਹੌਰ ਦੀ ਇੱਟ ਨਾਲ ਇੱਟ ਪੜਾ ਸਕਦਾ। ਉਹ ਕਹਿੰਦਾ ਮੀਆਂ ਮੀਰ ਇਹ ਤਾਂ ਮੈਂ ਵੀ ਕਰ ਸਕਦਾ, ਪਰ ਗੁਰੂ ਦੇਵ ਦਾ ਭਾਣਾ ਕੌਣ ਮੰਨੇਗਾ। ਤੇਰਾ ਭਾਣਾ ਮੀਠਾ ਲਾਗੇ, ਨਾਮ ਪਦਾਰਥ ਨਾਨਕ ਮੰਗੇ। ਜਿਸ ਚੰਦੂ ਸਵਾਈ ਦੇ ਹੁਕਮ ਨਾਲ ਤਸੀਹੇ ਦਿੱਤੇ ਜਾ ਰਹੇ ਸਨ, ਉਹਦੇ ਘਰੇ ਨੂੰਹ ਜਿਹੜੀ ਸੀ ਉਹ ਉਹਨਾਂ ਦੀ ਨਾਮ ਲੇਵਾ ਸੀ। ਜਦ ਨੂੰਹ ਨੂੰ ਪਤਾ ਲੱਗਿਆ ਤਾਂ ਉਹ ਰਾਤ ਨੂੰ ਵੀ ਮੈਂ ਦਰਸ਼ਨ ਤਾਂ ਕਰਾਂ, ਮੈਂ ਦੁਖੀ ਹਾਂ। ਤੁਹਾਨੂੰ ਪਤਾ ਹੈ ਤੁਹਾਡੇ ਗੁਰੂ ਨਾਲ ਅਗਰ ਕੋਈ ਐਸਾ ਸਰੂਕ ਹੁੰਦਾ ਹੋਵੇ ਤੇ ਬੰਦਾ ਕੀ ਨਹੀਂ ਕਰਦਾ। ਜਦ ਉਹ ਜਾਣ ਲੱਗੇ ਸੰਤਰੀ ਨੇ ਰੋਕ ਲਈ ਵੀ ਇਸ ਵੇਲੇ ਤੂੰ ਕੌਣ ਹੈ ਰਾਤ ਨੂੰ, ਕਿਉਂਕਿ ਮਹੱਲਾ ਦੇ ਵਿੱਚ ਸੰਤਰੀ ਸੀ, ਮਹੱਲਾਂ 'ਚ ਕੌਣ ਰੋਕ ਸਕਦਾ ਸੀ ਉਹਨੂੰ, ਲੇਕਿਨ ਸੰਤਰੀ ਨੇ ਤਾਂ ਅੱਗੇ ਰੋਕਣਾ ਸੀ ਵੀ ਇੱਧਰ ਕੌਣ ਹੈ। ਜੋ ਟੂਮ ਛੱਲਾ ਸੀ ਉਹਨੇ ਸਾਰਾ ਹੀ ਉਸ ਨੂੰ ਦੇ ਦਿੱਤਾ, ਵੇ ਵੀਰਾ ਮੈਂ ਕੁਛ ਨਹੀਂ ਕਹਿੰਦੀ, ਬਸ ਦਰਸ਼ਨ ਹੀ ਕਰਨੇ ਉਹਦੇ ਜਿਹਨੂੰ ਸਜ਼ਾ ਹੋ ਰਹੀ ਹੈ। ਤੋ ਪੈਰਾਂ ਤੇ ਡਿੱਗੀ ਜਾ ਕੇ ਉੱਥੇ ਇੱਕ ਮਹਾਤਮਾ ਕਥਨ ਕਰਦਾ ਹੈ, ਉਹ ਕੀ ਕਹਿੰਦੀ ਹੈ, ਭਾਣਾ ਵਰਤ ਗਿਆ ਅੱਜ ਲਾਹੌਰ ਉੱਤੇ, ਸੋਹਣੀ ਜਿੰਦੜੀ ਦੁਖੜੇ ਸਹੀ ਜਾਂਦੀ ਹੈ। ਤੱਤੀ ਲੋਹ ਉੱਤੇ ਬੈਠੇ ਗੁਰੂ ਅਰਜਨ ਤੇ ਤੱਤੀ ਰੇਤ ਵਿੱਚ ਸੀਸ ਦੇ ਪਈ ਜਾਂਦੀ, ਐਸ ਵੇਲੜੇ ਥੰਮੀਆਂ ਕੌਣ ਦੇਵੇ, ਮੇਰੀ ਅੰਦਰੋਂ ਜਿੰਦੜੀ ਢਈ ਜਾਂਦੀ ਹੈ। ਹਾਂਜੀ। ਸਬਰ ਇਹੋ ਸੁਆਓ, ਜੇ ਤੂੰ ਬੰਦਾ ਦ੍ਰਿੜ ਕਰੈ, ਵਦ ਥੀਵੈ ਦਰਿਆਓ, ਟੂਟ ਨ ਥੀਵੈ ਵਾਹੜਾ। ਹੁਣ ਆਪ ਕਹਿੰਦੇ ਆ ਉਹ ਸਬਰ ਦਾ ਫਾਇਦਾ ਹੈ ਜਿਹੜਾ ਆਖਰੀ ਟਾਈਮ ਤੱਕ ਦ੍ਰਿੜ ਕਰੇ ਕਿ ਮੈਂ ਇਸ ਤੋਂ ਪਾਸੇ ਨਹੀਂ ਹੋਣਾ, ਤੇ ਕਹਿਣ ਲੱਗੇ ਐਸਾ ਨਾ ਹੋਵੇ ਜਿਵੇਂ ਦਰਿਆ ਟੁੱਟ ਜਾਂਦਾ ਹੈ, ਬੰਨਾ ਸਾਰਿਆਂ ਨੂੰ ਰੋੜ ਲ ਜਾਂਦਾ ਹੈ, ਕਿਤੇ ਸਬਰ ਰੱਖਦਾ ਰੱਖਦਾ ਲੋਕਾਂ ਨੂੰ ਬਦਦੁਆਈਆਂ ਦੇਣ ਬੈਠ ਜਾਵੇਂ, ਕਰਾਮਾਤਾਂ ਦਿਖਾਉਣ ਲੱਗ ਜਾਵੇਂ। ਕਹਿਣ ਲੱਗੇ ਉਹ ਤੇਰਾ ਪਹਿਲੇ ਸਬਰ ਦਾ ਵੀ ਕੀ ਫਾਇਦਾ। ਮੈਂ ਦੱਸਦਾ ਹੁੰਦਾ ਕਿ ਮਹਾਤਮਾ ਚਤਰਦਾਸ ਨੇ ਕਿਹਾ ਸੀ, ਚਤਰਦਾਸ ਤਦੇ ਨੱਕ ਰਹਿੰਦਾ, ਨਿਭ ਜਾਵੇ ਜੇ ਓੜ ਪ੍ਰਭੂ। ਇਹ ਤਾਂ ਜ਼ਿੰਦਗੀ ਦੇ ਨਾਲ, ਕਿਉਂਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾਅ ਚੜਾਓ ਆਉਂਦੇ ਹੈ,
उस वेले बंदा अडोल रह गया, सबर रख लिया तो बच जाएगा। मैं एक महात्मा की कहानी दसदे हुंदे आ कि किस तरह वो बाजार विच जांदे सन। घर उहदा एक वेसवाद दे नौजवान लड़की दे नज़दीक ही सीगा। जद वो महात्मा ने कोल दी चेलियां दे नाल लंघना, उन्हें सवाल करना कि मूँह ते दाढ़ी है कि झाड़ी है। उन्होंने चुप रहना। जद अंत समा आया, उस वेले की कीता, वो कहंदे वो लड़की नूं सदो। जद सद्या, कहंदे बेटी अज वो सवाल कर। वो कहंदे तू मैं रोज तेनू पुछदी सैं, तू उदों ना कहा। वो कहंदा मन दा की पता सीगा, बेईमान गरा दिंदा। अज मैं बेटी अपनी दाढ़ी साबत लै चलिया, मैं कबर च पै के ये गल कह रहा तेनू। तो यही फरीद साहब कह रहे हैं। फरीद साहब की एक जिंदगी की बड़ी जबरदस्त साखी है कि आप अपने गुरु के चरणों में सेवादार के रूप में काम करते सी। सुबह पानी लिया, गर्म करना, नवाउना। अज की तरह बिजलियां के तो साधन नहीं सन, लोग अग्गां बालते सन। एक दिन अग्गां बुझ गई, फरीद के घरों बुझ गई, क्योंकि अज की तरह दिया सलाई मचस वगैरह नहीं सी। और नेड़े ही घर एक वेसवा दा सी, और उस वेले उहदे घरे हुक्के दी आवाज़ आ रही सी, क्योंकि उहदे नौकरां ने अग रखी हुई सी, हुक्के ते भी रखी सी। फरीद उधर चलिया गया, और वह हमेशा ही फरीद नूं ये कहंदी हुंदी सी, होर तां सारे आउंदे आ, तूं कदे आया ही नहीं। उहनूं हमेशा कां बहेड़ियां, कां भरियां अखां नाल झाकना, उहने नीवीं पा जानी, गुरु दा ध्यान धर लेना। हुण उस दिन सरिया ना चलिया गया। उस औरत ने सोचा भी इस मौके तो फायदा उठावां। वो कहन लगी तू किवें आया? वो कहन लगा मैं अग लैण वास्ते आया, साडे अग बुझ गई, मैं अपने मुर्शिद दा इशनान कराउणा पानी गर्म करके। वो कहंदी कि मुफ्त नहीं इत्थों अग मिलदी गी, मुल ना मिलेगी। वो कहंदा भी भैन जी तू मैनू दस की मुल लैंगी? वो कहंदी अख। तो फरीद साहब ने बिल्कुल झाकिया नहीं किसी पासे, उंगल पाई ते डेला कढ़ के उहदे अगे रखता। और वो आत्मा जिहड़ी सी लड़की अंदर वो कंब गई देख के भी है मैं तैनू मखौल कीता सीगा बई, ते ये मेरे ख्याल नूं समझिया नहीं गा, ते इहने सच्ची मुच्ची अख कढ़ के मेरे हाथे रख दी। वो डरी। फरीद ने सोचा कि मुर्शिद नूं भी पता ना लग जाए। उन्हें बड़ी जल्दी अख ते पट्टी बन ली, खून बंद होया, चलिया गया। पानी गर्म किया, मुर्शिद दे अगे रखिया। मुर्शिद ने देखिया बई ओए तू पट्टी बधी अख ते की गल है सुभाई? वो कहन लग्या महाराज जी अख आई हुई है, क्योंकि असी पंजाबी लोग हमेशा ही अख दुखदी होवे, चोट लगी होवे ते कहांगे अख आई है। वो कहंदे बेटा जे आई है तो फिर पट्टी क्यों बधी है, खोल दे। हालांकि सह सुभाव है मुर्शिद के मूँह चों निकलिया होया सीगा। देखिया ते अख दूसरी जैसी। ये कोई करामात नहीं, किसी दे कोई बुरा नुकसान नहीं। असी लोग इत्थों ही आके फकीरां दीयां कहानियां पढ़ के वक्त दे संतां दे ते अभाव लियाउने आ जी। उन्होंने तो देखो एक दी बजाए दो दित्तियां, लेकिन ये नहीं देखते कि बई उस दी कितनी क बहादरी सी, दूजे दा उहदे विच की नुकसान सी, ते संतां ने की ये मैं करके कीता। बाबा सावण सिंह कहंदे सीगे कि कुदरत ही उन्हां दा रूप धार के कारोबार करन लग जांदी है, क्योंकि उन्हां दा पिछे दस्सिया सी निकलिया होया बाण खता नहीं परमात्मा जान दिंदा जी। फरीदा दरवेसी गाखड़ी चोपड़ी परीत एकन काने चालिए दरवेसा वीरी
ਆਪ ਕਹਿੰਦੇ ਆ ਦਰਵੇਸ਼ਾਂ ਦੀ ਰੀਤੀ ਕਰਨੀ ਸਾਧੂ ਸੰਤਾਂ ਦੀ ਬੜੀ ਹੀ ਮੁਸ਼ਕਿਲ ਹੈ। ਲੋਕ ਰੀਸਾਂ ਤਾਂ ਇਹਨਾਂ ਦੀਆਂ ਕਰਦੇ ਹਨ, ਲੇਕਿਨ ਦੁਨੀਆ ਚੋਪੜੀ ਪ੍ਰੀਤ ਕਰਦੀ ਹੈ। ਰੱਬ ਨੇ ਧਨ ਪਦਾਰਥ ਦੇਤਾ, ਮਹਿਮਾ ਕਰਾਤੀ ਲੋਕਾਂ ਦੇ ਵਿੱਚ। ਅਸੀਂ ਕਹਿੰਦੇ ਹਾਂ ਜੀ ਵੇਖੋ ਆਪ ਕਿੱਡੀ ਪ੍ਰਮਾਤਮਾ ਦੀ ਦਇਆ ਹੈ, ਕਿੰਨਾ ਕੁਛ ਦੇ ਦਿੱਤਾ ਉਸਨੇ, ਤੁਸੀਂ ਦੇਖ ਲਓ। ਔਰ ਜਿੱਦੇ ਕੋਈ ਕਮੀ ਪੇਸ਼ੀ ਹੋ ਗਈ ਉਹਦੇ ਨੁਕਸ ਕੱਢਣਾ ਸ਼ੁਰੂ ਕਰਦੇ हैं। ਫਰੀਦ ਸਾਹਿਬ ਕਹਿੰਦੇ ਆ ਦਰਵੇਸ਼ਾਂ ਦੀ ਰੀਸ ਕਰਨੀ ਬੜੀ ਮੁਸ਼ਕਿਲ ਹੈ ਤੇ ਚੋਪੜੀ ਪ੍ਰੀਤ ਕਰਦੇ ਆ। ਬੁੱਲੇ ਨੇ ਕਿਹਾ ਸੀ ਜਿੱਥੇ ਖੜਕੇ ਤਵਾ ਪ੍ਰਾਂਤ ਉੱਥੇ ਗਾਈਏ ਸਾਰੀ ਰਾਤ। ਤੋ ਇਹ ਹਾਲਤ ਹੈ। ਕਹਿੰਦੇ ਬੜਾ ਮੁਸ਼ਕਿਲ ਹੋਏਗਾ। ਫਰੀਦ ਸਾਹਿਬ ਜੰਗਲਾਂ 'ਚ ਫਿਰਦੇ ਸਨ, ਸਾਹ ਸਰਫ ਅੱਛਾ ਕਮਾਈ ਵਾਲਾ ਸੀ। ਉਹਨੇ ਸੋਚਿਆ ਵੇਖੀਏ ਦਾ ਸੀ ਫਰੀਦ ਜੋ ਗੱਲਾਂ ਕਰਦਾ ਹੈ ਇਹਨਾਂ ਤੇ ਚੱਲਦਾ ਹੈ ਜਾਂ ਇਹ ਤਪ ਅਭਿਆਸ ਵਿੱਚ ਹੀ ਲੱਗਿਆ ਹੋਇਆ ਹੈ। ਕਿਉਂਕਿ ਪਹਿਲਾਂ ਆਮ ਤਪ ਬਾਹਰੀ ਸਰੀਰ ਨੂੰ ਜਾਲਦਾ ਸੀਗਾ, ਕਰਮ ਕਾਂਡ ਦੇ ਵਿੱਚ ਲੱਗਿਆ ਹੋਇਆ ਸੀਗਾ। ਉਹਨੇ ਇੱਕ ਜੱਗ ਅਰੰਭਿਆ ਵੀ ਸਾਧੂ ਸੰਤਾਂ ਨੂੰ ਰੋਟੀ ਖਵਾਈਏ। ਉਹਦੇ ਘਰ ਵਾਲੇ ਵੀ ਸਾਹ ਸਰਫ ਦੇ ਅੱਛੀ ਕਮਾਈ ਵਾਲੀ ਸੀ। ਉਹਨਾਂ ਨੇ ਸਭ ਨੂੰ ਸੱਦ ਭੇਜਿਆ। ਕਿਸੇ ਨੂੰ ਕੀ ਪਤਾ ਸੀ ਸਾਧੂਆਂ ਦੇ ਰਾਜ ਦਾ ਵੀ ਇਹ ਕੀ ਕਰਦੇ ਹੈ। ਸਭ ਵਾਸਤੇ ਅੱਛੇ ਖਾਣੇ ਬਣਾਏ, ਲੇਕਿਨ ਫਰੀਦ ਵਾਸਤੇ ਸਾਹ ਸਰਫ ਦੇ ਘਰ ਵਾਲੀ ਨੇ ਇੱਕ ਇਸ ਕਿਸਮ ਦਾ ਘੋਗਾ ਤਿਆਰ ਕੀਤਾ ਜਿਹੜਾ 12 ਸਾਲ ਦਾ, ਛੋਲੇ ਪੁਰਾਣੇ ਸੀਗੇ, ਉਹ ਸੂੜਾ ਸਾਣ ਕੇ ਜਿਹੜਾ ਕੜਵਾ ਹੋਇਆ ਪਿਆ ਸੀਗਾ ਔਰ ਉਹਦੇ ਵਿੱਚ ਨਿਮਕ ਨਹੀਂ ਪਾਇਆ, ਉਹ ਤਿਆਰ ਕਰ ਦਿੱਤਾ। ਸਭ ਨੂੰ ਖਾਣਾ ਦਿੱਤਾ, ਸਭ ਨੇ ਖੁਸ਼ੀ ਹੋ ਕੇ ਖਾਧਾ। ਹੁਣ ਫਰੀਦ ਸਾਹਿਬ ਨੇ ਥੋੜਾ ਜਿਹਾ ਮੂੰਹ ਨੂੰ ਲਾਇਆ, ਪਹਿਲਾਂ ਤਾਂ ਉਹਨੂੰ ਅੱਖਾਂ ਨਾ ਦੇਖਣ, ਫਿਰ ਜੇ ਮੂੰਹ 'ਚ ਪਾਇਆ ਤੋ ਮੂੰਹ ਨੇ ਨਗਾਇਆ ਨਾ ਅੱਗੇ ਕਿ ਬਈ ਸਾਹ ਸਰਫ ਜਾਂਦਾ ਹੈ ਕਿ ਸਭ ਨੇ ਖਾਣਾ ਖਾ ਲਿਆ ਕਿ ਹਾਂ ਜੀ ਹੋਰ ਤਾਂ ਖਾ ਲਿਆ। ਤੇ ਫਰੀਦ ਸਾਹਿਬ ਬੈਠੇ ਹੈ। ਉਹ ਕਹਿਣ ਲੱਗਿਆ ਜੀ ਤੁਸੀਂ ਨਹੀਂ ਖਾਂਦੇ। ਉਹ ਕਹਿੰਦੇ ਵੀ ਪਿਆਰਿਆ ਇੱਕ ਤਾਂ ਇਹ ਖਾਣਾ ਇਸ ਤਰ੍ਹਾਂ ਦਾ ਹੈ ਕੜਵਾ, ਦੂਸਰੇ ਦੇ ਵਿੱਚ ਨਿਮਕ ਵੀ ਨਹੀਂ, ਤੇ ਤੂੰ ਨਿਮਕ ਤਾਂ ਪਵਾ ਦੇ ਵਿੱਚ, ਕੁਛ ਚਾਹੀਦਾ ਹੈ। ਉਹਨੇ ਘਰ ਵਾਲੀ ਨੂੰ ਕਿਹਾ ਖੜ ਕੇ, ਉਹ ਕਹਿੰਦੇ ਮੈਂ ਤਾਂ ਇਹ ਖਾਣਾ ਫਕੀਰਾਂ ਵਾਸਤੇ ਬਣਾਇਆ ਹੈ, ਮੈਨੂੰ ਕੀ ਪਤਾ ਸੀ ਇੱਥੇ ਸਵਾਦੂ ਬੈਠੇ ਹੈ। ਉਸ ਵਕਤ ਫਰੀਦ ਸਾਹਿਬ ਨੇ ਕਿਹਾ ਕਿ ਓਹੋ ਮਨਾ, ਤੂੰ ਚੋਪੜੀ ਪ੍ਰੀਤ ਪਰਮਾਤਮਾ ਨਾਲ ਕਰਦਾ ਹੈ ਤੇ ਰੀਸਾਂ ਕਰਦਾ ਤੂੰ ਉਹਨਾਂ ਦਰਵੇਸ਼ਾਂ ਦੀਆਂ, ਰੱਬ ਦੇ ਪਿਆਰਿਆਂ ਦੀਆਂ, ਜਿਹੜੇ ਕਿ ਜੈਸਾ ਆਇਆ ਤੇ ਵੈਸਾ ਉਹਨਾਂ ਨੇ ਛਕ ਲਿਆ ਜੀ। ਤਨ ਤਪੈ ਤਨੂਰ ਜਿਉ ਬਾਲਣ ਹੱਡ ਬਲਨ ਪੈਰੀ ਥਕਾਂ ਸਿਰ ਜੁਲਾਂ ਜੇ ਮੂੰਹ ਪਿਰ ਮਿਲਨ ਪੈਰੀ ਥਕਾਂ ਸਿਰ ਜੁਲਾਂ ਜੇ ਮੂੰਹ ਪਿਰੀ ਤਨ ਨਤ ਪਾਇਆ ਤਨੂਰ ਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ। ਹੁਣ ਆਪ ਪਿਆਰ ਦੇ ਨਾਲ ਕਹਿੰਦਾ ਹੈ ਕਿ ਮੈਂ ਰੱਬ ਦੇ ਰਸਤੇ ਦੇ ਉੱਤੇ ਪੈਰਾਂ ਪਰਨੇ ਚੱਲਦਾ ਥੱਕ ਜਾਵਾਂ ਤੇ ਸਿਰ ਪਰਨੇ ਤੁਰਾਂ। ਅਗਰ ਹੱਡ ਮੈਨੂੰ ਤੰਦੂਰ ਦੀ ਤਰ੍ਹਾਂ, ਭੱਠੀ ਦੀ ਤਰ੍ਹਾਂ ਜਾਲਣੇ ਪੈ ਜਾਣ ਤਾਂ ਮੈਂ ਜਾਲਣ ਨੂੰ ਤਿਆਰ ਹਾਂ, ਸਿਰਫ ਜੇ ਉਹ ਪਰਮਾਤਮਾ ਮਿਲਦਾ ਹੋਵੇ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ ਵੀ ਦੇਖ ਪਿਆਰਿਆ, ਹੱਡ ਜਾਲਣ ਦੀ ਕੀ ਲੋੜ ਹੈ, ਪੈਰਾਂ ਪਰਨੇ ਚੱਲਣ ਦੀ ਕੀ ਲੋੜ ਹੈ, ਔਰ ਇੰਨੇ ਤਸੀਹੇ ਬਾਹਰ ਕਸ਼ਟ ਝੱਲਣ ਦੀ ਕੀ ਲੋੜ ਹੈ। ਜਿਸ ਪਰਮਾਤਮਾ ਨੂੰ ਤੂੰ ਮਿਲਣਾ ਚਾਹੁੰਦਾ ਹੈ ਉਹ ਜੰਗਲਾਂ ਦੇ ਵਿੱਚ ਨਹੀਂ, ਪਹਾੜਾਂ 'ਚ ਨਹੀਂ, ਉਹ ਤਾਂ ਤੇਰੇ ਅੰਦਰ ਬੈਠਾ ਹੈ, ਅੰਦਰ ਪ੍ਰੀ ਪੰਗਾ। ਉਹ ਪਰਮਾਤਮਾ ਤੇਰੇ ਅੰਦਰ ਹੈ, ਤੂੰ ਕਿਉਂ ਬਾਹਰ ਤੈਨੂੰ ਕਸ਼ਟ ਦਿੰਦਾ ਫਿਰਦਾ ਹੈ। ਹਾਂਜੀ
ਹੋਂ ਟੁਟੇਂਦੀ ਸਜਣਾ ਸਜਣ ਮੈਂਡੇ ਨਾਲ ਨਾਨਕ ਲੱਖ ਨਾ ਲਖੀਐ ਗੁਰਮੁਖ ਦੇ ਦਿਖਾਲ। ਹੁਣ ਆਪ ਕਹਿੰਦੇ ਕਿ ਗੁਰੂ ਨਾਨਕ ਕਹਿੰਦੇ ਆ ਕਿ ਮੈਂ ਸੱਜਣਾ ਨੂੰ ਢੂੰਡਦੀ ਸਾਂ ਅੱਛੇ ਅੱਛੇ ਮੰਦਰਾਂ 'ਚ, ਅੱਛੇ ਅੱਛੇ ਸਮਾਜਾਂ ਦੇ ਵਿੱਚ, ਅੱਛੇ ਅੱਛੇ ਕਰਮਕਾਂਡਾਂ ਦੇ ਅੰਦਰ। ਮੈਨੂੰ ਨਹੀਂ ਪਤਾ ਸੀਗਾ ਕਿ ਸੱਜਣ ਉਹ ਪਰਮਾਤਮਾ ਮੇਰੇ ਨਾਲ ਹੀ 24 ਘੰਟੇ ਰਹਿੰਦਾ ਹੈ, ਜਾਗਦਿਆਂ ਨਾਲ ਵੀ, ਸੁੱਤਿਆਂ ਨਾਲ ਵੀ, ਤੁਰਦਿਆਂ ਨਾਲ ਤੁਰਦਾ ਹੈ। ਨਾਨਕ ਅਲੱਖ ਨਾ ਲਿਖੀਏ, ਜਿਸ ਅਲੱਖ ਪਰਮਾਤਮਾ ਨੂੰ ਅਸੀਂ ਲਿਖ ਨਹੀਂ ਸਕਦੇ। ਜਦ ਅਸੀਂ ਗੁਰਮੁਖਾਂ ਦੇ ਸਾਧੂ ਸੰਤਾਂ ਦੇ ਪਾਸ ਜਾਂਦੇ ਹਾਂ, ਉਹ ਸਾਨੂੰ ਪਿਆਰ ਦੇ ਨਾਲ ਉਹ ਸ਼ਬਦ ਰੂਪ ਜੋ ਪਰਮਾਤਮਾ ਸਾਡੇ ਅੰਦਰ ਆਵਾਜ਼ ਦੇ ਰਿਹਾ ਹੈ ਉਸ ਦੇ ਨਾਲ ਜੋੜ ਦਿੰਦੇ ਹੈ ਔਰ ਉਹ ਜੋਤ ਦੇ ਦਰਸ਼ਨ ਕਰਾ ਦਿੰਦੇ ਹੈ। ਕਰਮਾਂ ਮੁਤਾਬਕ ਭਾਵੇਂ ਥੋੜ੍ਹੀ ਹੀ ਹੋਵੇ, ਸਾਨੂੰ ਥੋੜ੍ਹਾ ਬਹੁਤਾ ਜ਼ਰੂਰ ਪੂੰਜੀ ਸਾਨੂੰ ਮਿਲਦੀ ਹੈ ਆਪੋ ਆਪਣੇ ਕਰਮਾਂ ਮੁਤਾਬਕ। ਮੀਆਂ ਬੀਬੀ ਦਾ ਇੱਕੋ ਜਿਹਾ ਅਨੁਭਵ ਨਹੀਂ ਹੁੰਦਾ, ਸਾਰਿਆਂ ਦੇ ਇੱਕੋ ਜਿਹੇ ਕਰਮ ਨਹੀਂ ਹੁੰਦੇਗੇ। ਆਪ ਪਿਆਰ ਦੇ ਨਾਲ ਕਹਿੰਦੇ ਹੈ ਕਿ ਇਹ ਫਰੀਦ ਸਾਹਿਬ ਗੁਰਮੁਖਾਂ ਦੀ ਜਾਇਦਾਦ ਹੈ। ਉਹਨਾਂ ਦੇ ਅੰਦਰੋਂ ਪਰਮਾਤਮਾ ਨਾਦ ਰੂਪ, ਜੋਤ ਰੂਪ ਵਿਰਾਜਮਾਨ ਹੁੰਦਾ ਹੈ, ਪ੍ਰਗਟ ਹੁੰਦਾ ਹੈ। ਅਗਰ ਤੂੰ ਵੀ ਉਹਨਾਂ ਦੀ ਸ਼ਰਨ ਵਿੱਚ ਜਾਵੇਂ ਤੇ ਤੈਨੂੰ ਬਾਹਰਲੇ ਕਸ਼ਟ ਸਹਾਰਨ ਦੀ ਲੋੜ ਨਹੀਂ, ਔਰ ਤੈਨੂੰ ਉਹ ਦੱਸ ਦੇਣਗੇ ਕਿ ਕਿਸ ਤਰ੍ਹਾਂ ਉਹ ਤੇਰੇ ਅੰਦਰ ਬੈਠਾ ਹੈ। ਜੀ ਹੰਸਾਂ ਦੇਖ ਤਰੰਦਿਆਂ ਬਗਾ ਆਇਆ ਚਾਓ, ਡੁੱਬ ਮੂਏ ਬਗ ਬਪੜੇ ਸਿਰ ਤਲੇ ਉੱਪਰ ਪਾਓ। ਕਹਿੰਦੇ ਸਮੁੰਦਰ ਦੇ ਅੰਦਰ ਹੰਸ ਬੜੀ ਲੰਬੀ ਤਾਰੀ ਲਾ ਰਹੇ ਸੀ, ਕਿਉਂਕਿ ਉਹਨਾਂ ਦੇ ਅੰਦਰ ਸ਼ਕਤੀ ਐਸੀ ਹੁੰਦੀ ਹੈ, ਲੰਬੀ ਤੋਂ ਲੰਬੀ ਉਹ ਤਾਰੀ ਲਾ ਸਕਦੇ ਹੈ। ਕਾਂ ਦੀ ਉਡਾਰੀ ਜਿਹੜੀ ਹੈ ਉਹ ਬਹੁਤ ਛੋਟੀ ਸੀਮਤ ਹੁੰਦੀ ਹੈ, ਇੱਥੋਂ ਉੱਡਿਆ ਥੋੜ੍ਹੀ ਜਿਹੀ ਵਾਟ ਫੇਰ ਬਹਿ ਜਾਂਦਾ ਹੈ। ਕਹਿਣ ਲੱਗੇ ਹੰਸ ਤਰ ਰਿਹਾ ਸੀਗਾ ਔਰ ਬਗਲੇ ਦੀ ਵੀ ਛੋਟੀ ਤਾਰੀ ਹੁੰਦੀ ਹੈ। ਉਹਨੇ ਉਹਦੀ ਰੀਸ ਕੀਤੀ, ਜਦ ਪਾਣੀ 'ਚ ਤਰਨ ਲੱਗਿਆ ਉਹ ਡੁੱਬ ਗਿਆ, ਮਰ ਗਿਆ, ਸਿਰ ਥੱਲੇ ਚਲਿਆ ਗਿਆ, ਲੱਤਾਂ ਉੱਪਰ ਆ ਗਈਆਂ। ਇਸੇ ਤਰ੍ਹਾਂ ਮਾਲਕ ਦੇ ਜਿਹੜੇ ਨਾਮ ਵਿੱਚ ਰਤੇ ਹੋਏ ਆ ਮਹਾਤਮਾ, ਉਹਨਾਂ ਨੂੰ ਦੇਖ ਕੇ ਪਖੰਡੀ ਕਿਸੇ ਸਾਧੂ ਦੇ ਵੀ ਇਹ ਆਇਆ ਕਿ ਇਸ ਦੇ ਕਾਫੀ ਚੇਲੇ ਆ, ਕਾਫੀ ਲੋਕ ਇਹਦਾ ਆਦਰ ਮਾਨ ਕਰਦੇ ਹੈ ਔਰ ਮੈਂ ਵੀ ਮਹਾਤਮਾ ਬਣ ਜਾਵਾਂ। ਉਹੋ ਜਿਹੇ ਕੱਪੜੇ, ਉਹੋ ਜਿਹਾ ਐਕਟਿੰਗ ਪੋਚਿੰਗ ਵਗੈਰਾ ਲੱਗ ਗਿਆ ਕਰਨ। ਲੇਕਿਨ ਜਦ ਕਾਲ ਦੇ ਦੇਸ਼ ਵਿੱਚ ਉਹ ਜਿਸ ਸਮੁੰਦਰ ਨੂੰ ਟੱਪਣ ਲੱਗੇ, ਬੜੇ ਬੜੇ ਰਿਖੀ ਮੁਨੀ ਕੰਬ ਗਏ। ਜਦ ਉੱਥੇ ਗਿਆ ਔਰ ਉੱਥੇ ਅਗਲੇ ਨੇ ਲੱਤਾਂ ਪੁੱਠੀਆਂ ਕਰਕੇ ਤਾਂ ਨੂੰ ਬੰਨ੍ਹ ਦਿੱਤਾ। ਜੋ ਸੁੰਦਰਦਾਸ ਦੇ ਨਾਲ ਹਜੂਰ ਮਹਾਰਾਜ ਕਿਰਪਾਲ ਦਾ ਇੰਟਰਵਿਊ ਹੋਇਆ ਸੀਗਾ, ਉਹ ਕੋਈ ਲੁਕੀ ਛਿਪੀ ਬਾਤ ਨਹੀਂ, ਬਹੁਤ ਸਾਰਿਆਂ ਦੇ ਸਾਹਮਣੇ ਉਹ ਬੋਲਬਾਣੀ ਹੋਈ। ਕਿਸ ਤਰ੍ਹਾਂ ਹਜ਼ੂਰ ਕਹਿੰਦੇ ਅੱਖਾਂ ਮੀਚ ਬਈ, ਕਿਸ ਤਰ੍ਹਾਂ ਇਹਨਾਂ ਪਖੰਡੀ ਲੋਕਾਂ ਨੂੰ ਕਸ਼ਟ ਮਿਲ ਰਿਹਾ ਹੈ ਔਰ ਕਿਤਨੇ ਹੈ। ਉਹਨਾਂ ਨੇ ਗਿਣਤੀ ਵੀ ਦੱਸੀ ਔਰ ਜੋ ਸਜ਼ਾਵਾਂ ਮਿਲਦੀਆਂ ਸੀ ਉਹ ਵੀ ਦੱਸੀਆਂ। ਇਸ ਵਾਸਤੇ ਆਪ ਕਹਿੰਦੇ ਆ ਉਹ ਮਹਾਤਮਾ ਮਾਲਕ ਦੇ ਪਿਆਰਿਆਂ ਨੂੰ ਦੇਖ ਕੇ ਬਗਲੇ ਵੀ ਪਖੰਡੀਆਂ ਲੋਕਾਂ ਦੇ ਵੀ ਦਿਲ ਚ ਆਉਂਦਾ ਹੈ। ਮਸਤਾਨਾ ਜੀ ਕਹਿੰਦੇ ਹੁੰਦੇ ਸੀਗੇ ਕਿ ਜੋ ਪਖੰਡੀ ਲੋਕ ਇਹ ਕਹਿੰਦਾ ਹੱਥ ਲਾ ਕੇ ਮੈਂ ਪ੍ਰਸ਼ਾਦ ਕਰ ਦੇਵਾਂ, ਕਹਿੰਦੇ ਕਿ ਕਿਸੇ ਦੀ ਆਤਮਾ ਨਾਲ ਧੋਖਾ ਕਰਨਾ ਏਦੂ ਵੱਧ ਕੋਈ ਪਾਪ ਨਹੀਂ, 7 ਜਨਮ ਤੱਕ ਪਾਪ ਨਹੀਂ ਲੈਂਦਾਗਾ ਜਿਹੜਾ ਆਪਣੇ ਆਪ ਨੂੰ ਇਹ ਕਹੇ ਕਿ ਮੈਂ ਪ੍ਰਸ਼ਾਦ ਕਰਕੇ ਦਿੰਨਾ ਕਿਸੇ ਨੂੰ ਤੇ ਕਮਾਈ ਨਹੀਂ। ਕਿਉਂਕਿ ਪ੍ਰਸ਼ਾਦ ਲੋਕ ਬੜੀ ਕਦਰ ਨਾਲ ਖਾਂਦੇ ਆ, ਕਦਰ ਨਾਲ ਰੱਖਦੇ ਆ। ਮੈਂ ਦੇਖਿਆ ਬਾਬਾ ਜੈਮਲ ਸਿੰਘ ਦੇ ਹੱਥਾਂ ਦਾ ਅਜੇ ਵੀ ਲੋਕ ਰੱਖੀ ਬੈਠੇ ਆ। ਕਿੰਨਾ ਵਿਸ਼ਵਾਸ ਹੈ ਉਹਨਾਂ ਲੋਕਾਂ ਨੂੰ। ਹਾਂ ਜੀ। ਮੈਂ ਜਾਣਿਆ ਵਡ ਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬਪੜਾ ਜਨਮ ਨ ਪੈੜੀ ਅੰਗ। ਗੋਇੰਦਵਾਲ ਦੇ ਵਿੱਚ ਇੱਕ ਪਖੰਡੀ ਸਾਧੂ
ਗੁਰੂ ਅਮਰਦੇਵ ਜੀ ਮਹਾਰਾਜ ਦੇ ਪਾਸ ਆਇਆ। ਉਹਨਾਂ ਨੇ ਭੇਖੀ ਦੇ ਕੇ ਅੱਛਾ ਆਦਰ ਮਾਨ ਕੀਤਾ ਔਰ ਹਮੇਸ਼ਾ ਕੋਲੇ ਬਿਠਾਉਂਦੇ ਸੀਗੇ, ਆਪਦੇ ਸੰਗਾਸਨ ਤੇ ਵੀ ਬਿਠਾਉਂਦੇ, ਸਤਸੰਗ ਕਰਦੇ ਬਰਾਬਰ ਬਿਠਾਉਂਦੇ। ਔਰ ਗੁਰੂ ਸਾਹਿਬ ਦੇ ਕੋਈ ਮਾਲਾ ਸੀ ਅੱਛੇ ਮਣਕਿਆਂ ਦੀ, ਕਾਫੀ ਕੀਮਤੀ ਸੀਗੀ, ਜਿਹਦੇ ਨਾਲ ਉਹ ਸਿਮਰਨਾ ਵਗੈਰਾ ਕਰਦੇ ਸੀਗੇ, ਜਿਹਨੂੰ ਸਿਮਰਨਾ ਕਹਿੰਦੇ ਹੈ। ਬਹੁਤ ਸਾਰੇ ਸਿੱਖ ਰੱਖ ਵੀ ਲੈਂਦੇ ਹੈ। ਉਸ ਪਖੰਡੀ ਸਾਧੂ ਦਾ ਇਸੇ ਪਾਸੇ ਧਿਆਨ ਵੀ ਕਦ ਮੌਕਾ ਲੱਗੇ ਤੇ ਮੈਂ ਕਦ ਇਸ ਨੂੰ ਮਾਲਾ ਨੂੰ ਉਠਾ ਲਿਜਾਵਾਂ। ਇੱਕ ਦਿਨ ਗੁਰੂ ਸਾਹਿਬ ਉਹ ਮਾਲਾ ਉੱਥੇ ਛੱਡ ਕੇ ਦੂਜੇ ਪਾਸੇ ਨੂੰ ਜਾਣ ਲੱਗੇ। ਉਹਨੇ ਪਿੱਛੋਂ ਮਾਲਾ ਜਿਹੜੀ ਸੀ ਆਪਦੇ ਆਸਣ ਦੇ ਥੱਲੇ ਕਰ ਲਈ। ਸਾਰੇ ਭਾਲੀ ਮਾਲਾ ਕਿਤੋਂ ਥਿਆਵੇ ਨਾ। ਕਾਫੀ ਕੁਝ ਦੇਖਿਆ, ਹਵਾ ਆਈ, ਉਹਦੇ ਸਰਾਣੇ ਤੋਂ ਕੱਪੜਾ ਉੱਡ ਗਿਆ। ਸਿੱਖਾਂ ਨੇ ਮਾਲਾ ਦੇਖ ਲਈ ਔਰ ਇੱਕ ਆਦਮੀ ਨੇ ਖਿੱਚ ਲਿਆ ਕਿ ਜੀ ਮਾਲਾ ਤਾਂ ਆ ਪਈ ਹੈ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬਪੜਾ ਜਨਮ ਨ ਭੇੜੀ ਅੰਗ। ਮੈਂ ਤੈਨੂੰ ਸਾਧੂ ਸਮਝ ਕੇ ਭਾਈ ਕੋਲੇ ਬਿਠਾਇਆ ਸੀਗਾ। ਜੇ ਮੈਂ ਇਹ ਜਾਣਦਾ ਵੀ ਇਹ ਬਗਲਾ ਭਗਤੀ ਹੈ, ਅੱਖਾਂ ਮੀਚਣ ਵਾਲਾ, ਤਾਂ ਮੈਂ ਇਹਨੂੰ ਕਿਉਂ ਆਪਦੇ ਅੰਗ ਦੇ ਨੇੜੇ ਬਿਠਾਉਂਦਾ? ਕੋਈ ਮਤਲਬ ਹੀ ਨਹੀਂ ਸੀਗਾ। ਇਸੇ ਤਰ੍ਹਾਂ ਬਾਬਾ ਸਾਵਣ ਸਿੰਘ ਦੇ ਇੱਕ ਆਸ਼ਰਮ ਵਿੱਚ, ਡੇਰੇ ਵਿੱਚ ਭਗਵੇਂ ਕੱਪੜਿਆਂ ਵਾਲਾ ਆਇਆ। ਉਹ ਕਹਿਣ ਲੱਗਾ, ਜੀ ਮੈਨੂੰ ਕੋਈ ਸੇਵਾ ਦਿਓ। ਜਿਹੜੇ 3 ਵਜੇ ਤੁਸੀਂ ਲੋਕਾਂ ਨੂੰ ਉਠਾਉਂਦੇ ਹੋ, ਘੰਟੀ ਵਜਾਉਂਦੇ ਹੋ, ਮੈਨੂੰ ਇਹ ਸੇਵਾ ਦਿਓ। ਉਹਨਾਂ ਨੇ ਦੇ ਦਿੱਤੀ ਵੀ ਅੱਛਾ ਆਦਮੀ ਆ, ਸਾਰਿਆਂ ਦੇ ਨਾਲ ਰੋਜ਼ ਪ੍ਰੇਮ ਪਿਆਰ ਕਰੇ। ਇੱਕ ਦਿਨ ਉੱਥੇ ਇੱਕ ਪਟਵਾਰੀ ਰਹਿੰਦਾ ਸੀਗਾ, ਉਸ ਤੋਂ 300 ਰੁਪਈਆ ਲੈ ਗਿਆ। ਕਿਹਨੂੰ ਉਠਾਉਣਾ ਸੀ? ਉਹਨੂੰ ਘੰਟੀ ਵਜਾਉਣ ਦੀ ਕੀ ਲੋੜ ਸੀਗੀ? ਉਹ ਵਜਾ ਕੇ 300 ਰੁਪਏ ਦੀ ਘੰਟੀ ਡੰਡੀ ਲੱਗਿਆ। ਉਹ ਹੱਸਦੇ ਹੁੰਦੇ ਸੀ, ਹਾਲ ਤੱਕ ਨਹੀਂ ਆਇਆ। ਇਸੇ ਤਰ੍ਹਾਂ ਬਾਬਾ ਬਿਸ਼ਨ ਦਾਸ ਦੇ ਆਸ਼ਰਮ ਵਿੱਚ ਮੈਂ ਖੁਦ ਦੇਖਿਆ, ਇੱਕ ਰੋਜ਼ ਕੱਪੜੇ ਰੰਗਿਆ ਕਰੇ, ਅੱਖਾਂ ਕਦੇ ਕਦੇ ਖੋਲਿਆ ਕਰੇ। ਬਾਬਾ ਬਿਸ਼ਨ ਦਾਸ ਕਹਿਣ, ਇਹ ਪਖੰਡੀ ਹੈ, ਤੁਹਾਡੇ ਪੈਸੇ ਚੁੱਕ ਕੇ ਲਿਜਾਏਗਾ। ਕਿਉਂ ਹੋਰ ਵੀ ਕਈ ਅਭਿਆਸ ਕਰਨ ਵਾਲੇ ਸਾਧੂ, ਉਦੋਂ ਕਿਸੇ ਕੋਲ ਇੱਕ ਸ਼ਬਦ ਦਾ ਭੇਦ ਸੀ, ਕਿਸੇ ਕੋਲ 2 ਦਾ ਹੁੰਦਾ ਸੀਗਾ। ਸਭ ਨੂੰ ਬਾਬਾ ਜੀ ਨੇ ਖਬਰਦਾਰ ਕੀਤਾ ਵੀ ਇਹ ਪਖੰਡੀ ਹੈ। ਲੇਕਿਨ ਜਿੰਨੇ ਆਦਮੀ ਸਨ ਸਾਧੂ ਵਗੈਰਾ, ਉਹ ਸਾਰੇ ਇਸ ਹੱਕ 'ਚ ਨਾ ਵੀ ਬਾਬਾ ਜੀ ਦਾ ਸੁਭਾਅ ਹੈ ਖੁੱਲੀ ਮੋਕਲੀ ਗੱਲ ਕਹਿ ਦੇਣੀ। ਇਹ ਅੱਖਾਂ ਤਾਂ ਖੋਲਦੇ ਕਿਸੇ ਵੇਲੇ ਨਹੀਂ। ਇਹ ਕਿਸ ਤਰ੍ਹਾਂ ਹੋ ਸਕਦਾ ਪਖੰਡੀ? ਕਿਵੇਂ ਲੈ ਜਾਏਗਾ? ਇੱਕ ਦਿਨ ਖਾਣਾ ਖਾਣ ਵਾਸਤੇ, ਜਿਵੇਂ ਹੁਣ ਆਪਣੇ ਇੱਥੇ 2 ਆਂਗਣ ਹੈ, ਸ਼ਾਮ ਨੂੰ ਛੋਟੇ ਆਂਗਣ ਵਿੱਚ ਖਾਣਾ ਖਾਣ ਲੱਗੇ ਤੇ ਉਹ ਕਹਿਣ ਲੱਗਿਆ, ਮੇਰੀ ਤਾਂ ਹੁਣ ਸੁਰਤ ਅੰਦਰੋਂ ਬਾਹਰ ਆਉਂਦੀ ਨਹੀਂ ਗੀ ਤੇ ਮੈਂ ਤਾਂ ਖਾਣਾ ਨਹੀਂ ਖਾਂਦਾਗਾ, ਤੇ ਤੁਸੀਂ ਖਾਇਓ, ਮੈਨੂੰ ਬੈਠਣ ਦਿਓ। ਜਦ ਉਹ ਗਏ, ਹੁਣ ਉਹਨਾਂ ਸਾਧੂਆਂ ਦੇ ਜੋ ਕੁਝ ਵੀ ਸਰਾਣਿਆਂ 'ਚ ਸੀ ਜਾਂ ਪੋਥੀਆਂ ਦੇ ਵਿੱਚ 2-2 4-4 ਰੁਪਏ ਸੀ, ਵਿਚਾਰਿਆਂ ਕੋਲ ਕੀ ਸੀ, ਉਹ ਸਾਰੇ ਕੱਢ ਕੇ ਉਹਨਾਂ ਦੇ ਆਉਂਦਿਆਂ ਨੂੰ ਉਹ ਡੰਡੀ ਲੱਗਿਆ। ਜਦੋਂ ਰੋਟੀ ਖਾਣ ਗਏ, ਬਾਬਾ ਬਿਸ਼ਨ ਦਾਸ ਨੇ ਉਦੋਂ ਵੀ ਠੋਕਰ ਮਾਰੀ ਵੀ ਤੁਸੀਂ ਉਹਨੂੰ ਇਕੱਲੇ ਨੂੰ ਛੱਡਿਆ ਆਏ ਹੋ ਤੇ ਤੁਹਾਡੀਆਂ ਉਹ ਜੇਬਾਂ ਫਰੋਲੀ ਜਾਂਦਾ ਹੋਏਗਾ। ਲੇਕਿਨ ਕੌਣ ਮੰਨੇ? ਜਦ ਵਾਪਸ ਆਏ, ਵੇਖਿਆ ਸਭ ਦੇ ਸਰਾਣੇ ਪੋਥੀਆਂ ਫਰੋਲੀਆਂ ਹੋਈਆਂ, ਜੋ ਪੈਸਾ ਸੀ ਉਹ ਲੈ ਕੇ ਚਲੇ ਗਏ। ਬਾਬਾ ਬਿਸ਼ਨ ਦਾਸ ਦੇ ਇੱਕ ਸੇਵਾਦਾਰ ਬੜਾ ਮਜ਼ਬੂਤ ਹੁੰਦਾ ਸੀ, ਗੁਰਦਿਆਲ ਸਿੰਘ, ਉਹ ਟੰਬਾ ਲੈ ਕੇ ਭੱਜਣ ਲੱਗਿਆ ਵੀ ਅਜੇ ਤਾਂ ਨੇੜੇ ਹੀ ਜਾਂਦਾ ਹੋਣਾ, ਅਸੀਂ ਹੁਣ ਫੜ ਲੈਂਦੇ ਹਾਂ। ਬਾਬਾ ਜੀ ਕਹਿਣ ਲੱਗੇ, ਦੇਖੋ ਪਿਆਰਿਓ, ਮੈਂ ਤੁਹਾਨੂੰ ਜੇਬਾਂ ਸੰਭਾਲਣ ਵਾਸਤੇ ਕਈ ਦਿਨ ਹੋ ਗਏ ਕਹਿੰਦਿਆਂ ਨੂੰ, ਹੁਣ ਜਿਹਦਾ ਘਾਟਾ ਹੈ ਅਸੀਂ ਉਹ ਪੂਰਾ ਕਰਾਂਗੇ, ਤੇ ਹੁਣ ਉਹਨੂੰ ਜਾਣ ਦਿਓ, ਉਹਦੀ ਮੁਰਾਦ ਜਿਹੜੀ ਉਹਨੂੰ ਮਿਲੇਗੀ। ਸੋ ਇਸ ਵਾਸਤੇ ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ, ਮੈਂ ਤੈਨੂੰ ਵੱਡਾ ਹੰਸ ਸਮਝਿਆ ਸੀਗਾ, ਜੇ ਇਸ ਤਰ੍ਹਾਂ ਦਾ ਹੀ ਬਗਲਾ ਭਗਤ ਸੀ, ਵਿਖਾਵੇ ਦੀ ਭਗਤੀ ਕਰਦੇ, ਤੇ ਮੈਂ ਇਹਨੂੰ ਕਿਉਂ ਜਗ੍ਹਾ ਦਿੰਦਾ ਜੀ। ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਤਰੇ, ਜੇ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ। ਹੁਣ ਗੁਰੂ ਅਮਰਦੇਵ ਜੀ ਮਹਾਰਾਜ ਕਹਿੰਦੇ, ਦੇਖੋ ਵੀ ਪਿਆਰਿਓ, ਪਰਮਾਤਮਾ ਦੀ ਨਜ਼ਰ ਦੇ ਅੰਦਰ ਨਾ ਕੋਈ ਬਗਲਾ ਨਾ ਕੋਈ ਹੰਸ ਹੈ। ਉਹ ਸਭ ਨੂੰ ਇੱਕੋ ਜਿਹਾ ਹੀ ਸਤਾ ਦਿੰਦਾ ਹੈ, ਸਭ ਦੀ ਪਾਲਣ ਪੋਸ਼ਣ ਉਹ ਪਿਆਰ ਨਾਲ ਕਰਦਾ ਹੈ। ਬਗਲੇ ਤੋਂ ਹੰਸ ਬਣਾਉਣਾ ਕੀ ਮੁਸ਼ਕਿਲ ਉਹਦੇ ਵਾਸਤੇ, ਉਹ ਕਾਂ ਤੋਂ ਵੀ ਹੰਸ ਬਣਾ ਦਿੰਦਾ ਹੈ। ਸਵਾਲ ਇਹ ਹੈ ਕਿ ਸਾਡੇ ਅੰਦਰ ਸ਼ੌਕ ਹੈ, ਜੇ ਬਿਰੇ ਹੈ, ਤੜਫ ਹੈ, ਫਿਰ ਸਾਨੂੰ ਕਾਂ ਦੀ ਕੀ ਖੁਰਾਕ ਹੈ? ਬਿਸ਼ਟਾ।
ਸਾਡੀ ਕਾਂ ਬਿਰਤੀ ਕਦੋਂ ਹੈ? ਜਦ ਅਸੀਂ ਭੋਗ ਭੋਗਦੇ ਹਾਂ। ਵਿਸ਼ੇ ਵਿਕਾਰਾਂ ਨੂੰ ਭੋਗਣ ਵਾਲਿਆਂ ਨੂੰ ਸ਼ਬਦ ਨਾਮ ਦਾ ਜਦ ਰਸ ਆਉਂਦਾ ਹੈ, ਸਭ ਤੇ ਲੱਤ ਮਾਰ ਜਾਂਦੇ ਹੈ। ਆਪੇ ਹੰਸ ਹੋ ਗਏ। ਕਾਲੀਦਾਸ ਮਨੁੱਖ ਦਾ ਵਿਗੜਿਆ ਕੀ ਸਮਝ ਗਿਆ ਜਦ ਵਿਚਾਰ ਆਈ। ਜੀ। ਸਾਰਵਰ ਪੰਖੀ ਹੇਕੜੋ ਸਾਹੀਵਾਲ 50 ਏ ਤਨ ਲਹਿਰੀ ਗੰਢਤੀਆ ਸੱਚੇ ਤੇਰੀ ਆਸ। ਹੁਣ ਆਪ ਕਹਿੰਦੇ ਦੇਖੋ ਪਿਆਰਿਓ, ਜੀਵ ਇੱਕ ਹੈ, ਫਸਾਉਣ ਵਾਲੇ ਨੂੰ 5 ਤਾਕਤਾਂ ਹਨ। 5 ਕਰਮ ਇੰਦਰੀ ਹੈ, 5 ਗਿਆਨ ਇੰਦਰੀ ਹੈ, ਮਨ ਬੁੱਧ ਚਿੱਤ ਅਹੰਕਾਰ, ਇਹ 14 ਹੈ। 14 ਹੀ ਇਹਨਾਂ ਦੇ ਫਿਰ ਗਾਹਾਂ ਦੇਵਤੇ ਹੈ। 5 ਕਰਮ ਇੰਦਰੀਆਂ ਹਨ ਔਰ ਇਸੇ ਤਰ੍ਹਾਂ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ। ਇਹ ਸਾਰੇ ਰਲ ਕੇ ਜਿੰਨੀਆਂ ਬਿਰਤੀਆਂ ਹੈ 50 ਬਣ ਜਾਂਦੇ ਹੈ। ਇਹ ਸਾਰੀਆਂ ਆਪੋ ਆਪਣੀਆਂ ਫਾਹੀਆਂ ਲਾਈ ਬੈਠੇ ਹੈ। ਜੇ ਬੰਦਾ ਪਾਪ ਕਨਿਓ ਹਟਦਾ ਤੇ ਪੁੰਨ ਦੀ ਤਰਫ ਲਾ ਲੈਂਦੇ ਹੈ, ਬੁਰਾਈ ਕਨਿਓ ਹਟਦਾ ਤੇ ਭਲੇ ਕਰਮਾਂ ਤੇ ਲੱਗ ਜਾਂਦੇ ਹੈ। ਔਰ ਕ੍ਰਿਸ਼ਨ ਭਗਵਾਨ ਨੇ ਕਿਹਾ ਸੀਗਾ ਅਰਜਨ ਨੂੰ ਵੀ ਦੇਖ ਪਿਆਰਿਆ, ਨਾ ਇਨਸਾਨ ਨੂੰ ਨੇਕ ਕਰਮ ਹੀ ਛੁਡਾ ਸਕਦੇ ਹੈ, ਨਾ ਬੁਰੇ ਕਰਮ ਹੀ ਇਸ ਨੂੰ ਬੰਨ੍ਹ ਸਕਦੇ ਹੈ। ਅੱਛੇ ਜਿਹੜੇ ਕਰਮ ਹੈ ਉਹ ਸਾਨੂੰ ਸੋਨੇ ਦੀਆਂ ਬੇੜੀਆਂ ਬਣ ਕੇ ਚਿੰਬੜ ਜਾਂਦੇ ਹੈ। ਬੁਰੇ ਜਿਹੜੇ ਹੈ ਲੋਹੇ ਦੀਆਂ ਬੇੜੀਆਂ। ਅੱਜ ਅਸੀਂ ਸੜਕ ਤੇ ਝਾੜੂ ਦਿੰਦੇ ਹਾਂ, ਨੇਕ ਕਰਮ ਕਰਦੇ ਹਾਂ, ਮਹੱਲਾਂ ਦੇ ਵਿੱਚ ਆ ਕੇ ਬਿਸਤਰਾ ਲਾ ਲੈਂਦੇ ਹਾਂ, ਝਾੜੂ ਹੱਥ ਚੋਂ ਨਿਕਲ ਜਾਂਦਾ ਹੈ, ਹੁਕੂਮਤ ਦੀ ਬਾਗਡੋਰ ਮਿਲ ਜਾਂਦੀ ਹੈ। ਇਹ ਨਹੀਂ ਸੰਤ ਕਹਿੰਦੇ ਵੀ ਤੁਹਾਨੂੰ ਚੰਗੇ ਕਰਮਾਂ ਦਾ ਕੁਛ ਨਹੀਂ ਮਿਲੇਗਾ। ਉਹ ਕਹਿੰਦੇ ਭਰਾਵੋ ਨਹੀਂ, ਜੋ ਤੁਸੀਂ ਕਰਦੇ ਹੋ ਕਰਮ ਉਹ ਤੁਹਾਨੂੰ ਭੋਗਣੇ ਪੈਣੇ ਆ। ਇਸ ਵਾਸਤੇ ਆਪ ਕਹਿੰਦੇ ਇਹ ਤਨ ਲਹਿਰੀ ਗੜਥੀ ਆ। ਔਰ ਇਹ ਤਨ ਨੂੰ ਇਹਦੇ ਵਿੱਚ ਮਸਤ ਹੋ ਜਾਂਦਾ ਹੈ। ਉਹ ਫਾਹੀਆਂ ਦੇ ਵਿੱਚੋਂ ਨਿਕਲਣ ਵਾਸਤੇ ਤਿਆਰ ਨਹੀਂ। ਅਗਰ ਇਹਨੂੰ ਤਿਆਰ ਹੈ ਕੱਢਣ ਵਾਸਤੇ, ਉਹ ਗੁਰੂ ਸ਼ਬਦ ਨਾਮ ਪਰਮਾਤਮਾ ਹੈ, ਉਹਦੀ ਆਵਾਜ਼ ਨਹੀਂ ਸੁਣਦਾ। ਜੀ। ਕਵਣ ਸੋ ਆਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੈਸੋ ਹੋਂ ਕਰੀ ਜਿਤ ਵਸ ਆਵੇ ਕੰਤ। ਕਿਸੇ ਜਗਿਆਸੂ ਆਤਮਾ ਨੇ ਆ ਕੇ ਸਵਾਲ ਕੀਤਾ ਕਿ ਫਰੀਦ ਜੀ, ਉਹ ਕਿਹੜਾ ਅੱਖਰ ਹੈ, ਉਹ ਕਿਹੜਾ ਮੰਤਰ ਹੈ ਜਿਹਨੂੰ ਮੈਂ ਜਪ ਕੇ ਪਤੀ ਪਰਮਾਤਮਾ ਨੂੰ ਵਸ ਵਿੱਚ ਕਰ ਲਵਾਂ, ਔਰ ਕਿਹੜਾ ਮੈਂ ਵੇਸ ਧਾਰਨ ਕਰਾਂ। ਕੌਣ ਸੋ ਵੈਸੋ ਹੋਂ ਕਰੀ ਜਿਤ ਵਸ ਆਵੇ ਕੰਤ। ਉਹ ਕੰਤ ਪਰਮਾਤਮਾ ਕਿਹੜੇ ਵੇਸ ਨਾਲ ਵਸ ਵਿੱਚ ਆਉਂਦਾ ਹੈ, ਮੈਨੂੰ ਉਹਦਾ ਉਪਦੇਸ਼ ਕਰੋ। ਅੱਗੇ ਦੱਸਦੇ। ਨਿਵਣ ਸੋ ਆਖਰ ਖਵਣ ਗੁਣ ਜੀਬਾ ਮਣੀਆ ਮੰਤ ਇਤਰੇ ਪੈਣੇ ਵੇਸ ਕਰ ਤਾਂ ਵਸ ਆਵੀ ਕੰਤ। ਨਿਮਰਤਾ ਕਰ, ਭਰੋਸਾ ਰੱਖ, ਸੁੱਤਾ ਜਾਗਦਾ ਉੱਠਦਾ ਬਹਿੰਦਾ ਉਹ ਮੰਤਰ ਦਾ ਜੋ ਸੰਤ ਸਤਿਗੁਰੂ ਦਿੰਦੇ ਆ ਉਹਦਾ ਜਾਪ ਕਰ। ਆਜੀ ਰੱਖ, ਭਰੋਸਾ ਰੱਖ, ਇਹ ਵੇਸ ਹੈ ਤਾਂ ਭੈਣੇ ਉਹ ਕੰਤ ਤੇਰੇ ਵਸ ਵਿੱਚ ਆ ਜਾਏਗਾ। ਜੋ ਕਹੇਗਾ ਉਹ ਕਰੇਗਾ। ਜੀ। ਮਤ ਹੁੰਦੀ ਹੋਏ ਇਹ ਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ। ਕਹਿਣ ਲੱਗੇ ਕੌਣ ਕਾਮਯਾਬ ਹੁੰਦਾ ਹੈ? ਮਤ ਹੁੰਦਿਆਂ ਹੋਇਆਂ 40 ਦਿਨ ਦੇ ਬਾਲਕੇ ਵਰਗਾ ਹੋਣਾ ਪੈਂਦਾ ਹੈ। ਅਕਲ ਨੂੰ ਦਖਲ ਨਹੀਂ ਦੇਣਾ ਪੈਂਦਾਗਾ। ਜਿੱਥੇ ਅਕਲ ਹੈ ਉੱਥੇ ਕਿੱਥੇ ਭਗਤੀ। ਮਤ ਹੁੰਦਾ ਹੋਏ ਆਣਾ, ਧਿਆਨ ਹੁੰਦੇ ਹੋਏ ਸਤਾਣਾ। ਜਿਸ ਤਰ੍ਹਾਂ
ਸਮਰਾਟ ਦੇ ਕੋਲੇ ਸਭ ਤਾਕਤਾਂ ਸਨ, ਕੀ ਨਹੀਂ ਉਹ ਕਰ ਸਕਦਾ ਸੀ, ਲੇਕਿਨ ਨਹੀਂ, ਪਾਣਾ ਮੰਨਿਆ। ਗੁਰੂ ਗੋਬਿੰਦ ਸਿੰਘ ਦੇ ਬੱਚੇ ਨੀਹਾਂ ਵਿੱਚ ਚਿਣ ਦਿੱਤੇ, ਘਰ ਘਾਟ ਲੁੱਟ ਲਿਆ, ਪਿਤਾ ਸ਼ਹੀਦ ਕਰ ਦਿੱਤਾ, ਲੇਕਿਨ ਫਿਰ ਵੀ ਤੈਸ਼ ਵਿੱਚ ਆ ਕੇ ਉਹਨਾਂ ਨੇ ਕਿਸੇ ਨੂੰ ਬਦ ਦੁਆ ਤੱਕ ਨਹੀਂ ਦਿੱਤੀ। ਬੱਚੇ ਜਦ ਚਾਰੇ ਸ਼ਹੀਦ ਹੋ ਗਏ, ਲੋਕਾਂ ਨੇ ਬੜਾ ਦਰਦ ਕੀਤਾ। ਉਹ ਕਹਿੰਦਾ ਨਹੀਂ, ਮੈਂ ਅੱਜ ਸੁਰਖਰੂ ਹੋ ਕੇ ਸੁੱਤਾ ਹਾਂ, ਜੋ ਦਾਤ ਪੁੱਤਾਂ ਦੀ ਮੈਨੂੰ ਉਹਨੇ ਸੌਂਪੀ ਸੀ, ਅੱਜ ਮੈਂ ਉਹਨੂੰ ਸੌਂਪ ਦਿੱਤੀ ਹੈ, ਮੈਂ ਅੱਜ ਬਿਲਕੁਲ ਹੀ ਸੁਰਖਰੂ ਹਾਂ। ਕਹਿ ਆਪਾਂ ਸਾਰੇ ਲੈਨੇ ਹਾਂ, ਲੇਕਿਨ ਇਸ ਤਰ੍ਹਾਂ ਕਰਨਾ ਬੜਾ ਔਖਾ ਹੈ। ਜੋ ਕਰ ਗਿਆ ਸੋ ਬਣ ਗਿਆ ਭਈਆ। ਆਪ ਕਹਿੰਦੇ ਆ ਮਤ ਹੁੰਦਾ ਹੋਏ ਆਣਾ, ਤਾਣ ਹੁੰਦਾ ਹੋਏ ਸਤਾਣਾ। ਸਭ ਕੁਝ ਕਰ ਸਕਦਾ ਹੋਵੇ, ਇਹ ਨਹੀਂ ਕਿ ਬੇਵਸੀ ਦਾ। ਕੋਈ ਐਸਾ ਭਗਤ ਸਦਾਏ, ਕੋਈ ਜਿਹਦੇ ਵਿੱਚ ਐਸੇ ਗੁਣ ਹੋਣ, ਉਹ ਹੀ ਭਾਈ ਭਗਤ ਸਦਾ ਸਕਦਾ ਹੈ, ਭਗਤ ਬਣ ਸਕਦਾ ਜੀ। ਇੱਕ ਫੀਕਾਨ ਗਲਾਏ, ਸਭਨਾ ਮੈਂ ਸੱਚਾ ਧਨੀ। ਕਹਿੰਦੇ ਇੱਕ ਕਿਸੇ ਨੂੰ ਬੁਰਾ ਬਚਨ ਨਾ ਕਹੇ, ਕਿਉਂਕਿ ਸਾਰਿਆਂ ਅੰਦਰ ਉਹ ਸੱਚਾ ਧਨੀ ਮਾਲਕ ਬੈਠਾ ਹੈ। ਅਗਰ ਅਸੀਂ ਕਿਸੇ ਨੂੰ ਬੁਰਾ ਕਹਿੰਦੇ ਹਾਂ, ਦਿਲ ਦਿਖਾਉਂਦੇ ਹਾਂ, ਤੇ ਅਸੀਂ ਪ੍ਰਮਾਤਮਾ ਦੇ ਭਗਤ ਨਹੀਂ ਕਹਾ ਸਕਦੇ, ਤਾਂ ਪ੍ਰਮਾਤਮਾ ਦਾ ਹੀ ਦਿਲ ਦਿਖਾ ਰਹੇ ਹਾਂ ਜੀ। ਹਿਆਉ ਨ ਕਹਿੀ ਠਾਏ, ਮਾਣਕ ਸਭ ਅਮੋਲ ਵੇ। ਕਹਿਣ ਲੱਗੇ ਕਿਸੇ ਦੇ ਦਿਲ ਨੂੰ ਚੋਟ ਨਾ ਪਹੁੰਚਾਓ, ਸਭ ਦੇ ਦਿਲ ਮਾਣਕ ਦੀ ਤਰ੍ਹਾਂ ਹਨ, ਸਭ ਆਤਮਾ ਮਾਣਕਾਂ ਦੀ ਤਰ੍ਹਾਂ ਹਨ, ਪਿਓਰ ਹਨ, ਪਵਿੱਤਰ ਹਨ। ਤੁਸੀਂ ਸੋਚੋ ਕਿ ਉਹਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਹੋਏਗਾ ਜੋ ਕੁਝ ਅਸੀਂ ਬੋਲ ਰਹੇ ਹਾਂ ਜੀ। ਸਭਨਾ ਮਨ ਮਾਣਕ ਠਾਵਣ, ਮੂਲ ਮਚਾਂਗਵਾ। ਜੇ ਤੋ ਪਿਰੀਆਂ ਦੀ ਸਿੱਖ, ਹਿਆਉ ਨ ਟਾਹੇ ਕਹੀਦਾ। ਜੇ ਪਰਮਾਤਮਾ ਦੇ ਮਿਲਣ ਦਾ ਤੈਨੂੰ ਸ਼ੌਕ ਹੈ, ਬਿਰੇ ਹੈ, ਤੜਫ ਹੈ, ਤਾਂ ਕੋਸ਼ਿਸ਼ ਕਰੋ ਕਿਸੇ ਦਾ ਦਿਲ ਨਾ ਦੁਖਾਇਆ ਜਾਏ। ਦਿਲ ਦਿਖਾਉਣਾ ਜਿਹੜਾ ਹੈ ਉਹ ਸਭ ਨੂੰ ਵੱਡਾ ਗੁਨਾਹ ਹੈ। ਮਹਾਰਾਜ ਸਾਵਣ ਸਿੰਘ ਦੇ ਪਾਸ ਕੁਝ ਆਦਮੀ ਆਏ, ਕਿਉਂਕਿ ਐਸਾ ਕਾਲ ਕਰ ਦਿੰਦਾ ਹੈ, ਸੇਵਾਦਾਰਾਂ ਨੂੰ ਲੜਾਇਆ, ਇੱਕ ਦੂਜੇ ਦੇ ਚੋਟ ਲੱਗੀ। ਉਹਨਾਂ ਦਾ ਸੇਵਾਦਾਰ ਮਹਾਰਾਜ ਸਾਵਣ ਸਿੰਘ ਇਸ ਤਰ੍ਹਾਂ ਲੰਘ ਰਹੇ ਸੀਗੇ, ਉਹ ਖੜੇ, ਉਹ ਉਹਨਾਂ ਨੇ ਉਧਰ ਤਵੱਜੋ ਨਾ ਦਿੱਤੀ। ਉਹਨਾਂ ਨੂੰ ਕਹਿਣ ਲੱਗੇ, ਕਿਉਂ ਬਈ ਅੱਗੇ ਗਏ ਮਹਾਰਾਜ ਜੀ, ਉਹ ਤਾਂ ਖੜੇ ਰਹਿ ਗਏ। ਮਹਾਰਾਜ ਜੀ ਮੁੜੇ ਆਏ, ਕਿਉਂ ਬਈ, ਹਾਂ ਬਈ ਸੁਣਾਓ। ਕੀ ਤੈਨੂੰ ਕਿਹਾ ਬਈ? ਉਹ ਕਹਿੰਦਾ ਜੀ ਮੈਨੂੰ ਇਸ ਨੇ ਗਾਲ ਦਿੱਤੀ, ਤਾਂ ਮੈਂ ਇਸ ਦੇ ਡੰਡਾ ਮਾਰਿਆ, ਖੂਨ ਨਿਕਲਦਾ ਹੈ। ਬਾਬਾ ਜੀ ਕਹਿਣ ਲੱਗੇ, ਦੇਖ ਵੀ ਪਿਆਰਿਆ, ਗਾਲ ਤੇਰੇ ਕਿੱਥੇ ਵਜੀ ਤੇ ਡੰਡਾ ਤਾਂ ਵੱਜਿਆ ਦੀਦਾ ਹੈ। ਚੇੜ ਹੈ, ਜੇ ਤੂੰ ਨਾ ਮੰਨਦਾ ਤੇ ਹਵਾ ਆਈ ਤੇ ਉੱਡ ਗਈ ਸੀਗੀ। ਹੁਣ ਏਦੋਂ ਵੱਧ ਉਹ ਕਹਿਣ ਲੱਗੇ, ਮੈਂ ਕੀ ਸਜ਼ਾ ਦੇਵਾਂ, ਖੂਨ ਕੁਆੜੀ ਤੇ ਇੱਕ ਹੋਈ। ਜਦ ਉਹ ਵੀ ਉਹੋ ਜਿਹਾ ਹੀ ਹੋ ਗਿਆ, ਤੂੰ ਬੋਲ ਕੇ ਡੰਡਾ ਮਾਰ ਕੇ ਉਦੋਂ ਵੀ ਬੁਰਾ ਹੋ ਗਿਆ। ਚੰਗਾ ਸੀ ਜੇ ਸਹਿ ਲੈਂਦਾ, ਜਰ ਲੈਂਦਾ। ਇਸ ਵਾਸਤੇ ਫਰੀਦ ਸਾਹਿਬ ਨੇ ਸਾਨੂੰ ਇਹ ਸ਼ਲੋਕਾਂ ਦੇ ਅੰਦਰ ਬੜੇ ਪਿਆਰ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਮਾਲਕ ਦੇ ਭਾਣੇ ਵਿੱਚ ਰਹਿਣਾ ਹੈ, ਕਿਸ ਤਰ੍ਹਾਂ ਸਾਡੀ ਜ਼ਿੰਦਗੀ ਹੋਣੀ ਚਾਹੀਦੀ ਹੈ, ਔਰ ਜਿਹੜਾ ਸਬਰ ਸੰਤੋਖ ਧਾਰਨ ਕਰਦੇ ਹਾਂ, ਇਹ ਜ਼ਿੰਦਗੀ ਭਰ ਹੀ ਸਾਨੂੰ ਇਸ 'ਤੇ ਚੱਲਣ ਦੀ ਪ੍ਰੇਰਨਾ ਆਪ ਨੇ ਦਿੱਤੀ ਹੈ। ਔਰ ਸਾਡਾ ਵੀ ਫਰਜ਼ ਬਣਦਾ ਹੈ ਆਪਣੇ ਜੀਵਨ ਨੂੰ ਸਫਲ ਬਣਾਈਏ ਔਰ ਮਾਲਕ ਦੇ ਭਾਣੇ ਵਿੱਚ ਰਹੀਏ। ਅੱਛਾ ਭਾਈ, ਬਸ ਪੰਜੇ ਮਨੋ ਬਕਾਰਾਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਦੁਨੀਆ ਨੂੰ ਪਾਗਲ ਕਰ ਰੱਖਿਆ ਹੈ। ਬੌਰਿਆਂ ਦੀ ਤਰ੍ਹਾਂ ਤੋਰ ਰਹੇ ਹਨ। ਇਹ ਬਵਾ ਦੀ ਤਰ੍ਹਾਂ ਅੰਦਰ ਫੈਲਦੇ ਹੈ, ਜੀਵ ਨੂੰ ਅਗਿਆਨਤਾ ਦੇ ਡੂੰਘੇ ਖੱਡੇ ਵਿੱਚ ਗੇਰ ਦਿੰਦੇ ਹੈ। ਇਹ ਬੜੇ ਚਰਿੱਤਰਾਂ ਭਰੇ ਲਾਰੇ ਲਾਉਂਦੇ ਹੈ, ਲੋਭ ਲਾਲਚ ਦੇ ਵਿੱਚ ਫਸਾ ਦਿੰਦੇ ਹੈ।
ਔਰ ਆਖਰ ਇਨਸਾਨ ਦੀ ਸਾਰੀ ਪੂੰਜੀ ਲੁੱਟ ਲੈਂਦੇ ਹੈ, ਨਾਮ ਦੀ ਤਰਫ ਆਉਣ ਨਹੀਂ ਦਿੰਦੇ। ਕਬੀਰ ਸਾਹਿਬ ਕਹਿੰਦੇ ਹੈ, ਨਾ ਕਾਮੀ ਭਗਤੀ ਕਰ ਸਕਦਾ ਹੈ, ਨਾ ਕ੍ਰੋਧੀ, ਨਾ ਲਾਲਚੀ। ਕੋਈ ਸੂਰਮਾ ਆਦਮੀ ਇਹਨਾਂ ਤੋਂ ਹਟ ਕੇ ਹੀ, ਬਹਾਦਰ ਆਦਮੀ ਇਹਨਾਂ ਨਾਲ ਮੁਕਾਬਲਾ ਕਰਕੇ ਹੀ ਭਗਤੀ ਕਰ ਸਕਦਾ ਹੈ। ਮਹਾਤਮਾ ਸਾਨੂੰ ਦੱਸਦੇ ਆ, ਇਹਨਾਂ ਤੋਂ ਅਸੀਂ ਤਦ ਹੀ ਬਚ ਸਕਦੇ ਹਾਂ ਜੇ ਆਪਣੇ ਫੈਲੇ ਹੋਏ ਖਿਆਲ ਨੂੰ ਤੀਸਰੇ ਤਿਲ ਦੇ ਵਿੱਚ ਲਿਆਈਏ ਸਿਮਰਨ ਦੇ ਜ਼ਰੀਏ। ਔਰ ਜਦ ਅਸੀਂ ਸੁਰਤ ਦੀਆਂ ਸਾਰੀਆਂ ਧਾਰਾਂ ਸਰੀਰ ਦੇ ਵਿੱਚੋਂ ਸਮੇਟ ਲੈਂਦੇ ਹਾਂ, ਤੀਸਰੇ ਤਿਲ ਤੇ ਇਕਾਗਰ ਹੋ ਜਾਂਦੇ ਹਾਂ, ਫੇਰ ਹੀ ਅਸੀਂ ਇਹਨਾਂ ਤੋਂ ਬਚ ਜਾਂਦੇ ਹਾਂ। ਪਰਮਾਤਮਾ ਨੇ ਸਾਡੇ ਅੰਦਰ ਬੇਸ਼ੁਮਾਰ ਨਾਮ ਦੇ ਖਜ਼ਾਨੇ ਰੱਖੇ ਹੋਏ ਹੈ, ਲੇਕਿਨ ਉਹਨਾਂ ਖਜ਼ਾਨਿਆਂ ਨੂੰ ਅਸੀਂ ਆਪਣੇ ਆਪ ਪ੍ਰਾਪਤ ਨਹੀਂ ਕਰ ਸਕਦੇ ਜਿੰਨਾ ਚਿਰ ਪੂਰੇ ਸਤਿਗੁਰਾਂ ਨਾਲ ਅਸੀਂ ਪੂਰੀ ਮੁਹੱਬਤ ਪਿਆਰ ਨਹੀਂ ਕਰ ਸਕਦੇ। ਉਹ ਸਿਰਜਣਹਾਰ ਪਰਮਾਤਮਾ ਸਾਡੇ ਅੰਦਰ ਸ਼ਬਦ ਰੂਪ ਹੋ ਕੇ ਬੈਠਾ ਹੈ। ਸਾਡੇ ਉਹ ਸੂਰਮੇ ਬਹਾਦਰ ਸਤਿਗੁਰੂ ਪਿਆਰ ਦੇ ਯੋਗ ਹੁੰਦੇ ਹੈ, ਜਿਨ੍ਹਾਂ ਦਾ ਤਨ ਤਾਂ ਇਸ ਦੁਨੀਆ ਦੇ ਵਿੱਚ ਕੈਦ ਹੈ, ਆਤਮਾ ਕਰਕੇ ਉਹ ਆਜ਼ਾਦ ਹੈ। ਆਤਮਾ ਉਹਨਾਂ ਦੀ ਪਰਮਾਤਮਾ ਦੇ ਨਾਲ ਮਿਲੀ ਹੋਈ ਹੈ। ਭੀਖਾ ਸਾਹਿਬ ਕਹਿੰਦੇ ਹੈ, ਭੀਖਾ ਭੂਖਾ ਕੋ ਨਹੀਂ, ਸੱਗੀ ਗਠੜੀ ਲਾਲ, ਗਿਰੇ ਖੋਲ ਨਾ ਜਾਣੀ ਤਾਂ ਤੇ ਭਏ ਕੰਗਾਲ। ਸੋ ਫੈਲੇ ਹੋਏ ਖਿਆਲ ਨੂੰ ਸਿਮਰਨ ਦੇ ਜ਼ਰੀਏ ਤੀਸਰੇ ਤਿਲ ਤੇ ਇਕਾਗਰ ਕਰਨਾ ਹੈ। ਇਹ ਸਾਡੇ ਘਰ ਦਾ ਬੂਹਾ ਹੈ। ਸਾਡੇ ਸਫ਼ਰ ਦੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ। ਮਨ ਨੂੰ ਹਮੇਸ਼ਾ ਸ਼ਾਂਤ ਰੱਖਣਾ ਹੈ। ਅਭਿਆਸ ਨੂੰ ਕਦੇ ਵੀ ਬੋਝਾ ਸਮਝ ਕੇ ਨਾ ਕਰੋ। ਹਾਂ ਬਈ।